ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੇ ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ ਹੁੰਦੇ ਆ। ਉਹ ਬਾਠ ਸਾਹਿਬ ਕਿੱਦਾਂ ਜੀ? ਚੜ੍ਹਦੀ ਕਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਤਿ ਸ਼੍ਰੀ ਅਕਾਲ ਕਿਉਂ ਨਹੀਂ? ਨੇੜੇ ਬੈਠ ਕੇ ਤਾਂ ਮੈਨੂੰ ਐਂ ਲੱਗਦਾ ਕਿ ਲੀਡਰ ਠੀਕ ਹੁੰਦੇ ਆ। ਨਹੀਂ ਲੀਡਰ ਵੀ ਕਦੀ ਮਾੜੇ ਹੁੰਦੇ ਦੱਸੋ? ਨਹੀਂ, ਉਹਦਾ ਕਾਰਨ ਪਤਾ ਕੀ ਹੈ? ਖਬਰਾਂ ਮਾੜੀਆਂ ਆਉਂਦੀਆਂ ਲੀਡਰਾਂ ਦੇ ਬਾਰੇ 'ਚ। ਲੀਡਰ ਹਮੇਸ਼ਾ ਚੰਗੇ ਹੁੰਦੇ। ਤੁਸੀਂ ਹੁਣ ਮੇਰੀ ਸੁਣ ਲਓ ਨਾ। ਅੱਗੇ ਉੱਥੇ ਮੈਂ ਦੂਰ ਹੁੰਦਾ ਸੀ ਥੋੜਾ, ਤੇ ਉੱਥੇ ਮੈਨੂੰ ਡਰ ਥੋੜਾ ਘੱਟ ਹੁੰਦਾ। ਇੱਥੇ ਤਾਂ ਹੈਗਾ ਵੀ ਕੰਨ ਤੇ ਸਿੱਧੀ ਪੈਣੀ ਜੇ ਕੁਛ। ਨਹੀਂ ਤਾਂ ਥੋੜਾ ਬਾਤ ਸਤਿਕਾਰ ਤੁਹਾਡਾ ਪੂਰਾ ਕਰੀਦਾ। ਤੇ ਅੱਜ ਵੀ ਦੇਖੋ ਗੱਲ ਇਹ ਆ ਵੀ ਖਬਰਾਂ ਦੇ ਨਾਲ ਨਾਲ ਗੱਲਾਂ ਬਾਤਾਂ ਤੇ ਕਰਨੀਆਂ ਪੈਣੀਆਂ। ਤੇ ਜੇ ਆਪਾਂ ਖਬਰਾਂ ਵਾਲੇ ਪਾਸੇ ਜਾਣ ਤੋਂ ਪਹਿਲਾਂ ਕੁਝ ਹੋਰ ਵਿਚਾਰਨਾ ਹੋਵੇ ਤੇ ਉਹ ਇਹ ਆ ਵੀ ਪਾਣੀ ਪੂਣੀ ਆਇਆ ਰਾਵੀ ਦੇ ਵਿੱਚ। ਆਇਆ ਪਾਣੀ ਆਇਆ ਕਿ ਪੂਣੀ ਆਇਆ ਰਾਵੀ ਚ? ਨਹੀਂ, ਆਮ ਜਦੋਂ ਪਿੰਡਾਂ ਥਾਵਾਂ ਤੇ ਆਪਾਂ ਗੱਲ ਕਰਦੇ ਵੀ ਯਾਰ ਉਧਰ ਪਾਣੀ ਪੂਣੀ ਬੜਾ ਆਇਆ, ਹੜ੍ਹ ਹੁੜ ਆਏ ਆ, ਹਨਾ। ਹਾਂ, ਤੇ ਉਹਦਾ ਕਰਕੇ ਮੈਨੂੰ ਇਹ ਲੱਗਦਾ ਵੀ ਚਲੋ ਜ਼ਰੂਰ ਸਰਕਾਰ ਉਸ ਪਾਸੇ ਸੋਚੇ ਭਾਈ, ਕਿਉਂਕਿ ਕਾਰਨ ਆ ਵੀ ਜਿਹਦਾ ਇੱਕ ਵਾਰ ਡੁੱਬ ਜਾਂਦਾ ਨਾ ਵੀਰ ਜੀ, ਹੋ ਸਕਦਾ ਵੀ ਇੱਕ ਵਾਰ ਪਾਣੀ ਵੇਚਦੀ ਲੰਘ ਜਾਓ। ਕਹਿੰਦੇ ਯਾਰ ਪਾਣੀ ਆਇਆ ਹੈ 2 ਦਿਨ ਰਿਹਾ ਮੁੜ ਕੇ ਨਿਕਲ ਗਿਆ। ਪਾਣੀ 2 ਦਿਨ ਆਇਆ ਸੀ ਨਿਕਲ ਗਿਆ, ਇਹ ਆਮ ਤੌਰ ਤੇ ਖਬਰ ਹੁੰਦੀ ਹੈ। ਪਰ ਜਿਹਦੇ ਇੱਕ ਵਾਰ ਆ ਕੇ ਨਿਕਲ ਜਾਂਦਾ ਉਹਦਾ ਉੱਥੇ ਵੱਜਦਾ ਕੁਛ ਨਹੀਂ। ਆਮ ਜਿਹੜੇ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਨਹੀਂ ਕਰਦੇ, ਜਿਨ੍ਹਾਂ ਦੇ ਪਿੰਡਾਂ 'ਚ ਖੇਤਾਂ 'ਚ ਘਰਾਂ 'ਚ ਹੜ੍ਹ ਦਾ ਪਾਣੀ ਨਹੀਂ ਆਉਂਦਾ, ਉਹਨਾਂ ਦੇ ਲਈ ਉਹ ਇੱਕ ਸਪੌਟ ਹੀ ਹੁੰਦਾ। ਆਮ ਹੀ ਹੁੰਦਾ ਲੋਕ ਯਾਰ ਉਹ ਉਧਰ ਪਾਣੀ ਆਇਆ ਉਹ ਦੇਖਣ ਚੱਲਦੇ ਆ, ਉਹ ਦਰਿਆ ਚੜ੍ਹਿਆ ਨਹਿਰ ਚੜ੍ਹੀ ਉਹ ਆਜੋ ਦੇਖਣ ਚੱਲਦੇ ਆ, ਉਹ ਬੰਨ੍ਹ ਟੁੱਟ ਗਿਆ ਤੇ ਕਰਦੇ ਕਹਿੰਦੇ ਦੂਰੋਂ ਦੇਖਿਓ। ਪਰ ਜਿਨ੍ਹਾਂ ਦੇ ਘਰਾਂ 'ਚ ਪਾਣੀ ਵੜਿਆ, ਜਿਨ੍ਹਾਂ ਦੇ ਖੇਤਾਂ 'ਚ ਪਾਣੀ ਵੜਿਆ, ਕਿਉਂਕਿ ਪਾਣੀ 2 ਦਿਨ ਰਹਿ ਗਿਆ ਅੱਧੀ ਫਸਲ ਗਈ। ਪਾਣੀ ਜਿਹੜੇ ਮੋਟਰ ਦੇ ਕੋਲ ਦੀ ਮੋਟਰ ਦੇ ਕੋਠੇ ਵੀ ਦੀ ਲੰਘ ਗਿਆ, ਕਈ ਕੋ ਸਾੜ ਸੁੱਟ ਜਾਣਾ। ਬਿਲਕੁਲ, ਜਿਹਦੇ ਘਰ ਦੇ ਵਿੱਚ ਲੰਘ ਗਿਆ ਅੱਧਾ ਸਮਾਨ ਗਿਆ। ਨਹੀਂ ਉਹੀ ਆਪਾਂ ਗੱਲ ਕਰਦੇ ਹਾਂ ਵੀ ਦੇਖੋ ਜਦੋਂ ਪਾਣੀ ਛੱਡਿਆ, ਹਾਲਾਂਕਿ ਉਹ ਪਹਿਲਾਂ ਖਬਰ ਆਈ ਜੀ ਵੀ ਇਸ ਤਰੀਕ ਨੂੰ ਇੰਨੇ ਵਜੇ ਪਾਣੀ ਛੱਡਣਾ ਜੀ, ਨਿਗਾਹ ਰੱਖਿਓ ਜੀ। ਨਿਗਾਹ ਕਾਹਦੀ ਰੱਖਣੀ ਜਦੋਂ ਪਾਣੀ ਤੁਸੀਂ ਛੱਡ ਹੀ ਦੇਣਾ? ਅਗਲਾ ਬੰਦਾ ਵੱਧ ਤੋਂ ਹੁਣ ਕਿੰਨਾ ਕੁਛ ਤੁਸੀਂ ਹੁਣ ਘਰ ਤਾਂ ਚੁੱਕ ਕੇ ਤੁਸੀਂ ਸਿਰ ਤੇ ਲਿਜਾਣੋਂ ਰਹੇ। ਜੇ ਕੋਈ ਡੂੰਘੇ ਥਾਂ ਮੰਨ ਲਓ ਫਸਲਬਾੜੀ ਆ ਉਹ ਵੀ ਨਹੀਂ ਪੁੱਟ ਕੇ ਖੜੀ ਜਾ ਸਕਦੀ ਵੀ ਚੱਲ ਕੋਈ ਗੱਲ ਨਹੀਂ ਵੀ ਇੱਕ ਨਾਲ ਥੋੜ੍ਹਾ ਜਿਹਾ ਪਾਸੇ ਰੱਖ ਲੈਂਦੇ ਆ, ਜਦੋਂ ਪਾਣੀ ਲੰਘ ਗਿਆ ਫਿਰ ਲਾ ਲਵਾਂਗੇ ਤੇ ਉੱਥੋਂ ਤੁਰ ਪਣਗੇ। ਮਤਲਬ ਉਹ ਜਿਹੜਾ ਕੋਈ ਮੰਨ ਲਓ ਸਬਜ਼ੀ ਭਾਜੀ ਤਰਕਾਰੀ ਆ, ਉਹ ਕੱਦੂ ਜੇ ਇੰਨਾ ਕੁ ਬਣਿਆ ਤੇ ਉਹਨੂੰ ਆਪਾਂ ਆਖੀਏ ਵੀ ਨਹੀਂ ਅੱਜ ਨਹੀਂ ਆ ਜਾ 2 ਦਿਨ ਪਾਣੀ, ਚੱਲ ਹੁਣ ਪਾਣੀ ਮੁੱਕ ਗਿਆ ਦਬਾਇਆ ਕੱਦੂ ਉੱਥੋਂ ਵਧਣਾ ਸ਼ੁਰੂ। ਇੱਦਾਂ ਥੋੜ੍ਹਾ ਹੁੰਦਾ। ਕਹਿਣ ਤੋਂ ਭਾਵੇਂ ਆ ਵੀ ਇੱਕ ਨਾ ਬਾਹਰ ਤਾਂ ਹੋ ਸਕਦਾ ਵੀ ਉਹ ਛੋਟੀ ਖਬਰ ਹੋਵੇ, ਪਰ ਜਿੱਥੇ ਜਿਹਨੂੰ ਜਿਵੇਂ ਵਾਪਰਦੀ ਆ ਉਹਦੇ ਲਈ ਬੜਾ ਔਖਾ। ਮਾਲਵੇ ਜੋ ਕੁਛ ਹੋਇਆ ਸੀਗਾ ਉਹ ਕਿੰਨੇ ਦਿਨ ਉਹ ਪਾਣੀ 'ਚ ਡੁੱਬੇ ਰਹੇ ਪਿੰਡ, ਤੇ ਕਿੱਥੋਂ ਉਹਨਾਂ ਨੂੰ ਜਾ ਕੇ ਸਹਾਇਤਾ ਮਿਲਦੀ ਰਹੀ। ਹਾਂ, ਹੋ ਸਕਦਾ ਵੀ ਹੁਣ ਆਖਣਾ ਵੀ ਪਾਣੀ ਤਾਂ ਲੰਘ ਗਿਆ। ਸੰਧਾਲੀਆ ਸਾਹਿਬ, ਹੜ੍ਹ ਤਾਂ ਹਰ ਪਾਸੇ ਮਾੜਿਆ। ਇੱਥੇ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਬਸਫੋਰਡ ਵੀ ਹੜ੍ਹ ਆਏ ਸੀ। ਕਈ ਦਿਨ ਪਾਣੀ ਖੜਾ ਰਿਹਾ ਸੀ, ਪਾਣੀ ਸੁੱਕ ਗਿਆ ਤੇ ਆਮ ਲੋਕਾਂ ਦੇ ਲਈ ਉਹ ਇਤਿਹਾਸਕ ਘਟਨਾ ਹੋ ਗਈ, ਬੀਤੇ ਦੀ ਘਟਨਾ ਕਿ ਭਾਈ ਅੱਛਾ ਉਦੋਂ ਬੰਨ੍ਹ ਟੁੱਟ ਗਿਆ ਸੀ, ਉਦੋਂ ਫਿਰ ਪਾਣੀ ਆ ਗਿਆ ਸੀ, ਉਦੋਂ ਫਿਰ ਇਸ ਦਰਿਆ ਦੇ ਵਿੱਚੋਂ ਪਾਣੀ ਕੰਢਿਆਂ ਤੋਂ ਉਛਲ ਕੇ ਇੱਧਰਲੇ ਪਾਸੇ ਆ ਗਿਆ ਸੀ, ਉਦੋਂ 5-7 ਦਿਨ ਪਾਣੀ ਰਿਹਾ ਸੀ। ਉਹਨਾਂ ਨੂੰ ਪੁੱਛ ਕੇ ਦੇਖੋ, ਉਹ ਅਜੇ ਤੱਕ ਵੀ ਬੰਦੇ ਪੈਰੀ ਨਹੀਂ ਆਏ। ਸਰਕਾਰ ਕਹਿੰਦੀ ਅਸੀਂ ਸਹਾਇਤਾ ਬਹੁਤ ਦਿੱਤੀ ਹੈ। ਵੈਸੇ ਵੀ ਨਾ ਆਪਣਾ ਪੰਜਾਬੀਆਂ ਦਾ ਇੱਕ ਖਾਸੀਅਤ ਹੈ। ਉਹਨਾਂ ਨੂੰ ਪੁੱਛਿਆ ਜੀ ਤੁਹਾਡੇ ਘਰ 'ਚ ਸਮਾਨ ਕਿਹੜਾ? ਉਹ ਕਹਿੰਦੇ ਪਤਾ ਹੀ ਨਹੀਂ ਵੀ ਸਮਾਨ ਤਾਂ ਜੋ ਆਪਾਂ ਘਰ ਬਣਾਈਦਾ ਮੁੜ ਕੇ ਸਮਾਨ ਲਿਆਈਦਾ, ਕੱਢੀਦਾ ਤਾਂ ਹੈ ਹੀ ਨਹੀਂ। ਪੁਰਾਣਾ ਸਮਾਨ ਵੀ ਕੱਢਣ ਦੀ ਆਦਤ ਨਹੀਂ ਆਪਾਂ ਨੂੰ। ਤਾਂ ਇੰਸ਼ੋਰੈਂਸ ਹਰ ਇੱਕ ਚੀਜ਼ ਦੀ ਹੋ ਨਹੀਂ ਸਕਦੀ। ਮੈਨੂੰ ਇਹ ਵੀ ਲੱਗਦਾ ਕਿ ਜਿੰਨੇ ਆਪਣੇ ਪਰਿਵਾਰ ਦੇ ਮੈਂਬਰ ਆਪਣੀ ਗੱਲਬਾਤ ਸੁਣ ਰਹੇ ਆ, ਜਾਂ ਤੁਸੀਂ ਮੈਂ ਵੀ, ਜੇ ਕੋਈ ਬੰਦਾ ਆਪਾਂ ਨੂੰ ਕਹੇ ਕਿ ਇਸ ਕਮਰੇ 'ਚ ਭਾਈ ਤੇਰੀਆਂ ਜਿੰਨੀਆਂ ਚੀਜ਼ਾਂ ਪਈਆਂ ਲਿਸਟ ਬਣਾ ਦੇ, ਬਣ ਨਹੀਂ ਸਕਦੀ। ਆਪਾਂ ਨੂੰ ਆਪ ਨੂੰ ਵੀ ਨਹੀਂ ਪਤਾ ਹੋਣਾ ਕਿ ਸਾਡਾ ਕਿੰਨਾ ਕੁ ਸਮਾਨ ਉਹਨਾਂ ਕਮਰੇ 'ਚ ਪਿਆ ਆ। ਇਹ ਤਾਂ ਗੱਲ ਹੈਗੀ। ਬਾਕੀ ਚਲੋ ਕਾਰਨ ਇਹ ਆ ਵੀ ਆਪਾਂ ਤਾਂ ਇਹ ਬੇਨਤੀ ਕਰਦੇ ਹਾਂ ਵੀ ਜਿੱਥੇ ਕਿਤੇ ਵੀ ਇਹੋ ਜਿਹੀ ਘਟਨਾ ਵਾਪਰੇ ਉਹਨੂੰ ਸਿਰਫ ਖਬਰ ਆਈ ਤੇ ਖਬਰ ਗਈ ਦੇ ਹਿਸਾਬ ਨਾਲ ਨਾ ਵੇਖਿਆ ਜਾਵੇ। ਥੋੜ੍ਹਾ ਜਿਹਾ ਮਹਿਸੂਸ ਜ਼ਰੂਰ ਕੀਤਾ ਜਾਵੇ ਵੀ ਯਾਰ ਉਹ ਜਿਹੜੇ ਉੱਥੇ ਲੋਕ ਵਸਦੇ ਨੇ ਉਹਨਾਂ ਦੀ ਬਾਅਦ ਦੀ ਜ਼ਿੰਦਗੀ ਲੀਹ ਤੇ ਆਈ ਕਿ ਨਹੀਂ ਆਈ। ਤੇ ਇਹ ਹਰੇਕ ਆਮ ਬੰਦਾ ਤਾਂ ਨਹੀਂ ਕਰ ਸਕਦਾ, ਪਰ ਹਾਂ ਜਿਹੜਾ ਪ੍ਰਸ਼ਾਸਨ ਹੈ, ਸਰਕਾਰਾਂ ਨੇ, ਲੀਡਰ ਸਾਹਿਬਾਨ ਨੇ, ਉਹ ਜ਼ਰੂਰ ਧਿਆਨ ਦੇਣਾ। ਆਪਾਂ ਤਾਂ ਬੇਨਤੀ ਕਰ ਸਕਦੇ ਨਹੀਂ, ਜ਼ਰੂਰੀ ਹੈ ਜੀ। ਤੇ ਲੀਡਰ ਸਾਹਿਬਾਨ ਇਹ ਕੰਮ ਕਰਨ ਲਈ ਧਿਆਨ ਦੇਣ ਤੇ ਬੋਲਣ ਲੱਗਿਆਂ ਬਹੁਤ ਸੋਚ ਵਿਚਾਰ ਕੇ ਬੋਲਣ। ਮੈਂ ਹੁਣੇ ਦੇਖ ਰਿਹਾ ਸੀ ਥੋੜ੍ਹੇ ਸਮੇਂ ਪਹਿਲਾਂ ਮਾਣਯੋਗ ਹਾਈ ਕੋਰਟ ਨੇ ਰਾਮਦੇਵ ਹੋਰਾਂ ਨੂੰ ਕਿਹਾ, ਕੋਈ ਬਾਬਾ ਰਾਮਦੇਵ ਕਹਿੰਦਾ, ਕੋਈ ਕੁਛ ਕਹਿੰਦਾ ਕਿ ਥੋੜ੍ਹਾ ਜਿਹਾ ਧਿਆਨ ਨਾਲ ਜੀ, ਥੋੜ੍ਹਾ ਜਿਹਾ ਬਚ ਕੇ, ਕਿ ਤੁਸੀਂ ਐਸੀ ਕੋਈ ਗੱਲ ਨਾ ਕਰਿਆ ਕਰੋ ਭਾਈ, ਐਸੀ ਸਟੇਟਮੈਂਟ ਨਾ ਦਿਆ ਕਰੋ ਜਿਹਦੇ ਨਾਲ ਲੋਕਾਂ ਦੇ ਵਿੱਚ ਦੁਚਿੱਤੀ ਪੈਦਾ ਹੋਵੇ। ਤੁਹਾਨੂੰ ਯਾਦ ਹੋਣਾ ਜਦੋਂ ਕਰੋਨਾ ਆਇਆ ਸੀ, ਕੋਵਿਡ, ਉਦੋਂ ਰਾਮਦੇਵ ਹੋਰਾਂ ਨੇ ਇੱਕ ਵਾਰੀ ਸਾਡੇ ਕੇਂਦਰ ਸਰਕਾਰ ਦੇ, ਸੂਬਾ ਸਰਕਾਰਾਂ ਦੇ ਮੰਤਰੀਆਂ ਨੂੰ ਸਟੇਜ 'ਤੇ ਖੜ੍ਹਾ ਕੇ ਕਿਹਾ ਸੀ ਕਿ ਆਹ ਲਓ ਜੀ ਦਵਾਈ ਤਿਆਰ ਹੈ ਕਰੋਨਾ ਦੀ। ਸਾਰੀ ਦੁਨੀਆ ਹੈਰਾਨ ਰਹਿ ਗਈ। ਦੁਨੀਆ ਭਰ ਦੇ ਮੀਡੀਆ ਨੇ ਉਹ ਖਬਰ ਦਿਖਾਈ, ਕਿਉਂਕਿ ਇੱਕ ਤਾਂ ਹੁੰਦਾ ਨਾ ਕਿ ਇੱਕ ਬੰਦਾ ਮੈਂ ਕਹਿ ਦੇਵਾਂ ਕਿ ਦਵਾਈ ਤਿਆਰ ਹੈ ਜੀ, ਇੱਕ ਬੰਦਾ ਜਿਹੜਾ ਕਿ ਪੋਪੂਲਰ ਬੜਾ ਹੈ ਉਹ ਕਹਿੰਦਾ ਹੈ ਤੇ ਮਿਨਿਸਟਰਾਂ ਦੀ ਹਾਜ਼ਰੀ 'ਚ ਕਹਿੰਦਾ ਹੈ, ਤੇ ਮਿਨਿਸਟਰ ਵੀ ਉਹ ਜਿਹੜੇ ਸਿਹਤ ਮਹਿਕਮੇ ਨੂੰ ਰੀਪ੍ਰਜੈਂਟ ਕਰਦੇ ਆ। ਫਿਰ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਉਦੋਂ ਆਈ, ਯਾਰ ਐਕਸਪੈਰੀਮੈਂਟ ਕਰਦਿਆਂ ਨੂੰ ਸਾਲ ਡੇਢ ਸਾਲ ਹੋ ਗਿਆ,
ਕੰਪਨੀਆਂ ਨੂੰ ਰਜਿਸਟ੍ਰੇਸ਼ਨਾਂ ਹੋਈਆਂ, ਉਹ ਦੱਸਦੇ ਆ ਕਿ ਸਾਡੀ ਪੜਤਾਲ ਕਿੱਥੇ ਕੁ ਤੱਕ ਪਹੁੰਚੀ ਹੈ, ਸਾਡੀ ਦਵਾਈ ਦੇ ਕਿੰਨੇ ਐਕਸਪੈਰੀਮੈਂਟ ਹੋਏ ਨੇ, ਉਹ ਐਕਸਪੈਰੀਮੈਂਟ ਕਿੰਨੇ ਕੁ ਪਾਸ ਤੇ ਫੇਲ ਹੋਏ ਆ, ਆਹ ਦਵਾਈ ਜਿਹੜੀ ਹੈ ਉਹ ਇੰਨੇ ਲੋਕਾਂ ਤੇ ਐਕਸਪੈਰੀਮੈਂਟ ਕੀਤਾ ਗਿਆ, ਇੰਨੇ ਜਾਨਵਰਾਂ ਤੇ ਐਕਸਪੈਰੀਮੈਂਟ ਕੀਤਾ ਗਿਆ, ਉਹਦੇ ਸਿੱਟੇ ਆ ਨਿਕਲੇ, ਇਸ ਦਵਾਈ ਦੇ ਇੰਨੇ ਕਸਰ ਹੋ ਸਕਦੇ ਆ, ਆਹ ਬੰਦੇ ਦਵਾਈ ਲੈਣ ਤੇ ਆ ਨਾ ਲੈਣ, ਬੜਾ ਕੁਝ ਸੀ। ਇਹ ਕਹਿੰਦੇ ਬਿਲਕੁਲ ਤਿਆਰ ਕਰਕੇ ਪੇਸ਼ ਕਰਤੀ। ਫਿਰ ਪੁੱਛਿਆ ਤੁਸੀਂ ਐਕਸਪੈਰੀਮੈਂਟ ਕੀਤਾ? ਕਹਿੰਦੇ ਹਾਂਜੀ। ਮੇਰੇ ਖਿਆਲ ਰਾਜਸਥਾਨ ਦਾ ਜ਼ਿਕਰ ਕੀਤਾ ਸੀ ਕਿ ਉਸ ਹਸਪਤਾਲ ਦੇ ਵਿੱਚ, ਮੈਡੀਕਲ ਕਾਲਜ ਦੇ ਵਿੱਚ ਐਕਸਪੈਰੀਮੈਂਟ ਕੀਤਾ। ਉਹ ਕਹਿੰਦੇ ਜੀ ਸਾਡੇ ਹੱਥ ਖੜੇ ਆ, ਸਾਡੇ ਨਾਲ ਇੱਦਾਂ ਦਾ ਕੋਈ ਲੈਣਾ ਦੇਣਾ ਨਹੀਂ। ਚਲੋ ਬਾਅਦ 'ਚ ਕਹਿੰਦੇ ਜੀ ਉਹਦੀ ਥੋੜ੍ਹੀ ਦਵਾਈ ਆ, ਦਵਾਈ ਤਾਂ ਕਿਸੇ ਹੋਰ ਚੀਜ਼ ਦੀ ਆ। ਚਲੋ ਉਦੋਂ ਤੱਕ ਤਾਂ ਹੱਥੀ ਵੇਖ ਗਈ। ਫਿਰ ਉਦੋਂ ਉਹਨਾਂ ਨੇ ਬਾਰ-ਬਾਰ ਕਿਹਾ ਸੀ ਕਿ ਆ ਜਿਹੜੀਆਂ ਅੰਗਰੇਜ਼ੀ ਦਵਾਈਆਂ, ਆ ਜਿਹੜਾ ਸਾਇੰਸ ਆ ਜਿਹੜਾ ਮੈਡੀਸਨ ਦਾ ਇੱਕ ਪੂਰੇ ਦਾ ਪੂਰਾ ਬਾਜ਼ਾਰ ਆ, ਜਾਂ ਇੱਕ ਪੂਰੇ ਦੇ ਪੂਰੇ ਕੰਮ ਆ, ਕਿ ਉਹ ਫੇਲ ਹੈ, ਪੱਲਾ ਹੀ ਕੱਖ ਨਹੀਂ। ਉਦੋਂ ਉਹਨਾਂ ਨੇ ਇੱਕ ਸਟੇਟਮੈਂਟ ਕਿਤੇ ਦੇਤੀ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਜੋ ਬਾਈਡਨ ਨੇ, ਕਿ ਉਹਨਾਂ ਨੇ ਆਹ ਟੀਕੇ ਟੂਕੇ ਲਵਾਏ ਆ ਕੋਵਿਡ ਵਾਲੇ, ਇਹਦੇ ਬਾਵਜੂਦ ਵੀ ਕਰੋਨਾ ਹੋ ਗਿਆ। ਕਹਿੰਦੇ ਜੀ ਤੁਸੀਂ ਆਪ ਹੀ ਹਿਸਾਬ ਲਾ ਲਓ, ਫੇਲ ਆ ਸਾਰਾ ਕੁਛ। ਇਹ ਡਾਕਟਰ ਗਏ ਸੀ ਉਦੋਂ ਇਹਨਾਂ ਦੇ ਖਿਲਾਫ, ਬਹੁਤ ਸਾਰੇ ਅਦਾਲਤ, ਬਹੁਤ ਸਾਰੇ ਡਾਕਟਰਾਂ ਦੀਆਂ ਜਥੇਬੰਦੀਆਂ, ਕਿ ਭਾਈ ਆ ਦੇਖੋ ਕਰੀ ਕੀ ਜਾਂਦੇ ਆ, ਕਿ ਆ ਸਾਰਾ ਕੁਛ ਮੈਡੀਸਨ ਦੇ ਸਿਰ ਦੇ ਉੱਤੇ, ਡਾਕਟਰੀ ਬਾਜ਼ਾਰ ਦੇ ਸਿਰ ਦੇ ਉੱਤੇ ਚੱਲਦਾ। ਤੇ ਜਦੋਂ ਉਹਨਾਂ ਨੇ ਸਾਰਾ ਕੁਝ ਦੱਸਿਆ, ਤੇ ਹੁਣ ਹਾਈ ਕੋਰਟ ਨੇ ਕਿਹਾ ਕਿ ਦੇਖੋ ਭਾਈ ਐਸੀ ਕੋਈ ਗੱਲ ਨਾ ਆਖੋ ਜਿਨ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਦਚਿੱਤੀ ਪੈਦਾ ਹੋਵੇ, ਸਤਿਕਾਰ ਮਾੜਾ ਮੋਟਾ ਕਰ ਲਈਦਾ, ਬੋਲਣ ਲੱਗਿਆ ਸੋਚ ਲਈਦਾ। ਨਹੀਂ, ਇਹ ਤੇ ਗੱਲ ਹੈਗੀ। ਤੁਸੀਂ ਦੇਖੋ ਬਾਬਾ ਜੀ ਨੇ ਪਹਿਲਾਂ ਜਦੋਂ ਸ਼ੁਰੂਆਤ 'ਚ ਐਂਟਰੀ ਮਾਰੀ ਸੀ, ਉਦੋਂ ਬਹੁਤਾ ਕਰਕੇ ਜੇ ਲੋਕਾਂ ਦਾ ਧਿਆਨ ਉਹਨਾਂ ਨਾਲ ਖਿੱਚਿਆ ਗਿਆ ਸੀ, ਉਹ ਢਿੱਡ ਘੁੰਮਣ ਤੋਂ ਖਿੱਚਿਆ ਗਿਆ ਸੀ। ਹਰੇਕ ਬੰਦਾ ਕਹਿੰਦਾ ਗੁਰੂ ਉਹ ਬਾਬਾ ਜੀ ਨੇ, ਉਹ ਬੰਦਾ ਐ ਜੇ ਢਿੱਡ ਅੰਦਰ ਐ ਸੂਟਾ ਜਿਹਾ ਮਾਰ ਕੇ ਖਿੱਚ ਲੈਂਦਾ, ਉਸ ਤੋਂ ਬਾਅਦ ਨਾਲ ਹੀ ਘੁੰਮਣ ਲੱਗ ਪੈਂਦਾ ਢਿੱਡ, ਹੈ ਨਾ। ਫਿਰ ਉਸ ਤੋਂ ਬਾਅਦ ਉਹ ਆਉਂ ਬੁਲਾਉਂ ਕਿ ਪਤਾ ਨਹੀਂ ਕਿਹੜੇ ਕਿਹੜੇ ਆਸਣ ਵੀ ਉਹਨਾਂ ਨੇ ਦੱਸੇ। ਫਿਰ ਹੌਲੀ ਹੌਲੀ ਉਹ ਨਾਲ ਹੀ ਫਿਲਮਾਂ ਵਾਲਿਆਂ ਚੱਕ ਲਿਆ ਕੰਮ। ਫਿਰ ਬਾਬਾ ਜੀ ਰਾਤੋਂ ਰਾਤ ਫੇਮਸ ਹੋਣ ਲੱਗ ਪਏ। ਫਿਰ ਕਦੋਂ ਯੋਗ ਕਰਦੇ ਕਰਦੇ ਉਹ ਦਵਾਈਆਂ ਵਾਲੇ ਪਾਸੇ ਆ ਗਏ, ਉਹ ਸਮਝ ਨਹੀਂ ਲੱਗੀ। ਦਵਾਈਆਂ ਤੋਂ ਘੁੰਮਦੇ ਘੁਮਾਉਂਦੇ ਉਹ ਕਦੋਂ ਆਮ ਪ੍ਰੋਡਕਟਾਂ, ਸੌਦੇ ਪੱਤੇ ਵਾਲੇ ਪਾਸੇ, ਤੇਲ ਵਾਲੇ ਪਾਸੇ, ਸਾਰਾ ਕੁਝ ਹੀ। ਮਤਲਬ ਹੁਣ ਤੇ ਆ ਵੀ ਆਟਾ ਵੀ ਬਾਬੇ ਰਾਮਦੇਵ ਹੋਰਾਂ ਦਾ। ਹੁਣ ਬੰਦਾ ਸੋਚਦਾ ਯਾਰ ਰਾਮਦੇਵ ਕਾ ਆਟਾ ਖਾਤੇ हैं, ਬੰਦਾ ਪੁੱਛੇ ਵੀ ਰਾਮਦੇਵ ਦਾ ਆਟਾ ਥੋੜਾ ਵੀਰ ਮੇਰੇ, ਉਹ ਕਣਕ ਤਾਂ ਕਿਸੇ ਨੇ ਬੀਜੀ, ਬਾਬੇ ਖਰੀਦ ਲਈ ਹੋਊਗੀ ਉਹਦੇ, ਮਤਲਬ ਵੀ ਚੱਕੀ ਜਿੱਥੋਂ ਲਾਈ ਜਾਂ ਆਪ ਲਾਈ ਜਾਂ ਕਿਸੇ ਕੰਪਨੀ ਤੋਂ ਲਾਈ, ਉੱਤੇ ਤਾਂ ਮਾਰਕਾ ਲੱਗਾ ਵੀ ਭਾਈ ਆ ਸਾਡੇ ਵਾਲਾ ਆਟਾ। ਹਾਂ, ਸਰਸੋਂ ਕੋ ਕੱਚੀ ਘਾਣੀ ਦਾ ਤੇਲ ਵੀ ਉਹਨਾਂ ਦਾ ਆ ਗਿਆ, ਬਿਸਕੁਟ ਆ ਗਏ। ਉਹ ਕਿਹੜਾ ਵੀ ਬਾਬੇ ਨੇ ਉੱਥੇ ਆਪ ਆਟਾ ਗੁੰਨਦੇ ਹੈ, ਤੇ ਮਸ਼ੀਨਾਂ ਹੀ ਨੇ ਨਾ, ਜਿੱਦਾਂ ਦੀਆਂ ਕਿਸੇ ਹੋਰ ਉਹਨਾਂ ਨੇ ਲਾਈਆਂ ਉੱਦਾਂ ਦਾ ਉਹਨਾਂ ਦਾ ਕੰਮ। ਪਿਛਲੇ ਦਿਨ ਇੱਕ ਹੋਰ ਵੀ ਬੜੀ ਚਰਚਾ ਚੱਲੀ ਸੀ, ਇੱਕ ਰੁਚੀ ਸੋਇਆ ਕਰਕੇ ਕੰਪਨੀ ਸੀ। ਉਹ ਪਹਿਲਾਂ ਜਦੋਂ ਸ਼ੁਰੂ ਜਿਹੇ 'ਚ ਕਹਿੰਦੇ ਯਾਰ ਇਹ ਕਿਹੜੀ ਕੰਪਨੀ ਜੋ ਕੰਪਨੀ ਹੈ, ਫਿਰ ਜਦੋਂ ਦੀ ਬਾਬਿਆਂ ਨੇ ਖਰੀਦ ਲਈ, ਉਦੋਂ ਬਾਅਦ ਕਹਿੰਦੇ ਵੀ ਉਹਨਾਂ ਦਾ ਸ਼ੇਅਰ ਹੀ ਐ ਰਾਕਟ ਬਣਿਆ, ਵੀ ਕੋਈ ਸਮਝੋ ਬਾਹਰ ਹੋ ਗਈ ਕਹਾਣੀ। ਫਿਰ ਰੌਲਾ ਰੱਪਾ ਪੈਣ ਲੱਗ ਪਿਆ ਵੀ ਯਾਰ ਇੰਨੇ 1000 ਕਰੋੜ ਦੀ ਪ੍ਰਾਪਰਟੀ ਇੰਨੀ ਹੋ ਗਈ, ਇੰਨੀ ਰਿਟਰਨ ਇੱਧਰੋਂ ਆਉਣ ਲੱਗ ਪਈ, ਇੰਨੀ ਰਿਟਰਨ ਉੱਧਰੋਂ ਆਉਣ ਲੱਗ ਪਈ। ਫਿਰ ਜਦੋਂ ਇਹੋ ਜਿਹੀਆਂ ਗੱਲਾਂ ਪਿੰਡੀ ਥਾਈਂ ਕਿਤੇ ਉਸੇ ਮਾਈ ਨਾਲ ਕਰੀਦੀਆਂ ਨਾ, ਜਿਹਦੀ ਸ਼ੁਰੂ ਚਾਹੀਦਾ ਵੀ ਹਾਂ ਪੁੱਤ ਮੈਂ ਨਾ ਗੋਲੀਆਂ ਲਿਆਈਆਂ ਉਹਨਾਂ ਦੀਆਂ, ਤੇ ਉਦੋਂ ਦਾ ਮੇਰਾ ਥੋੜਾ ਠੀਕ ਹੈ, ਗੈਸ ਗੂਸ ਨਹੀਂ ਹੁੰਦੀ। ਉਹਨੂੰ ਜੋ ਦੱਸੀਦਾ ਵੀ ਮਾਤਾ ਬਾਬਿਆਂ ਦਾ ਤੇ ਆਹ ਕਾਰੋਬਾਰ, ਤੁਹਾਨੂੰ ਤੇ ਕਹਿੰਦੇ ਵੀ ਛੱਡ ਦਿਓ ਸਾਰਾ ਕੁਛ, ਤੁਸੀਂ ਇਹਦਾ ਸਰੀਰ ਵੀ ਛੱਡ ਦਿਓ ਭਾਵੇਂ, ਤੇ ਬਾਬੇ ਦੀ ਇੱਧਰ ਆਮਦਨ ਇੱਦਾਂ ਕਮਾਈ ਹੈ। ਫਿਰ ਮਾਈਆਂ ਇੱਕੋ ਗੱਲ ਕਹਿੰਦੀਆਂ ਹੁੰਦੀਆਂ ਐਂਡ ਤੇ, ਪਤਾ ਕੀ ਪੁੱਤ ਆਪਾਂ ਨਹੀਂ ਨਿੰਦਿਆ ਕਰਨੀ, ਮਹਾਰਾਜ ਆਪੇ ਦੇਖੋ। ਆਹੋ, ਬਾਬਿਆਂ ਨੂੰ ਪਤਾ ਸਾਰਾ ਕੁਝ, ਮਹਾਰਾਜ ਵੇਂਦਾ, ਕੋਈ ਗੱਲ ਨਹੀਂ। ਹੁਣ ਗੱਲ ਇਹ ਆ ਵੀ ਜੇ ਆਮ ਲੋਕਾਂ ਦਾ ਵਿਸ਼ਵਾਸ ਇਸ ਤਰ੍ਹਾਂ, ਤੇ ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਵੀ ਯਾਰ ਜਿਹੜਾ ਵਿਸ਼ਵਾਸ ਉਹਨੂੰ ਬਣਾਈ ਰੱਖਣ ਦੇ ਲਈ ਆਪਾਂ ਨੂੰ ਆਪਣੀਆਂ ਸਟੇਟਮੈਂਟਾਂ, ਆਪਣੇ ਬਿਆਨ, ਜਾਂ ਆਪਣੇ ਪਿਛਲੇ ਸਮੇਂ ਦੇ ਵਿੱਚ ਯਾਰਾਨੇ ਕਦੀ ਕਿਸੇ ਰਾਜਨੀਤਿਕ ਪਾਰਟੀ ਨੇ, ਕਦੀ ਕਿਸੇ ਰਾਜਨੀਤਿਕ ਪਾਰਟੀ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਸਾਫ਼ ਰੱਖਣਾ ਚਾਹੀਦਾ। ਕਿਉਂਕਿ ਜਿਹੜਾ ਹੁੰਦਾ ਨਾ ਸ਼ਰਧਾਲੂ, ਉਹਦੀ ਜਦੋਂ ਸ਼ਰਧਾ ਟੁੱਟਦੀ ਫਿਰ ਉਹਨੂੰ ਦੁੱਖ ਬੜਾ ਹੁੰਦਾ। ਦੇਖੋ ਸੰਧਾਲੀਆ ਸਾਹਿਬ, ਗੱਲ ਪਤਾ ਕੀ ਹੈ, ਜੇ ਹਾਈ ਕੋਰਟ ਉਹਨਾਂ ਨੂੰ ਸੱਦ ਵੀ ਲੈਂਦੀ, ਸੱਦਿਆ ਨਹੀਂ, ਕੱਲ੍ਹ ਨੂੰ ਕੋਈ ਪੱਤਰਕਾਰ ਵੀ ਪੁੱਛ ਲਓ, ਉਹਨਾਂ ਝੱਟ ਮੁੱਕਰ ਜਾਣਾ, ਝੱਟ ਹੀ ਮੁੱਕਰ ਜਾਣਾ ਉਹਨਾਂ ਨੇ। ਆ ਪਿੱਛੇ ਜਿਹੇ ਹਾਥੀ ਦੇ ਉੱਤੇ ਚੜ੍ਹ ਕੇ ਯੋਗ ਕਰਦੇ ਸੀ, ਉਹ ਪਤਾ ਨਹੀਂ ਹਾਥੀ ਮੜ ਜਿਹਾ ਹਿੱਲਿਆ ਕਿ ਇਹਨਾਂ ਦਾ ਪੈਰ ਇੱਧਰ ਉੱਧਰ ਰੱਖ ਹੋ ਗਿਆ, ਪੜਕ ਦੇ ਨਹੀਂ ਥੱਲੇ ਆਏ, ਸੈਕਿੰਡ ਟੈਕ ਲਾਇਆ, ਲੋਕਾਂ ਨੂੰ ਪਤਾ ਨਹੀਂ ਲੱਗਦਾ, ਉੱਠ ਖੜੇ ਹੋ ਗਏ। ਉਨੀ ਉੱਪਰੋਂ ਮੇਰੇ ਤੁਹਾਡੇ ਵਰਗੇ ਡਿੱਗਿਆ ਤਾਂ 3 ਮੋਛੇ ਪੈਣੇ ਸੀ। ਨਹੀਂ, ਮੋਛੇ ਵੀ ਪੈਣੇ ਸੀ। ਉਦੋਂ ਬਾਅਦ ਹੋ ਸਕਦਾ ਵੀ ਹਾਥੀ ਬਾਅਦ ਚੋਂ ਸੁੰਡ ਨਾਲ ਠਾਉਂਦਾ ਵੀ ਉੱਠ, ਤਾਂ ਕੀ ਗੱਲ ਹੋ ਗਈ। ਚਲੋ ਕੱਲ ਕਹਿਣ ਤੋਂ ਭਾਵੇਂ ਆ ਕਿ ਵੀ ਜਿਹੜੀ ਵੀ ਚੀਜ਼ ਜਿਵੇਂ ਵੀ ਆ, ਜੇ ਉਹ ਅਦਾਲਤਾਂ ਤੱਕ ਪਹੁੰਚਦੀ ਆ, ਮੈਂ ਨਾ ਚੰਗਾ ਕੀਤਾ ਮਾਣਯੋਗ ਅਦਾਲਤ ਨੇ ਜੇ ਟਿੱਪਣੀ ਕੀਤੀ ਆ ਵੀ ਮਹਾਰਾਜ ਹਰੇਕ ਚੀਜ਼ ਦਾ ਤੁਸੀਂ ਖਿਆਲ ਰੱਖਿਆ ਕਰੋ। ਕਿਉਂਕਿ ਗੱਲ ਇਹ ਆ ਕਿ ਵੀ ਕਿਸੇ ਥਾਂ ਤੋਂ ਕਹੀ ਹੋਈ ਇੱਕ ਗੱਲ ਦਾ ਪਤਾ ਨਹੀਂ ਕਿੱਥੇ ਕਿਹਦੇ ਤੇ ਕਿਵੇਂ ਦਾ ਅਸਰ ਹੋਣਾ। ਨਹੀਂ, ਗੱਲ ਠੀਕ ਹੈ। ਉਧਰ ਪਿਛਲੇ ਦਿਨੀ ਗਏ ਸੀ ਅਬੋਹਰ ਵਾਲੇ ਪਾਸੇ, ਕਾਂਗਰਸ ਪਾਰਟੀ ਦੇ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਨੇ ਉੱਥੇ ਜਾ ਕੇ ਵਾਹਵਾ ਇਕੱਠ-ਮੱਠ ਕੀਤਾ, ਕਿਉਂਕਿ ਅਬੋਹਰ ਸੁਨੀਲ ਜਾਖੜ ਸਾਹਿਬ ਦਾ ਹਲਕਾ, ਅੱਜ ਕੱਲ੍ਹ ਸੰਦੀਪ ਜਾਖੜ ਹੋਰੀ ਉੱਥੋਂ MLA ਨੇ, ਉਹਨਾਂ ਦੇ ਭਤੀਜਾ ਸਾਹਿਬ ਕਾਂਗਰਸ ਦੇ MLA, ਉੱਥੇ ਜਾ ਕੇ ਇਕੱਠ-ਮੱਠ ਕੀਤਾ ਵਾਹਵਾ। ਤੇ ਵੜਿੰਗ ਸਾਹਿਬ ਨੇ ਉੱਥੇ 2 ਸਟੇਟਮੈਂਟਾਂ ਦਿੱਤੀਆਂ। ਉਹ ਕਹਿੰਦੇ ਇੱਕ ਤਾਂ ਜਿਹੜੇ ਬੰਦੇ ਸਾਡੀ ਪਾਰਟੀ ਦੇ ਆਏ ਨਹੀਂ, ਅੱਜ ਨੋਟਿਸ ਕੱਢੂੰਗਾ, ਕਾਰਨ ਦੱਸੋ, ਕਾਰਵਾਈ ਕਰਾਂਗੇ, ਇੱਦਾਂ ਨਹੀਂ ਛੱਡਦੇ। ਦੂਸਰਾ, ਉਹ ਕਹਿੰਦੇ ਜਾਖੜ ਸਾਹਿਬ ਨੇ ਅੱਜ ਤੱਕ ਕੋਈ ਲੀਡਰ ਇੱਥੇ ਉੱਠਣ ਨਹੀਂ ਦਿੱਤਾ,
ਜਾਖੜ ਸਾਹਿਬ ਨੇ ਕੋਈ ਲੀਡਰ ਉੱਠਣ ਨਹੀਂ ਦਿੱਤਾ। ਹੁਣ ਨਹੀਂ ਕਹਿੰਦੇ ਉਹਨਾਂ ਦੀ ਵਾਪਸੀ, ਉੱਠੋ ਤੁਸੀਂ, ਖੜੇ ਹੋਵੋ, ਹੋਰ ਤਕੜੇ ਹੋਵੋ ਤੁਸੀਂ। ਤੇ ਜਦੋਂ ਉਹਨਾਂ ਨੇ ਕਈ ਕੁਛ ਹੋਰ ਕਿਹਾ ਸੀ, ਸੰਦੀਪ ਜਾਖੜ ਦੇ ਬਾਰੇ ਵੀ ਕਿਹਾ, ਮੂਹਰੇ ਫਿਰ ਸੰਦੀਪ ਜਾਖੜ ਹੋਰਾਂ ਨੇ MLA ਸਾਹਿਬ ਨੇ ਹੋਰ ਕਹਿਤਾ, ਉਹ ਕਹਿੰਦੇ ਜੀ ਪਹਿਲੀ ਗੱਲ, ਪਾਰਟੀ ਨਾਲ ਮੇਰੇ ਵੱਖਰੇਵੇਂ ਜੇ ਹੈਗੇ ਆ ਤਾਂ ਮੈਂ ਮੀਡੀਆ 'ਚ ਗੱਲ ਨਹੀਂ ਕਰਨੀ। ਮੈਨੂੰ ਕਹਿੰਦੇ ਸੱਦਣ, ਉਹਨਾਂ ਨੇ ਕਿਹਾ ਸੀ ਕਦੇ ਮੀਟਿੰਗ 'ਚ ਨਹੀਂ ਆਏ, ਕਹਿੰਦੇ ਸੰਦੀਪ ਜਾਖੜ ਹੋਰੀ ਕਹਿੰਦੇ ਕਿ ਜੇ ਮੈਂ ਕਦੇ ਮੀਟਿੰਗ 'ਚ ਨਹੀਂ ਗਿਆ, ਮੈਨੂੰ ਨੋਟਿਸ ਭੇਜੋ, ਮੈਨੂੰ ਸੱਦੋ, ਮੈਨੂੰ ਪੁੱਛੋ ਕਿ ਮੈਂ ਮੀਟਿੰਗ 'ਚ ਕਿਉਂ ਨਹੀਂ ਆਇਆ, ਮੈਂ ਤੁਹਾਨੂੰ ਕਾਰਨ ਦੱਸੂਗਾ। ਮੈਂ ਕਹਿੰਦੇ ਪਿੱਛੇ ਜਦੋਂ ਵਿਧਾਨ ਸਭਾ ਦਾ ਸੈਸ਼ਨ ਸੀ ਉਦੋਂ ਬੋਲਿਆ, ਕਾਂਗਰਸ ਪਾਰਟੀ ਦੇ MLA ਦੇ ਤੌਰ ਤੇ ਬੋਲਿਆ, ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਕਹਿੰਦੇ ਜੀ ਸਮਾਂ ਦਿੱਤਾ, ਬੋਲਿਆ ਮੈਂ ਉੱਥੇ, ਰਾਜਾ ਵੜਿੰਗ ਸਾਹਿਬ ਨਾਲ ਦੁਆ ਸਲਾਮ ਵੀ ਹੋਈ ਆ। ਮੈਂ ਕਹਿੰਦੇ ਨਹੀਂ ਜਾ ਰਿਹਾ ਪਾਰਟੀ ਦੇ ਪ੍ਰੋਗਰਾਮਾਂ ਦੇ ਵਿੱਚ, ਜੇ ਕਿਸੇ ਨੂੰ ਲੱਗਦਾ ਕੋਈ ਮਾੜੀ ਮੋਟੀ ਗੱਲ, ਮੈਨੂੰ ਮੇਰਾ ਦੁੱਖ ਦਰਦ ਕੋਈ ਪੁੱਛੇ ਤਾਂ ਮੈਂ ਦੱਸੂਗਾ। ਸਿੱਧਾ ਕਹਿੰਦੇ ਜੇ ਹਲਕੇ 'ਚ ਆ ਜਾਣਾ, ਸਾਨੂੰ ਸੱਦਣਾ ਨਾ, ਤੇ ਉੱਥੇ ਆ ਕੇ ਮੀਟਿੰਗ ਕਰਨੀ, ਤੇ ਮੀਟਿੰਗ ਕਰਕੇ ਆ ਕੁਛ ਕਹਿਣਾ। ਕਹਿੰਦੇ ਮੈਂ ਤਾਂ ਸਿੱਧਾ ਕਹਿਣਾ ਕਿ ਭਾਈ ਮੈਂ ਚੈਲੰਜ ਕਰਦਾ ਕਿ ਤੁਸੀਂ ਮੈਨੂੰ ਸੱਦੋ ਕਿਸੇ ਪਾਸੇ, ਤੇ ਮੈਂ ਫਿਰ ਉੱਥੇ ਆ ਕੇ ਆਪਣੀ ਗੱਲ ਰੱਖਦਾ, ਤੇ ਮੈਨੂੰ ਉਹਨਾਂ ਗੱਲਾਂ ਦੇ ਜਵਾਬ ਦਿਓ। ਹੁਣ ਸੰਧਾਲੀਆ ਸਾਹਿਬ ਤੀਸਰੇ ਬੰਦੇ ਵਰਿੰਦਰ ਢਿੱਲੋਂ ਵਿੱਚ ਪੈ ਗਿਆ, ਉਹ ਕਹਿੰਦੇ ਜਾਖੜ ਸਾਹਿਬ ਅਸਤੀਫਾ ਦੇ ਦਿਓ ਨਾ। ਕੀ ਤੁਸੀਂ ਰਾਹੁਲ ਗਾਂਧੀ ਨੂੰ ਕਹਿੰਦੇ ਜੀ ਲੀਡਰ ਮੰਨਦੇ ਹੋ ਆਪਣਾ? ਕਿ ਤੁਸੀਂ ਕਾਂਗਰਸ ਪਾਰਟੀ ਦੇ ਬੰਦੇ ਹੈਗੇ ਆ? ਕਿ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਮੁਖਾਲਫਤ ਕਿਉਂ ਨਹੀਂ ਕਰਦੇ? ਤੁਸੀਂ ਇਹ ਤਿੰਨੇ ਚੀਜ਼ਾਂ ਨਹੀਂ ਕਰਦੇ ਤਾਂ ਮਤਲਬ ਤੁਹਾਨੂੰ ਕੋਈ ਹੱਕ ਨਹੀਂ, ਤੁਸੀਂ ਅਸਤੀਫਾ ਦਿਓ, ਵਿਧਾਨ ਸਭਾ ਦੀ ਸੀਟ ਖਾਲੀ ਹੋਵੇ, ਦੁਬਾਰਾ ਚੋਣ ਲੜੋ ਜੇ ਤੁਹਾਨੂੰ ਲੱਗਦਾ ਤੁਸੀਂ ਬਿਨਾਂ ਕਾਂਗਰਸ ਤੋਂ ਜਿੱਤ ਗਏ ਆ। ਜਦੋਂ ਬੰਦਾ ਇਹੋ ਜਿਹੀਆਂ ਗੱਲਾਂ ਕਰੇ ਨਾ, ਹਾਂਜੀ, ਇਹ ਆਪਾਂ ਇਹਨੂੰ ਇਦਾਂ ਨਹੀਂ ਜੋੜਦੇ, ਪਰ ਇਦਾਂ ਦੀ ਜਿਹਦੀ ਮਤਲਬ ਸਿਚੁਏਸ਼ਨ ਜੀ ਬਣਦੀ ਹੋਵੇ, ਉੱਥੇ ਆਮ ਪਿੰਡਾਂ ਥਾਵਾਂ ਤੇ ਇੱਕ ਡਾਇਲੋਗ ਹੁੰਦਾ, ਤੂੰ ਬਾਹਲਾ ਸਿਆਣਾ ਹੈ ਨਾ। ਹੁਣ ਮਤਲਬ ਜਾਖੜ ਸਾਹਿਬ ਦਾ ਜਿਹੜਾ ਬਿਆਨ ਆਇਆ ਉਹ ਵੀ ਮੈਨੂੰ ਇਦਾਂ ਇਹਦਾ ਲੱਗਦਾ ਵੀ ਤੂੰ ਬਾਹਲਾ ਸਿਆਣਾ ਵਾਲੀ ਗੱਲ, ਕਿਉਂਕਿ ਜਾਖੜ ਸਾਹਿਬ ਕਹਿੰਦੇ, ਉਹ ਕਹਿੰਦੇ ਵੀ ਦੇਖੋ ਗੱਲ ਆ ਵੀ ਆ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਬਿਲਕੁਲ ਇਹਨਾਂ ਮੇਨ ਇਦਾਂ, ਉਹ ਕਹਿੰਦੇ ਵੀ ਨਾਰਾਜ਼ਗੀਆਂ ਨੇ, ਹੁਣ ਜੇ ਪਾਰਟੀ ਦੇ ਨਾਲ ਗੱਲ ਠੀਕ ਆ ਤੁਸੀਂ ਪੁੱਛੋ, ਹੀ ਦੱਸਾਂਗੇ। ਕਹਿੰਦੇ ਬਹੁਤੀ ਤੰਗੀ ਫਿਰ ਕੱਢ ਦੋ ਮੈਨੂੰ ਪਾਰਟੀ 'ਚੋਂ, ਵੀ ਮੈਂ ਨਹੀਂ ਦਿੰਦਾ ਅਸਤੀਫਾ, ਤੁਹਾਨੂੰ ਲੱਗਦਾ ਬੰਦਾ ਇਦਾਂ ਬੰਦਾ ਉੱਦਾਂ, ਆਹ ਨਹੀਂ ਤੇ ਠੀਕ ਆ ਤੁਸੀਂ ਮੈਨੂੰ ਪਾਰਟੀ 'ਚੋਂ ਕੱਢ ਦਿਓ। ਹੁਣ ਗੱਲ ਇਹ ਆ ਵੀ ਉਹ ਬਾਹਲੇ ਸਿਆਣੇ ਵਾਲੀ ਗੱਲ ਮੈਂ ਤਾਂ ਕਹੀ ਕਿਉਂਕਿ ਪਤਾ ਉਹਨਾਂ ਨੂੰ ਵੀ ਜੇ ਅਸਤੀਫਾ ਦਿੱਤਾ ਫਿਰ ਕੁਰਸੀ ਜਾਂਦੀ ਲੱਗਣੀ, MLA-ਸ਼ਿਪ ਜਾਂਦੀ ਲੱਗਣੀ ਹੈ, ਤੇ ਜੇ ਪਾਰਟੀ ਕੱਢ ਦੇਵੇ ਫਿਰ MLA ਦੇ MLA ਰਹਿ ਜਾਣ। ਸੋ ਇਸ ਕਰਕੇ ਜਿਹੜਾ ਪੇਚ ਆ ਉਹ ਫਸ ਗਿਆ ਵੀ ਭਾਈ ਸਾਹਿਬ MLA ਦੀ ਉੱਥੋਂ ਕੁਰਸੀ ਖਾਲੀ ਕਰਵਾਈਏ, ਇਹ ਅਸਤੀਫਾ ਦੇ ਦੇਣ। ਉਹ ਇੱਥੇ ਫਸ ਗਏ ਨੇ ਵੀ ਅਸਤੀਫਾ ਤਾਂ ਨਹੀਂ ਮਿੱਤਰੋ ਮੈਂ ਦੇਣਾ, ਤੁਹਾਨੂੰ ਬਹੁਤੀ ਗੱਲ ਹੈ ਵੀ ਮੈਂ ਤੁਹਾਡੀ ਪਾਰਟੀ ਦੇ ਨਾਲ ਨਹੀਂ ਆਉਂਦਾ, ਪ੍ਰੋਗਰਾਮਾਂ 'ਚ ਨਹੀਂ ਆਉਂਦਾ, ਮੈਂ ਫਲਾਣੇ ਨੂੰ ਪ੍ਰਧਾਨ ਨਹੀਂ ਮੰਨਦਾ ਜਾਂ ਲੀਡਰ ਨਹੀਂ ਮੰਨਦਾ, ਤੁਸੀਂ ਮੈਨੂੰ ਪਾਰਟੀ 'ਚੋਂ ਕੱਢ ਦਿਓ। ਪਰ ਇੱਕ ਗੱਲ ਹੈ, ਇਹ ਅੱਜ ਦੀ ਗੱਲ ਤਾਂ ਨਹੀਂ ਸ਼ੁਰੂ ਹੋਈ। ਮੇਰਾ ਖਿਆਲ ਜਦੋਂ ਜਾਖੜ ਸਾਹਿਬ ਦੇ ਪਿੰਡ ਪਹਿਲੀ ਵਾਰ ਅਕਾਲੀ ਦਲ ਗਿਆ ਸੀ, ਤੁਹਾਨੂੰ ਯਾਦ ਹੋਣਾ ਸੁਖਬੀਰ ਬਾਦਲ ਸਾਹਿਬ ਗਏ ਸੀਗੇ, ਉਦੋਂ ਕੰਮ ਚੱਲ ਪਿਆ, ਤੇ ਉਦੋਂ ਕਿੰਨੇ ਕੁ ਬੰਦੇ ਕਾਂਗਰਸ ਪਾਰਟੀ ਵਾਲੇ ਪਾਸੋਂ ਜਾਖੜ ਸਾਹਿਬ ਦੇ ਨਾਲ ਖਲੋਤੇ ਸੀ, ਮੈਂ ਕਿਹਾ ਲੋਕਾਂ ਨੂੰ ਪਤਾ ਲੱਗ ਹੀ ਗਿਆ ਸੀ। ਹੋ ਸਕਦਾ ਉਦੋਂ ਦੀ ਨਾਰਾਜ਼ਗੀ ਤੁਰੀ ਆਉਂਦੀ ਹੋਵੇ ਵੀ ਯਾਰ ਅਗਲੇ ਬੰਦੇ ਦੇ ਮੇਰੇ ਬੂਹੇ ਅੱਗੇ ਆ ਗਏ ਤੇ ਪਾਰਟੀ ਜਿਹੜੀ ਉਹ ਮੇਰੇ ਨਾਲ ਖੜੀ ਨਹੀਂ। ਉਹਦੇ ਤੋਂ ਬਾਅਦ ਹੌਲੀ ਹੌਲੀ ਆਪਾਂ ਦੇਖਿਆ ਸੀ ਵੀ ਜਾਖੜ ਸਾਹਿਬ ਪਿਛਾਂ ਹਟਦੇ ਬਹੁਤ ਹੀ ਸਰਗਰਮ ਰਹੇ ਨਹੀਂ ਰਹੇ। ਤੇ ਹੁਣ ਮੈਨੂੰ ਲੱਗਦਾ ਵੀ ਜੇ ਜਾਖੜ ਸਾਹਿਬ ਤੋਂ ਬਾਅਦ ਉਹਨਾਂ ਦੇ ਭਤੀਜੇ ਦਾ ਕਰਕੇ ਵੀ ਉੱਥੇ ਅਗਲੇ ਆਉਂਦੇ ਨੇ ਵੀ ਹੁਣ ਪਹਿਲਾਂ ਵਿਰੋਧੀ ਗਏ ਸੀ, ਹੁਣ ਉਹਨਾਂ ਦੀ ਆਪਣੀ ਪਾਰਟੀ ਵਾਲੇ ਉਹਨਾਂ ਦੇ ਪਿੰਡ ਜਾ ਕੇ ਜਦੋਂ ਇਹੋ ਜਿਹੀਆਂ ਗੱਲਾਂ ਕਰਨਗੇ ਤੇ ਫਿਰ ਆਪਾਂ ਬੰਦੇ ਤੋਂ ਆਸ ਕਰੀਏ ਵੀ ਹੁਣ ਤੁਸੀਂ ਦੁਬਾਰਾ ਆ ਕੇ ਤੇ ਬਹਿ ਕੇ ਗੱਲ ਕਰੋ, ਮੁਸ਼ਕਲ ਲੱਗਦੀ ਹੈ ਗੱਲ। ਦੇਖੋ ਮੁਸ਼ਕਲ ਵੀ ਹੈਗੀ ਹੈ, ਵੈਸੇ ਵੀ ਉੱਥੇ ਇੱਦਾਂ ਹੁੰਦਾ ਕਿ ਮੰਨ ਲਓ ਕਾਂਗਰਸ ਪਾਰਟੀ ਦੇ ਕੌਂਸਲਰ ਲਾ ਲਓ, ਮੰਨ ਲਓ 40 ਸੀਗੇ ਤਾਂ ਵਿੱਚੋਂ 3 ਆਏ ਨਹੀਂ, ਉਹਨਾਂ ਨੂੰ ਤਾਂ ਨੋਟਿਸ ਕੱਢ ਦਿੰਦੇ, ਕਹਿੰਦੇ ਆਏ 2-3, ਬਾਕੀ ਆਏ ਨਹੀਂ। ਹੁਣ ਇਹਦਾ ਮੰਨ ਲਓ ਥੱਬਾ ਨੋਟਿਸਾਂ ਦਾ ਕੱਢਣਾ ਪਊਗਾ। ਨਹੀਂ ਉਹ ਜਿਹੜੇ 2-3 ਆਏ ਉਹਨਾਂ ਨੂੰ ਕੱਢ ਦੇਣ, ਤੁਸੀਂ ਕਰਦੇ ਹੋਏ ਬਾਕੀਆਂ ਨੂੰ ਸਾਂਝਾ ਨੋਟਿਸ ਕੱਢ ਦੇਣ। ਇੱਕ ਹੋਰ ਵੀ ਹੈ, ਮੈਨੂੰ ਚੇਤਾ ਆਉਂਦਾ ਹੁਣ ਕਿ ਵੜਿੰਗ ਸਾਹਿਬ ਪਿਛਲੇ ਲੰਬੇ ਸਮੇਂ ਤੋਂ MLA ਨੇ, ਰਾਜਾ ਵੜਿੰਗ ਸਾਹਿਬ MP ਦੀ ਇਲੈਕਸ਼ਨ ਵੀ ਲੜੀ। ਹੁਣ ਉਹਨਾਂ ਨੇ ਕਿਹਾ ਕਿ ਜਾਖੜ ਸਾਹਿਬ ਨੇ ਕੋਈ ਲੀਡਰ ਉੱਠਣ ਨਹੀਂ ਦਿੱਤਾ, ਜਦੋਂ ਨਹੀਂ ਸੀ ਉੱਠਣ ਦਿੱਤਾ ਉਦੋਂ ਨਾਲ ਹੀ ਸੀ ਆਪਾਂ, ਯਾਨੀ ਜਦੋਂ ਨਹੀਂ ਸੀ ਉੱਠਣ ਦੇ ਰਿਹਾ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਜਾਖੜ ਸਾਹਿਬ ਕਿਸੇ ਨੂੰ ਉੱਠਣ ਦਿਓ, ਸਾਰੇ ਹੀ ਬਿਠਾ ਛੱਡੇ ਜੇ, ਸਾਰੇ ਹੀ ਲੰਮੇ ਪਾ ਛੱਡੇ ਜੇ, ਤੁਸੀਂ ਮਰ ਜਾ ਕਿਸੇ ਨਾ ਕਿਸੇ ਨੂੰ ਉੱਠਣ ਦਿਓ। ਹੁਣ ਉਦੋਂ ਜਾਖੜ ਸਾਹਿਬ ਵਧੀਆ ਸੀ, ਹੁਣ ਜਾਖੜ ਸਾਹਿਬ ਚਲੇ ਗਏ ਤੇ ਉਦੋਂ ਆਪਾਂ ਕਹਿੰਦੇ ਜੀ ਕਿਸੇ ਨੇ ਉੱਠਣ ਨਹੀਂ ਦਿੱਤਾ। ਬਾਕੀ ਇਹ ਵੀ ਹੈ, ਮੈਂ ਸੋਚ ਰਿਹਾ ਸੀ ਵਰਿੰਦਰ ਢਿੱਲੋਂ ਹੋਰੀ ਵੀ ਐ ਤੱਤਾ ਹੀ ਰਹਿੰਦੇ ਆ, ਯਾਨੀ ਕੋਈ ਲੋਕਲ ਕਾਲ ਵਾਲੀ ਗੱਲ ਨਹੀਂ। ਤੁਹਾਨੂੰ ਯਾਦ ਹੋਣਾ ਜਦੋਂ ਕਾਂਗਰਸ ਪਾਰਟੀ ਨੇ ਟਿਕਟਾਂ ਅਜੇ ਵੰਡੀਆਂ ਹੀ ਸੀ, ਅਜੇ ਇਲੈਕਸ਼ਨ ਚੱਲਦੀ ਸੀ, ਆਪਣੇ ਹੀ ਜ਼ਿਲ੍ਹੇ ਦੇ ਇੱਕ ਕਾਂਗਰਸੀ ਲੀਡਰ ਦੇ ਉਹ ਗੱਲ ਪੈਣ ਲੱਗ ਪਈ ਉਦੋਂ ਕਿ ਭਾਈ ਉਹਨੇ ਐਂ ਕਰਤਾ, ਇੱਦਾਂ ਕਰਦੇ, ਦਖਲਅੰਦਾਜ਼ੀ ਕਰਦੇ ਆ। ਉਹਦੇ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਹਾਰ ਗਿਆ। ਸਿੱਧੂ ਸਾਹਿਬ ਉਦੋਂ ਪ੍ਰਧਾਨ ਹੀ ਸੀ, ਚੰਡੀਗੜ੍ਹ ਦੇ ਵਿੱਚ ਹੀ ਧਰਨਾ ਲੱਗਾ ਸੀ, ਸਿੱਧੂ ਸਾਹਿਬ ਉਦੋਂ ਅੰਦਰ ਨਹੀਂ ਸੀਗੇ, ਪ੍ਰਧਾਨ ਵੀ ਸੀਗੇ। ਉਦੋਂ ਸਿੱਧੂ ਸਾਹਿਬ ਦੇ ਗੱਲ ਪੈ ਗਏ, ਸਿੱਧੂ ਸਾਹਿਬ ਨਾ ਲਾਓ, ਸਿੱਧੂ ਸਾਹਿਬ ਨਾ ਲੈ ਕੇ ਆਓ, ਐਂ ਨਾ ਗੱਲ ਕਰੋ, ਵਰਕਰਾਂ ਦੇ ਉੱਤੇ ਬੁਰਾ ਪ੍ਰਭਾਵ ਪੈਂਦਾ। ਹੁਣ ਅਗਲੇ ਸੰਦੀਪ ਉਹਨਾਂ ਦੇ ਗੱਲ ਪੈ ਗਏ। ਅਰੇ ਚਲੋ ਪੈ ਗਏ ਤਾਂ ਪੈ ਗਈ, ਪਰ ਮੈਨੂੰ ਇੱਕ ਗੱਲ ਤੇ ਲੱਗਦੀ ਆ ਵੀ ਇਹ ਭਲਾ ਹੀ ਹੋਇਆ ਉਹਨਾਂ ਦਾ ਵੀ ਇੱਕ ਤਰ੍ਹਾਂ ਨਾਲ, ਕਿਉਂਕਿ ਤੁਸੀਂ ਦੇਖੋ ਵੀ ਆਹ ਗੱਲਾਂ ਜਦੋਂ ਉੱਥੇ ਜਾ ਕੇ ਕੀਤੀਆਂ ਹੋਣਗੀਆਂ ਵੀ ਜਾਖੜ ਸਾਹਿਬ ਨੇ ਕੋਈ ਲੀਡਰ ਨਹੀਂ ਉੱਠਣ ਦਿੱਤਾ ਜੀ,
ਇਹੀ ਸਟੇਟਮੈਂਟ ਅਗਲੇ ਨੇ ਰਿਕਾਰਡ ਕਰਕੇ ਬੀਜੇਪੀ ਵਾਲਿਆਂ ਨੂੰ ਸੁਣਾ ਦੇਣੀ ਆ, ਕਿਉਂਕਿ ਜਾਖੜ ਸਾਹਿਬ ਤੇ ਆਲਰੇਡੀ ਬੀਜੇਪੀ 'ਚ ਨੇ। ਤੇ ਜਦੋਂ ਉੱਤੇ ਜਾ ਕੇ ਉਹਨੇ ਕਿਹਾ ਵੀ ਮਹਾਰਾਜ ਮੈਂ ਤੇ ਨਹੀਂ ਕਹਿੰਦਾ, ਪਾਰਟੀ ਕਹਿੰਦੀ ਆ ਵੀ ਹਲਕੇ 'ਚ ਕਿੰਨਾ ਪ੍ਰਭਾਵ ਆ, ਤੇ ਨਾਲ ਦੀ ਨਾਲ ਇਹਨਾਂ ਨੇ ਕਹਿਣਾ ਵੀ ਜਾਖੜ ਸਾਹਿਬ ਯਾਰ ਵੱਡੀ ਸ਼ਖਸੀਅਤ ਨੇ, ਇਹਨਾਂ ਨੂੰ ਕੋਈ ਨਾ ਕੋਈ ਅਹੁਦਾ ਚਾਹੀਦਾ। ਕਹਿਣ ਤੋਂ ਭਾਵ ਇਹ ਆ ਕਿ ਦੇਖੋ ਪਿਛਲਾ ਸਮਾਂ ਜਿਹੜਾ ਚੱਲਦਾ ਪਿਆ ਉਹ ਚੱਲਦਾ ਪਿਆ ਭਲਾਕੀਆਂ ਦਾ ਜੀ, ਇੱਧਰੋਂ ਭਲਾਕੀ ਮਾਰ ਕੇ ਉੱਧਰ, ਉੱਧਰੋਂ ਉੱਧਰ, ਉੱਧਰੋਂ ਉੱਧਰ, ਤੇ ਬਹੁਤਾ ਕਰਕੇ ਤੇ ਇਹੀ ਨਜ਼ਰ ਆਉਂਦਾ ਵੀ ਜਿਹਨੂੰ ਜਿੱਥੇ ਕਿਤੇ ਜਾਪਦਾ ਘੁੱਟਣ ਮਹਿਸੂਸ ਹੁੰਦੀ ਆ ਉਹਦੇ ਲਈ ਇੱਕ ਨਵੀਂ ਬੱਸ ਅਗਲੇ ਨੇ ਪਾਈ। ਉਹ ਕਹਿੰਦੇ ਸੀਟਾਂ ਖਾਲੀ ਜਿਹੜੀ ਕਹੋ ਉਹੀ ਦੇ ਦਿਆਂਗੇ, ਉਹੀ ਦੇ ਦਿਆਂਗੇ, ਤੇ ਉਹਦੇ ਜਗਲਾ ਫਿਰ ਚੜ੍ਹ ਜਾਂਦਾ ਜਾ ਕੇ ਕਰਨ ਨਾਲੇ ਕਹਿੰਦਾ ਵੀ ਲੈ ਵੀ ਨਾਲੇ ਦੇ ਟਿਕਟ ਲੈ ਲਈ ਨਾਲੇ ਸੀਟ ਮਿਲ ਗਈ। ਉਧਰ ਸੰਦੀਪ ਜਾਖੜ ਹੋਰਾਂ ਜਦੋਂ ਕਿਹਾ ਉਹਨਾਂ ਨੇ ਮੈਨੂੰ ਕੱਢ ਦਿਓ ਪਾਰਟੀ ਚੋਂ, ਜੇ ਉਹਨਾਂ ਦੇ ਘਰਾਂ ਦੇ ਪੁੱਛਿਆ ਹੋਣਾ ਕਿਸੇ ਨੇ ਵੀ ਜੇ ਉਹਨਾਂ ਨੇ ਕੱਢਤਾ, ਉਹ ਕਹਿੰਦੇ ਨਹੀਂ ਕਰਨਾ, ਨਹੀਂ ਜੇ ਉਹਨਾਂ ਨੇ ਕੱਢਤਾ ਨਹੀਂ ਕਰਨਾ, ਉਹਦੇ ਕਿ ਤੁਹਾਨੂੰ ਕਿਹਦਾ ਪਤਾ ਨਹੀਂ ਕਰਨਾ, ਉਹ ਕਹਿੰਦੇ ਬੀਬੀ ਪ੍ਰਨੀਤ ਕੌਰ ਕਿਹੜਾ ਕੱਢੀ ਹੈ ਜੀ ਉਹਨਾਂ ਨੇ। ਵੈਸੇ ਗੱਲ ਹੀ ਹੈ। ਨਹੀਂ ਮੈਨੂੰ ਤਾਂ ਇਹ ਲੱਗਦਾ ਸੀ ਵੀ ਇਹ ਸਟੇਟਮੈਂਟ ਹੋ ਸਕਦਾ ਵੀ ਉਹਨਾਂ ਨੇ ਬਚਾ ਕੇ ਰੱਖੀ ਹੈ ਵੀ ਜੇ 2-3 ਬੰਦੇ ਹੋਰ ਗੱਲ ਪਏ ਜੀ ਤੇ ਹੋ ਸਕਦਾ ਵੀ ਕਿਸੇ ਦਿਨ ਉਹ ਕਹਿ ਦੇਣ ਵੀ ਕਹਿੰਦਾ ਵੀ ਚੰਗਾ ਫਿਰ ਮੇਰਾ ਅਸਤੀਫਾ ਤੇ ਚਲੋ ਬਾਅਦ ਦੀ ਗੱਲ, ਵੀ ਉਧਰੋਂ ਲੈ ਆਓ, ਉਧਰੋਂ ਲੈ ਆਓ, ਹੈ ਨਾ, ਪਟਿਆਲਿਓਂ ਲੈ ਆਓ ਅਸਤੀਫਾ, ਮੈਂ ਤੁਹਾਨੂੰ ਦੇ ਦੇਣਾ ਅਸਤੀਫਾ। ਪਰ ਇਹ ਗੱਲ ਆ ਵੀ ਚਲੋ ਇਹ ਜਿਹੜੀ ਲੜਾਈ ਆ, ਇਹ ਸਾਰੀ ਲੜਾਈ ਦੇ ਵਿੱਚ ਜੇ ਆਪਾਂ ਇਹ ਆਖੀਏ ਵੀ ਉਸ ਹਲਕੇ ਦੇ ਵਾਲੇ ਲੋਕਾਂ ਦਾ ਕੋਈ ਬੈਨੀਫਿਟ ਹੋ ਗਿਆ ਵੀ ਉਹ ਆਖਣ ਵੀ ਲੈ ਯਾਰ ਰਾਤੀ ਲੀਡਰ ਲੜੇ ਗੁਰੂਆ 500 ਰੁਪਈਆ ਸਵੇਰੇ ਸਰਾਣੇ ਥੱਲੋਂ ਨਿਕਲਿਆ, ਅਸੀਂ ਤੇ ਫੇਰ ਦੁਆ ਕਰਦੇ ਵੀ ਅੱਜ ਫੇਰ ਲੜਨ, ਹੋ ਸਕਦਾ 1000 ਰੁਪਈਆ ਸਰਾਣੇ ਥੱਲੋਂ ਨਿਕਲੇ। ਇੱਦਾਂ ਦੀ ਗੱਲ ਕੋਈ ਨਹੀਂ। ਉਹਨਾਂ ਦੇ ਦੁੱਖ ਤਕਲੀਫ ਉਹ ਉਸੇ ਤਰ੍ਹਾਂ ਹੀ ਆ। ਦੇਖੋ ਉੱਥੇ ਦਾ ਕਿੰਨੂ ਜੇ ਸਸਤਾ ਵਿਕਦਾ ਸਸਤਾ ਹੀ ਵਿਕਣਾ, ਉਹ 'ਚ ਕਿੰਨੂ ਹੈ ਨਾ, ਉੱਥੋਂ ਦਾ ਜੇ ਕਿੰਨੂ ਰੁਲਦਾ ਤੇ ਉਹਨੇ ਰੁਲਣਾ ਹੀ ਆ। ਉੱਥੋਂ ਦਾ ਜੇ ਕਿੰਨੂ ਦਾ ਫਲ ਕਿਸੇ ਮੌਸਮੀ ਕਰੋਪੀ ਕਰਕੇ ਝੜਦਾ ਤਾਂ ਉਹਨੇ ਝੜਾ ਹੀ ਜਾਣਾ। ਜੇ ਇਹਨਾਂ ਬਿਆਨਾਂ ਦੇ ਨਾਲ ਸਾਰਾ ਕੁਝ ਠੀਕ ਹੁੰਦਾ ਤਾਂ ਆਪਾਂ ਸਾਰੇ ਲੀਡਰਾਂ ਨੇ ਬਿਆਨ ਦਿਓ ਵੀ ਤੁਹਾਡੇ ਕਰਕੇ ਸਾਡਾ ਸੂਤ ਆਉਂਦਾ ਹੈ, ਸੂਤ ਤਾਂ ਹੁਣ ਆਉਂਦਾ ਹੀ ਨਹੀਂ। ਅੱਗੇ ਤੁਰਦੇ ਹਾਂ, ਅੱਗੇ ਤੁਰੀਏ। ਤੇ ਮਜੀਠੀਆ ਸਾਹਿਬ ਕਿਉਂਕਿ ਹੁਣ ਹੌਲੀ ਹੌਲੀ ਉਹਨਾਂ ਨੇ ਵਧੀਆ ਵੈਸੇ ਪ੍ਰਬੰਧ ਰੱਖਿਆ, ਉਹ ਕਹਿੰਦੇ ਵੀ ਥੋੜ੍ਹੇ ਦਿਨ ਜਾਓ ਇੱਕ ਥਾਂ ਤੇ ਜਾਓ, ਉੱਥੇ ਜਾ ਕੇ ਫਿਰ ਇੱਕ ਤੇ ਪਾਰਟੀ ਵਰਕਰਾਂ ਨਾਲ ਮਿਲਿਆ ਜਾਂਦਾ, ਦੂਸਰਾ ਸਰਗਰਮੀ ਹੋ ਜਾਂਦੀ ਹੈ, ਤੀਸਰਾ ਜਿਹੜਾ ਆਪਣੇ ਵਾਲਾ ਭਾਈਚਾਰਾ ਉਹਨੂੰ ਕੋਈ 2-4 ਬਿਆਨ ਦਿੱਤੇ ਜਾਂਦੇ ਆ। ਹੁਣ ਕਹਿੰਦੇ ਆ ਵੀ ਦਰਬਾਰ ਸਾਹਿਬ ਗਏ ਨੇ ਤੇ ਗੱਲ ਇੱਕ ਉਹ ਜਿਹੜੀ ਮੇਰੇ ਖਿਆਲ ਨਾਲ ਜਿਸ ਦਿਨ ਦੇ ਉਹ ਬਾਹਰ ਆਏ ਨੇ ਉਸੇ ਦਿਨ ਦੀ ਕਹਿੰਦੇ ਪਏ ਤੇ ਹਰ ਥਾਂ ਰਿਪੀਟ ਕਰਦੇ, ਉਹ ਕਹਿੰਦੇ ਵੀ ਜਿਹੜੀ ਬਦਲਾਖੋਰੀ ਵਾਲੀ ਰਾਜਨੀਤੀ ਹੈ ਨਾ ਇਹ ਮਾੜੀ ਆ, ਇਹ ਛੱਡਣੀ ਪੈਣੀ ਹੈ, ਕਿਉਂਕਿ ਇਹਦੇ ਬਿਨਾਂ ਗੁਜ਼ਾਰਾ ਨਹੀਂ। ਮੈਨੂੰ ਲੱਗਦਾ ਹੁੰਦਾ ਵੀ ਇਹ ਜਿਹੜੀ ਬਦਲਾਖੋਰੀ ਵਾਲੀ ਰਾਜਨੀਤੀ ਆ ਇਹ ਉਦੋਂ ਬਿਆਨ ਆਉਂਦੇ ਨੇ ਕਿਸੇ ਵੀ ਲੀਡਰ ਦੇ, ਹੁਣ ਤਾਂ ਚਲੋ ਮਜੀਠੀਆ ਸਾਹਿਬ ਦੇ ਰਹੇ ਨੇ, ਇਸ ਤੋਂ ਪਹਿਲਾਂ ਜਿਨ੍ਹਾਂ ਲੀਡਰਾਂ ਦੇ ਆਪਾਂ ਸੁਣੇ ਨੇ ਉਹ ਉਦੋਂ ਆਉਂਦੇ ਨੇ ਜਦੋਂ ਉਹ ਫਸੇ ਹੁੰਦੇ ਨੇ ਜੀ, ਜਦੋਂ ਉਹਨਾਂ ਦੀ ਸਰਕਾਰੀ ਦਰਬਾਰੇ ਚੱਲਦੀ ਹੁੰਦੀ ਆ ਉਦੋਂ ਉਹਨਾਂ ਦੇ ਵਿਰੋਧੀ ਸੇਮ ਬਿਆਨ ਦਿੰਦੇ ਹੁੰਦੇ ਆ। ਬਿਆਨ ਸੇਮ ਹੁੰਦਾ, ਬਸ ਕੁਰਸੀ ਦਾ ਫਰਕ ਹੁੰਦਾ ਵੀ ਕਿੱਥੇ ਲੱਗੀ। ਦੇਖੋ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਐਨ ਚੰਗੇ ਤਰੀਕੇ ਮੰਨਣੀ ਪਊ, ਇਹ ਗੱਲ ਸਿੱਧ ਹੋ ਗਈ ਇਹ ਪੰਜਾਬ ਲਈ ਠੀਕ ਹੈ ਨਹੀਂ ਠੀਕ, ਪਾਰਟੀ ਲਈ ਠੀਕ ਹੈ ਨਹੀਂ ਠੀਕ, ਉਹ ਵੱਖਰੀ ਗੱਲ ਆ, ਪਰ ਇੱਕ ਗੱਲ ਸਿੱਧ ਹੋ ਗਈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਬਿਨਾਂ ਜੇ ਕੋਈ ਵੱਡੇ ਕੱਦ ਬੁੱਧਾ ਅਕਾਲੀ ਦਲ 'ਚ ਲੀਡਰ ਹੈ ਤਾਂ ਵਿਕਰਮ ਸਿੰਘ ਮਜੀਠੀਆ ਹੀ ਨੇ। ਜਿੰਨੀ ਦੇਰ ਵਿਕਰਮ ਸਿੰਘ ਮਜੀਠੀਆ ਹੋਰੀ ਅੰਦਰ ਰਹੇ ਆ, ਉਹਨਾਂ ਦੇ ਅੰਦਰ ਜਾਣ ਤੋਂ ਬਾਅਦ ਹੀ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਇਆ, ਬਾਅਦ ਵਿੱਚ ਹੀ ਬਗਾਵਤਾਂ ਹੋਈਆਂ ਅਕਾਲੀ ਦਲ ਦੇ ਅੰਦਰ। ਉਹ ਸਾਰੀ ਪ੍ਰਕਿਰਿਆ ਦੇ ਵਿੱਚ ਤੁਸੀਂ ਇੱਕ ਲੀਡਰ ਦਿਖਾ ਦਿਓ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਬਿਨਾਂ, ਜਿਹੜਾ ਲੀਡਰ ਪੰਜਾਬ ਦੇ ਵਿੱਚ ਕਿਸੇ ਪਾਸੇ ਗਿਆ ਹੋਵੇ ਤਾਂ ਦੂਜਾ ਲੀਡਰ ਕਹੇ ਮੈਂ ਬਹੁਤ ਸਵਾਗਤ ਕਰਦਾ, ਜਾਂ ਉਹ ਲੀਡਰ ਆਏ ਨੇ ਉਹਨਾਂ ਨੇ ਸਾਰਾ ਕੰਮ ਆਣ ਕੇ ਸਮੇਟ ਲਿਆ, ਜਾਂ ਮੀਡੀਆ ਨੇ ਕਿਸੇ ਨੂੰ ਇੰਨੀ ਤਵੱਜੋ ਦਿੱਤੀ ਹੋਵੇ। ਹੁਣ ਅਗਲੇ ਭੁੰਦੜ ਸਾਹਿਬ ਹੈਗੇ ਨੇ, ਬਹੁਤ ਸਾਰੇ ਚੰਦੂ ਮਾਇਰਾ ਸਾਹਿਬ ਲੀਡਰ ਨੇ, ਮਲੂਕਾ ਸਾਹਿਬ ਨੇ, ਆ ਪਿੱਛੇ ਜਿਹਾ ਇੱਕ ਕਮੇਟੀ ਬਣਾਈ ਸੀ ਇਕਬਾਲ ਸਿੰਘ ਝੁੰਦਾ ਸਾਹਿਬ ਦੀ ਅਗਵਾਈ 'ਚ, ਉਹ ਵੀ ਲੀਡਰ ਨੇ। ਉਹ ਕਦੇ ਵੀ ਇੰਨੀ ਸਰਗਰਮੀ ਇੰਨੀ ਹਲਚਲ ਪੈਦਾ ਨਹੀਂ ਕਰਦੇ, ਮਜੀਠੀਆ ਸਾਹਿਬ ਕਰ ਦਿੰਦੇ ਆ। ਹੁਣ ਉਹ ਜਿੱਥੇ ਜਾਂਦੇ ਆ ਵਰਕਰ ਉਹਨਾਂ ਦਾ ਸਵਾਗਤ ਵੀ ਕਰਦੇ ਆ, ਉਹ ਜਿਹੜੀ ਗੱਲ ਕਹਿੰਦੇ ਉਹਨੂੰ ਸੀਰੀਅਸਲੀ ਲਿਆ ਜਾਂਦਾ। ਹੁਣ ਤੁਸੀਂ ਦੇਖੋ ਜਦੋਂ ਉਹਨਾਂ ਨੇ ਦਰਬਾਰ ਸਾਹਿਬ ਗਏ, ਉਹਨਾਂ ਨੇ ਬਰਤਨ ਵੀ ਸਾਫ਼ ਕੀਤੇ, ਮੱਥਾ ਟੇਕਿਆ, ਉਹ ਕਹਿੰਦੇ ਚਰਨ ਪਰਸਨ ਆਇਆ ਭਾਈ। ਉਹ 2-3 ਗੱਲਾਂ ਬੜੀਆਂ ਕਲੀਅਰ ਕਰਦੇ ਆ, ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਤੇ ਕੁਲਵੀਰ ਸਿੰਘ ਜ਼ੀਰਾ ਤੇ ਬਰੇ। ਵੈਸੇ ਤਾਂ ਉਹ ਗੱਲਾਂ ਕਹਿਣੀਆਂ ਨਹੀਂ ਚਾਹੀਦੀਆਂ ਸਿਆਸਤ ਦੇ ਵਿੱਚ, ਉਹਨਾਂ ਨੂੰ ਛੋਟੇ ਕੱਦ ਵਾਲੇ ਕਹਿੰਦੇ ਹੁੰਦੇ, ਕਹਿੰਦੇ ਜੀ ਉਹ ਵੀ ਬਾਹਰ ਕਹਿੰਦੇ ਚਲ ਗਿਆ, ਉਹ ਵੀ ਨਹੀਂ ਕੋਈ ਕੁਛ ਕਿਹਾ। ਚਰਨਜੀਤ ਸਿੰਘ ਚੰਨੀ ਸਾਹਿਬ ਨੂੰ ਤਾਂ ਹਰ ਥਾਂ ਹੋਈ ਕਹਿੰਦੇ ਛੱਲਾ ਮੁੜ ਕੇ ਨਹੀਂ ਆਇਆ। ਤੇ ਉਹ ਕਹਿੰਦੇ ਜੀ ਕੰਪੈਰੀਜ਼ਨ ਕਰ ਲਓ ਤੁਸੀਂ, ਕਹਿੰਦੇ ਜੀ ਇੱਕ ਬੰਦਾ ਜਿਹੜਾ ਆਪਣੇ ਆਪ ਨੂੰ ਸਾਬਕਾ ਉਪ ਮੁੱਖ ਮੰਤਰੀ ਕਹਿੰਦਾ 500 ਵੋਟਾਂ ਨਾਲ ਕਹਿੰਦੇ ਜਿੱਤਿਆ, 500 ਨਾਲ, ਤੇ ਮੈਂ ਕਹਿੰਦੇ ਜੀ 2 ਦਿਨ ਪ੍ਰਚਾਰ ਕੀਤਾ ਤੇ ਮੇਰੀ ਧਰਮ ਪਤਨੀ ਨੂੰ 20,000 ਤੋਂ ਵੱਧ ਵੋਟਾਂ ਦੇ ਨਾਲ ਮਜੀਠੇ ਦੇ ਲੋਕਾਂ ਨੇ ਜਿਤਾਇਆ। ਉਹ ਕਹਿੰਦੇ ਤੁਸੀਂ ਦੇਖ ਲਓ ਲੋਕ ਕਿਹਨੂੰ ਪਿਆਰ ਕਰਦੇ ਆ। ਤੁਹਾਡੇ ਤੇ ਕਹਿੰਦੇ ਜਿਹੜੇ 10 ਬੰਦੇ ਜਿੱਤੇ ਵੀ ਹੈ, ਕੋਈ 500 ਤੇ ਕੋਈ 800 ਤੇ ਕੋਈ 1500 ਤੇ 5000 ਤੋਂ ਵੱਧ ਤੇ ਕਹਿੰਦੇ ਜੀ ਤੁਹਾਡਾ ਕੋਈ ਬੰਦਾ ਨਹੀਂ ਜਿੱਤਿਆ, ਤੇ ਤੁਸੀਂ ਸਾਰਾ ਹੀ ਧਿਆਨ ਮੇਰੇ ਖਿਲਾਫ ਸਾਜ਼ਿਸ਼ਾਂ ਕਰਨ ਤੇ ਲਾਤਾ। ਕਹਿੰਦੇ ਜੀ ਆ ਦੇਖੋ ਨਹੀਂ ਤਾਂ ਹਾਈ ਕੋਰਟ ਦਾ ਫੈਸਲਾ ਇਦਾਂ ਥੋੜੀ ਸੀ ਆਉਣਾ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿਤਾ, ਕਹਿੰਦੇ ਨਾ ਨਫ਼ਰਤ ਦੀ ਰਾਜਨੀਤੀ ਨਾ ਕਰਿਓ, ਇਹਦੇ ਵਿੱਚੋਂ ਨਿਕਲਦਾ ਕੱਖ ਨਹੀਂ, ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੁੰਦਾ। ਬਹੁਤ ਸਾਰੀਆਂ ਗੱਲਾਂ ਕਹਿੰਦੇ ਜੇ ਕਰਨੀਆਂ ਟਾਈਮ ਲੱਗ ਲੈਣ ਦਿਓ, ਮਾੜਾ ਜਿਹਾ ਵੇਲ ਲੱਗ ਲੈਣ ਦਿਓ, ਕਰਾਂਗੇ, ਸਮਾਨ ਬੜਾ ਕੁਛ ਮੇਰੇ ਕੋਲ। ਉਹ ਜਦੋਂ ਇੱਕ ਵਾਰੀ ਮਜੀਠਾ ਸਾਹਿਬ ਇਹ ਕਹਿ ਕੇ ਮਜੀਠੀਆ ਸਾਹਿਬ ਘਰ 'ਚ ਬਹਿੰਦੇ ਨਾ ਕਿ ਸਮਾਨ ਬੜਾ ਦੇਖਿਓ ਮੈਂ ਕਿਹਦੇ ਪੜਛੇ ਲਾਉਂਦਾ ਹੀ,
ਅੱਧਿਆਂ ਦੇ ਬੁੱਲਾਂ 'ਤੇ ਸਿਕਰੀ ਆ ਜਾਂਦੀ ਹੈ। ਨਹੀਂ ਉਹ ਗੱਲ ਹੈਗੀ ਆ, ਇੱਕ ਗੱਲ ਤੇ ਹੈਗੀ ਆ ਵਾਟ ਸਾਹਿਬ ਵੀ ਇਹ ਜਿਹੜੀ ਗੱਲ ਮਜੀਠੀਆ ਸਾਹਿਬ ਕਹਿੰਦੇ ਆ, ਮੈਂ ਕਹਿੰਦਾ ਵੀ ਇਹ ਚਲੋ ਇੱਥੇ ਹੀ ਮੁੱਕ ਜਵੇ ਵੀ ਚਲੋ ਜੇ ਸਿਆਸੀ ਬਦਲਾਖੋਰੀ ਆ ਤੇ ਗਾਂਹ ਨਾ ਹੋਵੇ ਕਿਸੇ ਨਾਲ, ਵੀ ਹੁਣ ਵਾਲੀ ਸਰਕਾਰ ਵੀ ਨਾ ਕਰੇ, ਗਾਂਹ ਜੇ 27 'ਚ ਇਹ ਉੱਡ ਜਾਣ ਉਦੋਂ ਬਾਅਦ ਕੋਈ ਅਗਲਾ ਆ ਜੇ ਕੋਈ ਇਹਨਾਂ ਦੇ ਖਿਲਾਫ ਨਾ ਕਰੇ, ਉਹਦੇ 'ਚ ਭਲਾ ਆਮ ਲੋਕਾਂ ਦਾ। ਕਿਉਂਕਿ ਤੁਸੀਂ ਦੇਖੋ ਵੀ ਜੇ ਮੰਨ ਲਓ ਵੀ ਇਹ ਗੱਲਾਂ ਸੱਚੀਆਂ ਨਿਕਲਦੀਆਂ ਨੇ ਵੀ ਆਹ ਕੇਸ ਹੋ ਗਿਆ ਜਾਂ ਇਸ ਤੋਂ ਪਹਿਲਾਂ ਕੇਸ ਬਣਦੇ ਰਹੇ, ਹੁਣ ਜੇ ਲੀਡਰ ਤੇ ਮੰਨ ਲਓ ਕੇਸ ਬਣਾਉਣਾ, ਇਹ ਤਾਂ ਹੈ ਨਹੀਂ ਵੀ ਯਾਰ ਆ ਫਲਾਨੀ ਚੌਂਕੀ ਵਾਲੇ SHO ਨੂੰ ਕਹਿ ਦਿਓ ਯਾਰ ਉੱਥੇ ਕਰੋ ਯਾਰ ਇੰਨਾ ਕੰਮ ਤੇ ਕਰਨੋ ਤੁਸੀਂ, ਤੇ ਉਦੋਂ ਬਾਅਦ ਹੋਰ ਕੁਝ ਹੋਵੇ ਨਾ ਹੋਵੇ ਤੇ ਸ਼ਾਮ ਨੂੰ ਮੋਟਰਸਾਈਕਲ ਤੇ 2 ਪੁਲਿਸ ਵਾਲੇ ਵਿਚਾਲੇ ਭਾਗ ਲਿਆ ਹੁੰਦਾ ਬੰਦਾ, ਚੱਲ ਬਹਿ ਚੱਲੀਏ। ਇਹ ਜੀ ਇਸ ਲੈਵਲ ਦੀ ਗੱਲਬਾਤ ਹੋਣੀ ਤੇ ਉੱਪਰਲੇ ਲੈਵਲ ਤੱਕ ਗੱਲਾਂ ਚੱਲਣਗੀਆਂ, ਉੱਪਰਲੇ ਲੈਵਲ ਤੱਕ ਅਫਸਰਸ਼ਾਹੀ ਹੋਗੀ, ਚਾਹੇ ਉਹ ਪੁਲਿਸ ਦੀ ਹੋਗੀ ਚਾਹੇ ਦੂਸਰੀ ਪ੍ਰਸ਼ਾਸਨਿਕ ਹੋਗੀ। ਉਹ ਜਿੰਨੇ ਦਿਨ ਵੀ ਇਹਨਾਂ ਕੰਮਾਂ ਦੇ ਵਿੱਚ ਰੁੱਝੇ ਰਹਿਣਗੇ ਤਾਂ ਮਤਲਬ ਉਨੇ ਦਿਨ ਬਾਕੀ ਕੰਮ ਤੇ ਰੁਕਣਗੇ। ਜੇ ਬਾਕੀ ਕੰਮ ਇਹ ਉਹ ਵਾਲਾ ਨੱਕਾ ਹੋ ਗਿਆ ਵੀ ਜਿਹੜਾ ਥੱਲੇ ਨਹੀਂ, ਇੱਕ ਤਾਂ ਹੁੰਦਾ ਵੀ ਆਪਾਂ ਪਾਣੀ ਦੀ ਵਾਰੀ ਲਾਈ ਆ ਵੀ ਆਹ ਮੋਗਾ ਬੰਦ ਚਲੋ ਅਗਲਾ ਚੱਲਦਾ, ਇੱਕ ਹੋ ਗਿਆ ਵੀ ਯਾਰ ਉਹ ਜਿਹੜੀ ਸੂਆ ਆਉਂਦਾ ਨਾ ਉੱਥੋਂ ਪਿੱਛੋਂ ਠੋਕਰ ਤੋਂ ਹੀ ਨਹਿਰ ਤੋਂ, ਉੱਥੇ ਯਾਰ ਕੋਈ ਮੁਸ਼ਕਿਲ ਹੈ। ਜਦੋਂ ਇਹੋ ਜਿਹੀ ਗੱਲਬਾਤ ਚੱਲਦੀ ਹੈ ਤੇ ਇੱਕ ਤਰ੍ਹਾਂ ਨਾਲ ਵੱਡੀ ਨਹਿਰ ਪਿੱਛੋਂ ਬੰਦ ਹੋ ਜਾਂਦੀ ਹੈ। ਹੁਣ ਤੁਸੀਂ ਦੇਖੋ ਜੇ ਵੱਡੀ ਨਹਿਰ ਰੁਕੀ ਆ ਤੇ ਗਾਂ ਨਾ ਕੋਈ ਸੂਆ ਨਾ ਕੋਈ ਨਿੱਕੀ ਨਹਿਰ ਤੇ ਨਾ ਕੋਈ ਗਾਂ ਮੋਗੇ ਚੱਲਣੇ ਆ, ਕਿੰਨਾ ਲੋਕਾਂ ਦਾ ਜਿਹੜਾ ਪੈਸਾ ਟਾਈਮ ਉਹ ਸਿਰਫ ਤੇ ਸਿਰਫ ਜੇ ਇਹ ਸਿਆਸੀ ਬਦਲਾਖੋਰੀ ਆ ਇਹਦੀ ਭੇਟ ਚੜ੍ਹ ਜਾਂਦਾ ਵੀ ਜੇ ਰੋਕ ਲਈ ਜਾਵੇ, ਇਹੋ ਹੀ ਐਡਜਸਟਮੈਂਟ ਕਰ ਲਈ ਜਾਵੇ ਵੀ ਯਾਰ ਜੋ ਜਿੱਦਾਂ ਕਰਦਾ ਉਹਦਾ ਨਤਾਰਾ ਲੋਕ ਕਰਨਗੇ, ਆਪਾਂ ਇਸ ਕੰਮ 'ਚ ਨਹੀਂ ਪੈਣਾ, ਉਹ ਸਭ ਤੋਂ ਵਧੀਆ ਨਹੀਂ ਵਧੀਆ। ਦੇਖੋ ਸਿਸਟਮ ਜੇ ਦਰੁਸਤ ਨਹੀਂ ਹੁੰਦਾ ਨਾ ਸੰਧਾਲੀਆ ਸਾਹਿਬ, ਤੇ ਕੰਮ ਸੂਤ ਨਹੀਂ ਆਉਂਦਾ। ਇੱਕ ਹਵਾਲਾਤੀ ਜਾਂ ਕੈਦੀ ਜੇਲ੍ਹ ਦੇ ਵਿੱਚੋਂ ਆਉਂਦਾ, ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਦੇ, ਉਹਦੀ ਪੇਸ਼ੀ ਸੀ, ਉਹ ਜੱਜ ਸਾਹਿਬ ਦੇ ਸਾਹਮਣੇ ਆ ਕੇ ਕਮੀਜ਼ ਲਾਉਂਦਾ, ਪਿੱਠ ਦਿਖਾਉਂਦਾ, ਕਹਿੰਦਾ ਦੇਖੋ ਇਹ ਪੰਜਾਬ ਦੀ ਜੇਲ੍ਹ ਦੀ ਗੱਲ ਕਰਦਾ ਤੇ ਅੱਜ ਕੱਲ੍ਹ ਦੀ ਗੱਲ ਕਰਦਾ, ਤੇ ਉਹਦੀ ਪਿੱਠ ਦੇ ਉੱਤੇ ਗਰਮ ਸੀਖ ਨਾਲ ਲਿਖਿਆ ਸੀ ਗੈਂਗਸਟਰ, ਵੱਡਾ ਵੱਡਾ ਕਰਕੇ, ਜਿੱਦਾਂ ਕਿਸੇ ਨੇ ਟੈਟੂ ਬਣਾਇਆ ਹੁੰਦਾ। ਤੁਸੀਂ ਇਹ ਦੇਖੋ ਕਿ ਸਰੀਆ ਸੀਖ ਕੋਈ ਚੀਜ਼ ਗਰਮ ਕਰਕੇ ਕਿਸੇ ਦੀ ਪਿੱਠ ਦੇ ਉੱਤੇ ਇਹ ਲਿਖ ਦੇਣਾ ਗੈਂਗਸਟਰ, ਲਿਖਣ ਵਾਲਾ ਵੀ ਸਕਾਲਾ ਨਹੀਂ ਹੋਣਾ, ਤੇ ਜਿਹਦੀ ਪਿੱਠ ਤੇ ਲਿਖਿਆ ਗਿਆ ਉਹ ਕੰਮ ਤਾਂ ਸਕਾਲਾ ਹੋਣਾ ਹੀ ਨਹੀਂ। ਇਹ ਵੀ ਨਹੀਂ ਹੋ ਸਕਦਾ ਕਿ ਉਹਨੂੰ ਕਿਹਾ ਵੀ ਮਾੜੀ ਜਿਹੀ ਇੱਥੇ ਖੜਾ ਹੋਈ ਤੇਰੀ ਪਿੱਠ ਦੇ ਉੱਤੇ ਲਿਖਣਾ, ਉਹਨੂੰ 4 ਬੰਦਿਆਂ ਨੇ ਫੜਿਆ ਹੋਊਗਾ, ਉਹਦਾ ਕਟਾਪਾ ਵੀ ਪਹਿਲਾਂ ਜ਼ਰੂਰ ਲਾਇਆ ਹੋਊਗਾ, ਫਿਰ ਸਰੀਆ ਕਿੱਥੇ ਤੱਤਾ ਕੀਤਾ ਹੋਊਗਾ ਤੇ ਉਹ ਸਾਰਾ ਕੁਝ ਲਿਖਿਆ। ਜੱਜ ਸਾਹਿਬ ਨੇ ਉਸੇ ਵੇਲੇ ਕਿਹਾ, ਕਹਿੰਦੇ ਜੀ ਬਹੁਤ ਮਾੜਾ, ਮੈਡੀਕਲ ਕਰਾਓ, ਜਾਂਚ ਪੜਤਾਲ ਕਰਕੇ ਰਿਪੋਰਟ ਦਿਓ। ਹੁਣ ਇਹ ਵੀ ਗੱਲ ਕਲੀਅਰ ਹੈ ਕਿ ਭਾਈ ਜੇਲ੍ਹ ਦੇ ਵਿੱਚ ਜੇ ਲਿਖਿਆ ਤਾਂ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਿਨਾਂ ਤਾਂ ਲਿਖਿਆ ਨਹੀਂ ਜਾ ਸਕਦਾ। ਮੈਂ ਇਹ ਗੱਲ ਤਾਂ ਸ਼ੁਰੂ ਕੀਤੀ ਹੈ ਸੰਧਾਲੀਆ ਸਾਹਿਬ ਕਿ ਜੇ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਇਹ ਕੰਮ ਹੋ ਸਕਦਾ ਕਿ ਸਰੀਆ ਲੱਭ ਸਕਦਾ, ਉਹਨੂੰ ਤੱਤਾ ਕਰਨ ਨੂੰ ਅੱਗ ਲੱਭ ਸਕਦੀ ਹੈ, ਤੇ ਉਹ ਫਿਰ ਕਿਸੇ ਦੀ ਪਿੱਠ ਦੇ ਉੱਤੇ ਮੋਟਾ ਕਰਕੇ ਗੈਂਗਸਟਰ ਲਿਖਿਆ ਜਾ ਸਕਦਾ, ਤੇ ਉਹ ਕਹਿੰਦਾ ਜੀ ਸੁਣਦਾ ਕੋਈ ਨਹੀਂ ਉੱਥੇ, ਮੈਂ ਸ਼ਿਕਾਇਤ ਕਹਿੰਦੇ ਦੇਣੀ ਕਿਨ ਲਈ ਨਹੀਂ ਸ਼ਿਕਾਇਤ, ਜੇ ਸੁਣਵਾਈ ਵੀ ਨਹੀਂ ਹੁੰਦੀ ਤਾਂ ਫਿਰ ਅਸੀਂ ਲੋਕਾਂ ਨੂੰ ਸੁਧਾਰ ਕਰਕੇ ਬਾਹਰ ਕਿੱਦਾਂ ਲਿਆਵਾਂਗੇ। ਹੁਣ ਇੱਕ ਪਾਸੇ ਤਾਂ ਜੇਲ੍ਹ ਦਾ ਇਹ ਮਸਲਾ, ਕਿਉਂਕਿ ਸਿੱਧੂ ਮੂਸੇਵਾਲਾ ਦਾ ਜਦੋਂ ਕਤਲ ਹੋਇਆ, ਸੰਧਾਲੀਆ ਸਾਹਿਬ ਜਿਹੜੇ ਬੰਦੇ ਅੱਧਿਓਂ ਵੱਧ ਜਾਂਚ ਪੜਤਾਲ ਲਈ ਲਿਆਂਦੇ ਜੇਲ੍ਹਾਂ 'ਚੋਂ ਲਿਆਂਦੇ, ਜਾਣੀ ਇਹ ਕਿੱਡੀ ਵੱਡੀ 2022 ਦੀ ਪੰਜਾਬ ਸੂਬੇ ਦੀ ਤਰਾਸਦੀ ਹੈ ਕਿ ਸੂਬੇ 'ਚ ਇੱਕ ਘਟਨਾ ਵਾਪਰ ਗਈ, ਤੇ ਘਟਨਾ ਜਾਣੀ ਕਿ ਕਤਲ ਕਰਨ ਵਾਲੇ, ਸਾਜ਼ਿਸ਼ਾਂ ਘੜਨ ਵਾਲੇ ਉਹ ਤਾਂ ਛਾਪੇ ਮਾਰ ਕੇ ਬਾਹਰੋਂ ਗ੍ਰਿਫਤਾਰ ਹੋਣੇ ਚਾਹੀਦੇ ਆ, ਪਰ ਜਦੋਂ ਪੰਜਾਬ ਦੇ ਬੱਚੇ 20 ਸਾਲਾਂ ਬਾਅਦ ਪੜ੍ਹਿਆ ਕਰਨਗੇ, ਉਹ ਜੀ ਜੇਲ੍ਹ ਦੇ ਵਿੱਚੋਂ ਸਾਜ਼ਿਸ਼ ਰਚੀ ਗਈ ਸੀ, ਜੇਲ੍ਹ ਦੇ ਵਿੱਚੋਂ ਪਹਿਲਾਂ 2 ਜਣੇ ਨੇ ਸਲਾਹ ਕੀਤੀ, ਜੇਲ੍ਹ ਦੇ ਵਿੱਚੋਂ ਪੈਸਿਆਂ ਦਾ ਪ੍ਰਬੰਧ ਕੀਤਾ, ਜੇਲ੍ਹ ਦੇ ਵਿੱਚੋਂ ਫਿਰ ਬਾਹਰ ਬੈਠੇ ਸ਼ੂਟਰ ਜਿਹੜੇ ਸੀ ਉਹਨਾਂ ਨਾਲ ਸੰਪਰਕ ਕੀਤਾ, ਜੇਲ੍ਹ ਦੇ ਵਿੱਚ ਬੈਠੇ ਹਥਿਆਰ ਮੰਗਾਏ, ਜੇਲ੍ਹ ਦੇ ਵਿੱਚ ਬੈਠੇ ਹੀ ਬੰਦਾ ਲਾਇਆ ਕਿ ਤੂੰ ਜਸੂਸੀ ਕਰ, ਜੇਲ੍ਹ ਦੇ ਵਿੱਚ ਬੈਠੇ ਹੁਕਮ ਦਿੱਤਾ ਕਿ ਆਹ ਕੰਮ ਕਰਨਾ ਵੀ। ਜਾਣੀ ਕਿੱਡੀ ਵੱਡੀ ਤਰਾਸਦੀ ਹੈ ਕਿ ਪੰਜਾਬ ਦੇ ਵਿੱਚ ਹੋਣ ਵਾਲੇ ਬਹੁਤ ਸਾਰੇ ਗੈਰ ਕਾਨੂੰਨੀ ਕੰਮਾਂ ਦਾ ਖਾਕਾ ਜੇਲ੍ਹਾਂ ਦੇ ਵਿੱਚ ਬੈਠੇ ਕੈਦੀ ਹਵਾਲਾਤੀ ਤਿਆਰ ਕਰਦੇ ਆ। ਆ ਮੁਖਤਾਰ ਅੰਸਾਰੀ ਦਾ ਮਸਲਾ ਸੀ, ਯੂਪੀ ਦਾ ਧੜੱਲੇਦਾਰ ਬੰਦਾ, 100 ਕੇਸ ਚੱਲਦਾ ਹੋਣਾ, ਕਤਲ ਦਾ, ਇਰਾਦਾ ਕਤਲ ਦਾ, ਪੰਜਾਬ ਦੇ ਵਿੱਚੋਂ ਵੀ 10 ਕਰੋੜ ਦੀ ਫਰੌਤੀ ਦਾ ਮਸਲਾ ਸੀ। ਰੌਲਾ ਪੈ ਗਿਆ ਸੀ ਉਦੋਂ ਜਦੋਂ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੱਲਦੀ ਵਿਧਾਨ ਸਭਾ 'ਚ ਕਹਿ ਦਿੱਤਾ, ਉਹ ਕਹਿੰਦੇ ਦੇਖ ਲਓ ਸਾਨੂੰ ਪਤਾ ਲੱਗਾ ਕਿ ਰੋਪੜ ਦੀ ਜੇਲ੍ਹ 'ਚ ਮੁਖਤਾਰ ਅੰਸਾਰੀ ਪ੍ਰਾਹੁਣਿਆਂ ਵਾਂਗੂ ਰੱਖਿਆ ਸੀ, ਗੈਸਟੰਗ, ਇਹ ਵੀ ਉਹਨਾਂ ਨੇ ਕਹਿਤਾ, ਕਹਿੰਦੇ ਜੀ ਗਲਤ ਢੰਗ ਦੇ ਨਾਲ ਉਹਦੀ ਘਰ ਵਾਲੀ ਵੀ ਉਹਦੇ ਨਾਲ ਹੀ ਰੱਖੀ ਜਾਂਦੀ ਸੀ, ਤੇ ਹੁਣ ਉਹ ਕਹਿੰਦੇ ਸੀ ਜਾਂਚ ਕਰਾਵਾਂਗੇ। ਰੰਧਾਵਾ ਸਾਹਿਬ ਉਦੋਂ ਵੀ ਕਹਿੰਦੇ ਗਲਤ ਹੈ, ਕੋਈ ਸਬੂਤ ਆ ਤਾਂ ਬੋਲਿਓ, ਉਹ ਨਾ ਬੋਲਿਓ। ਹੁਣ ਕਹਿੰਦੇ ਹਰਜੋਤ ਸਿੰਘ ਬੈਂਸ ਹੋਰਾਂ ਡਿਪਾਰਟਮੈਂਟ ਤੋਂ ਜਾਂਚ ਪੜਤਾਲ ਕਰਾ ਕੇ ਰਿਪੋਰਟ ਸਿੱਧੀ ਭਗਵੰਤ ਮਾਨ ਹੋਰਾਂ ਦੇ ਟੇਬਲ ਦੇ ਉੱਤੇ ਰੱਖ ਦਿੱਤੀ ਆ ਕਿ ਆ ਪੜ੍ਹ ਲਓ ਰਿਪੋਰਟ ਤੇ ਕਰ ਦਿਓ ਕਾਰਵਾਈ। ਆਹ ਦੇਖੋ ਗੱਲ ਇਹ ਆ ਵੀ ਇਹ ਮੇਰੇ ਖਿਆਲ ਨਾਲ ਜਦੋਂ ਅੰਸਾਰੀ ਸੀ ਇੱਥੇ ਪੰਜਾਬ ਦੇ ਵਿੱਚ, ਉਦੋਂ ਵੀ ਖਬਰਾਂ ਮਾੜੀਆਂ ਆਉਂਦੀਆਂ ਸੀ ਵੀ ਯਾਰ ਉਹ ਬੰਦਾ ਲਿਆਂਦਾ ਇੱਥੇ ਕਾਹਤੋਂ ਜੀ, ਵੀ ਜਦੋਂ ਉੱਥੇ ਸੀ ਉੱਥੇ ਉਹ ਬੰਦਾ, ਕਿਉਂਕਿ ਕਾਰਨ ਹੈ ਵੀ ਉੱਥੇ ਜੇ ਜੋਗੀ ਸਰਕਾਰ ਸੀਗੀ ਉਹਨਾਂ ਦੀ ਸਖਤੀ ਦੀ ਗੱਲਬਾਤ ਆ, ਉਦੋਂ ਖਬਰਾਂ ਸਾਰੇ ਚੱਲਦੀਆਂ ਸੀ ਯਾਰ ਬੜੀ ਸਖਤੀ। ਇਹ ਅਚਾਨਕ ਜੇ ਖਬਰ ਆਈ ਵੀ ਉਹ ਨਾ ਜੀ ਉੱਥੋਂ ਇੱਕ ਕੇਸ ਇੱਧਰ ਹੋ ਗਿਆ ਤੇ ਉਸ ਕੇਸ ਦੇ ਵਿੱਚ ਉਹਦੀ ਸ਼ਿਫਟਿੰਗ ਕਰ ਦਿੱਤੀ, ਵਿੱਚ ਇਹ ਰੌਲਾ ਪਿਆ ਸੀ।
ਪਰ ਉਹਨਾਂ ਨਹੀਂ ਪਿਆ ਸੀਗਾ ਜਿੰਨਾ ਹੁਣ ਬਾਅਦ ਦੇ ਵਿੱਚ, ਕਿਉਂਕਿ ਇਹ ਜਿਹੜੀ ਗੱਲ ਜਦੋਂ ਉੱਥੇ ਕਹੀ ਗਈ ਸੀ ਤੇ ਉਦੋਂ ਬੜਾ ਰੌਲਾ ਪਿਆ ਸੀ ਇਸ ਚੀਜ਼ ਦਾ, ਕਿਉਂਕਿ ਇਹ ਗੱਲ ਜੇ ਮੈਂ ਭੁੱਲਦਾ ਨਹੀਂ ਗਾ ਤੇ ਸ਼ਾਇਦ ਵਿਧਾਨ ਸਭਾ ਦੇ ਵਿੱਚ ਕਹੀ ਸੀ, ਤੇ ਉੱਥੇ ਵੀ ਉਹਨਾਂ ਨੇ ਕਿਹਾ ਕਿ ਆਹ ਕਾਕਾ ਜਿਹੜੀ ਤੂੰ ਗੱਲ ਕਹੀ, ਬਾਜਵਾ ਸਾਹਿਬ ਨੇ ਕਿਹਾ ਵੀ ਕਾਕਾ ਜਿਹੜੀ ਗੱਲ ਕਹਿਣ ਡਿਆ ਤੁਸੀਂ ਵੀ ਇਹਦੇ ਸਬੂਤ ਪ੍ਰੂਫ ਤੁਹਾਨੂੰ ਲੱਭਣੇ ਪੈਣੇ ਆ। ਹੁਣ ਜੇ ਸਬੂਤ ਪ੍ਰੂਫ ਜਾਂ ਜੋ ਕੁਝ ਵੀ ਹੈਗਾ ਉਹ ਕਹਿੰਦੇ ਵੀ ਅਸੀਂ ਆਪਣੇ ਤੌਰ ਤੇ ਜਾਂਚ ਕਰ ਲਈਏ ਤੇ ਮੁੱਖ ਮੰਤਰੀ ਸਾਹਿਬ ਤੱਕ ਗੱਲ ਪਹੁੰਚਾਤੀ ਆ, ਹੋ ਸਕਦਾ ਆਉਣ ਵਾਲੇ ਦਿਨਾਂ ਤੱਕ ਕੋਈ ਨਾ ਕੋਈ ਤਾਰ ਕਿਸੇ ਦੂਰ ਪਾਸੇ ਵੀ ਜੁੜੇ, ਤੇ ਜੇ ਇਦਾਂ ਦੀ ਤਾਰ ਜੁੜ ਗਈ ਤੇ ਫਿਰ ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੇਚਾ ਦੂਰ ਤੱਕ ਪਵੇ। ਦੇਖੋ ਸੰਧਾਲੀਆ ਸਾਹਿਬ, ਬੜੀ ਅਜੀਬੋ-ਗਰੀਬ ਗੱਲ ਹੈ ਕਿ ਜਾਂਚ ਕੀ ਕੀਤੀ ਕੀ ਨਹੀਂ ਕੀਤੀ, ਕਾਰਵਾਈ ਕੀ ਹੁੰਦੀ ਹੈ, ਅਦਾਲਤ 'ਚ ਕੀ ਜਾਂਦਾ, ਇੱਕ ਵੱਖਰੀ ਗੱਲ ਹੈ, ਪਰ ਜਿਹੜੇ ਤੱਥ ਨੇ ਯੂਪੀ ਦਾ ਬੰਦਾ ਜਿੱਦਾਂ ਪੰਜਾਬ ਦੇ ਵਿੱਚ ਹੁਣ ਬਹੁਤ ਸਾਰੇ ਲੋਕ ਜਿਹੜੇ ਜੇਲ੍ਹਾਂ 'ਚ ਬੰਦ ਨੇ, ਆਪਾਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆ ਰਹੇ ਨਾ ਸਿੱਧੂ ਮੂਸੇਵਾਲੇ ਦੇ ਕਤਲ ਕੇਸ 'ਚ, ਕਿ ਆ ਜੀ ਤਿਹਾੜ 'ਚੋਂ ਲੈ ਜਾਂਦਾ, ਆ ਜੀ ਉਧਰ ਹਰਿਆਣੇ ਦੀ ਜੇਲ੍ਹ 'ਚੋਂ ਲੈ ਜਾਂਦਾ, ਆ ਜੀ ਰਾਜਸਥਾਨ ਦੀ ਜੇਲ੍ਹ ਦੇ ਵਿੱਚੋਂ ਲੈ ਜਾਂਦਾ, ਤੇ ਇਹ ਤੋਂ ਪੁੱਛਗਿੱਛ ਕਰਨੀਆਂ, ਤੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੀ ਪੁਲਿਸ ਉਹਨਾਂ ਰਿਮਾਂਡ ਤੇ ਲੈ ਰਹੀ ਹੈ। ਜਦੋਂ 10 ਕਰੋੜ ਦੀ ਫਰੌਤੀ ਦੇ ਮਸਲੇ 'ਚ 2 ਸਾਲ ਤੋਂ ਵੀ ਵੱਧ ਸਮਾਂ ਮੁਖਤਾਰ ਅੰਸਾਰੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਮਾਲਪੂੜੇ ਖਾਂਦਾ ਸੀ, 24 ਤੋਂ ਵੱਧ ਵਾਰੀ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਸਾਨੂੰ ਪ੍ਰੋਡਕਸ਼ਨ ਵਾਰੰਟ ਤੇ ਬੰਦਾ ਦੇ ਦਿਓ, ਕਿਉਂਕਿ ਸਭ ਤੋਂ ਵੱਧ ਕੇਸ ਉਹਦੇ ਉੱਤਰ ਪ੍ਰਦੇਸ਼ ਦਰਜ ਹੈ। ਜਾਣ ਨਹੀਂ ਦਿੱਤਾ। ਕਿਉਂ ਨਹੀਂ ਜਾਣ ਦਿੱਤਾ ਬਈ? ਉਹ ਇੱਕ ਵਾਰੀ ਵੀ ਕਹਿਣ ਤਾਂ ਜਾਂਚ ਪੜਤਾਲ ਕਰਨੀ ਹੈ, ਉਹਨਾਂ ਨੂੰ ਜਾਣ ਦਿਓ। ਉਦੋਂ ਹੀ ਬਹੁਤ ਵੱਡਾ ਰੌਲਾ ਪੈਂਦਾ ਸੀ ਕਿ ਜਿਹੜਾ ਖਾਸ ਤੌਰ ਦੇ ਉੱਤੇ ਰੋਕਿਆ ਜਾ ਰਿਹਾ ਕੋਈ ਗੱਲ ਹੈ। ਦੂਸਰਾ, ਫਿਰ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਤੈਨੂੰ ਯੂਪੀ ਭੇਜਿਆ, ਸੁਪਰੀਮ ਕੋਰਟ ਨੇ ਸਭ ਤੋਂ ਵੱਡੀ ਅਦਾਲਤ ਤੱਕ ਇਸ ਕਰਕੇ ਜਾਣਾ ਪਿਆ ਕਿ ਭਾਈ ਅਸੀਂ ਪੁੱਛਗਿੱਛ ਕਰਨੀ ਹੈ, ਜਾਣ ਨਹੀਂ ਦਿੰਦੇ। ਤੀਸਰਾ, ਚਲਾਨ ਹੀ ਨਹੀਂ ਪੇਸ਼ ਕੀਤਾ, ਜਾਣੀ ਤੁਸੀਂ ਕੋਈ ਬੰਦਾ ਲੈ ਆਂਦਾ 2 ਸਾਲ ਫਰੌਤੀ ਮੰਗਣ ਦੇ ਕੇਸ ਦੇ ਵਿੱਚ ਤੁਸੀਂ ਚਲਾਨ ਕਿਉਂ ਨਾ ਪੇਸ਼ ਕਰੋ ਬਈ? ਇਹਦਾ ਮਤਲਬ ਹੈ ਕਿ ਮਾਮਲੇ ਨੂੰ ਲਟਕਾਉਂਦੇ ਸੀ, ਇਹਦਾ ਮਤਲਬ ਹੈ ਕਿ ਮਾਮਲੇ ਨੂੰ ਕਿਤੇ ਨਾ ਕਿਤੇ ਉਲਝਾਇਆ ਜਾ ਰਿਹਾ ਸੀ। ਇਹਦਾ ਮਤਲਬ ਤਾਂ ਇਹ ਵੀ ਬਣਦਾ ਕਿ ਜਿਹਦੇ ਕੋਲ 4 ਪੈਸੇ ਹੈਗੇ ਆ, ਜਾਂ ਪਿੰਡਾਂ 'ਚ ਕਹਿੰਦੇ ਹੁੰਦੇ ਜਿਹਦਾ ਛਿੱਤਰ ਤਕੜਾ, ਉਹ ਆਪਣੇ ਹਿਸਾਬ ਨਾਲ ਜੋ ਮਰਜ਼ੀ ਕਰ ਲਵੇ। ਹਾਂਜੀ, ਕੁੱਲ ਮਿਲਾ ਕੇ ਤੇ ਇਸ ਕੇਸ ਦੇ ਵਿੱਚ ਤੇ ਇਹੋ ਹੀ ਜਾਪਦਾ। ਬਾਕੀ ਚਲੋ ਜੇ ਰਿਪੋਰਟ ਚੱਲ ਗਈ ਆ ਤੇ ਆਪਾਂ ਉਡੀਕ ਲੈਂਦੇ ਆ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰੇ ਤੇ ਕੀ ਕਾਰਵਾਈ ਕਰਦੇ। ਰਗੜ ਕਈ ਹੋ ਜਾਣੇ ਆ ਹੈਨਾ, ਤੇ ਵੱਡੇ ਹੋ ਜਾਣੇ, ਕਿਉਂਕਿ ਮਾੜੇ ਬੰਦੇ ਦਾ ਕੰਮ ਹੀ ਨਹੀਂ ਹੋ ਸਕਦਾ ਜੇ ਹੋਇਆ ਤਾਂ। ਨਹੀਂ, ਉਹ ਤਾਂ ਗੱਲ ਹੈ, ਉਹ ਤਾਂ ਆਪਾਂ ਅੱਗੇ ਵੀ ਕਿਹਾ ਨਾ ਵੀ ਉਹ ਤੇ ਕੰਮ ਹੈ ਨਹੀਂ ਵੀ ਕਹਿੰਦੇ ਚੌਂਕੀਓਂ ਫੋਨ ਆਇਆ 2 ਬੰਦੇ ਮੋਟਰਸਾਈਕਲ ਤੇ ਆਏ ਹੈ ਨਾ। ਅੱਛਾ, ਇਦਾਂ ਦੀ ਗੱਲ ਤਾਂ ਹੈ ਨਹੀਂ ਗੀ। ਦੂਜੀ ਗੱਲ ਇਹ ਵੀ ਜੇ ਯੂਪੀ ਦੀ ਗੱਲ ਕੀਤੀ ਆ ਤੇ ਯੂਪੀ ਦੇ ਲਖੀਮਪੁਰ ਖੀਰੀ 'ਚ ਜੋ ਕੁਝ ਹੋਇਆ ਵਾਪਰਿਆ ਸੀਗਾ, ਉਹ ਸਾਰੇ ਕੁਝ ਦੇ ਲਈ ਅਜੇ ਤੱਕ ਸਟਿਲ ਲੜਾਈ ਉਸੇ ਤਰ੍ਹਾਂ ਚੱਲੀ ਜਾਂਦੀ ਇਨਸਾਫ ਦੀ। ਹਾਂ ਠੀਕ ਆ, ਉਦੋਂ ਅਦਾਲਤ ਨੇ ਵਿੱਚ ਪੈ ਕੇ ਉਹ ਬੰਦੇ ਕਿਉਂਕਿ ਤਗੜੇ ਸੀ, ਕਾਰਵਾਈ ਵੀ ਕਰਾਈ, ਬੰਦੇ ਅੰਦਰ ਵੀ ਕੀਤੇ, ਪਿਛਲੇ ਦਿਨੀ ਦੁਬਾਰਾ ਜ਼ਮਾਨਤ ਭਾਲਦਾ ਬੰਦਾ, ਫਿਰ ਨਹੀਂ ਗੱਲ ਬਣੀ। ਪਰ ਗੱਲ ਇਹ ਆ ਵੀ ਉਹ ਜਿਵੇਂ ਜਿਵੇਂ ਚੀਜ਼ ਲਟਕਦੀ ਜਾਂਦੀ ਆ ਤਿਵੇਂ ਤਿਵੇਂ ਖਬਰਾਂ ਜਿਹੜੀਆਂ ਉਹ ਆਉਂਦੀਆਂ ਨੇ ਵੀ ਜਿਹੜਾ ਬੰਦਾ ਗਵਾਹ ਜਾਂ ਜਿਹਨੇ ਗਵਾਹੀ ਦੇਣੀ ਆ ਉਹ ਵੀ ਆਂਦਾ ਵੀਰ ਮੈਨੂੰ ਖਤਰਾ, ਮੈਨੂੰ ਪਤਾ ਨਹੀਂ ਵੀ ਹਨੇਰੇ ਸਵੇਰੇ ਕਦੋਂ ਮਾਰ ਦੇਣ। ਹੁਣ ਉਹੋ ਜਿਹੇ ਕੇਸ ਦੇ ਵਿੱਚ ਬੰਦੇ ਨੂੰ ਜਿਹੜੇ ਪਰਿਵਾਰਾਂ ਦੇ ਜੀ ਗਏ ਨੇ ਉਹਨਾਂ ਦਾ ਵੀ ਧੁੜਕੂ ਜਿਹਾ ਤੇ ਹੁੰਦਾ ਹੀ ਆ ਮਨ ਦੇ ਵਿੱਚ ਵੀ ਯਾਰ ਕੱਲ੍ਹ ਨੂੰ ਪਤਾ ਨਹੀਂ ਕੀ ਹੋ ਜਾਣਾ। ਹੁਣ ਸੁਣ ਚਾਹੇ ਸ਼ਾਇਦ ਕਿਸਾਨ ਜਥੇਬੰਦੀਆਂ ਕਹਿੰਦੇ ਆ ਵੀ ਅਸੀਂ ਭਾਈ ਉੱਧਰ ਨੂੰ। ਦੇਖੋ ਸੰਧਾਲੀਆ ਸਾਹਿਬ, ਪੰਜਾਬ ਤੋਂ ਕਿਸਾਨ ਜਥੇਬੰਦੀਆਂ ਤੁਰ ਪਈਆਂ, ਉਹਦੇ ਤੁਰਨ ਦਾ ਕਾਰਨ ਹੈ ਇੱਕ ਤਾਂ ਕਿਸਾਨ ਜਥੇਬੰਦੀਆਂ ਮੰਗ ਕਰਦੀਆਂ ਸੀ ਕਿ ਜਿਹੜੇ ਮੰਤਰੀ ਸਾਹਿਬ ਨੇ ਕੇਂਦਰ ਸਰਕਾਰ ਦੇ ਵਿੱਚ ਮਿਨਿਸਟਰ ਆਫ ਸਟੇਟ ਨੇ ਗ੍ਰਹਿ ਵਿਭਾਗ ਦੇ, ਅਜੇ ਮਿਸ਼ਰਾ, ਕਿ ਉਹ ਅਸਤੀਫਾ ਦੇਵੇ ਕਿ ਉਹਦੇ ਇਸ ਅਹੁਦੇ ਤੇ ਰਹਿੰਦੇ ਇਨਸਾਫ ਨਹੀਂ ਹੋ ਸਕਦਾ। ਦੂਸਰਾ, ਉਹ ਕਹਿੰਦੇ ਆ ਜੀ ਕਿ ਬੰਦੇ ਸਾਡੇ ਮਾਰ ਦਿੱਤੇ ਜੀਪ ਚਾੜ ਕੇ, ਤੇ 4.5 ਬੰਦੇ ਅੰਦਰ ਦਿੱਤੇ ਉਹ ਜੇਲ੍ਹ 'ਚ ਨੇ ਕਿਸਾਨ 4, ਕਿਉਂਕਿ ਜਦੋਂ ਜੀਪ ਦੇ ਵਿੱਚ ਥੱਲੇ ਦੇ ਕੇ ਬੰਦੇ ਮਾਰਤੇ ਸੀ, ਵੀਡੀਓ ਆ। ਉਹਦੇ ਤੋਂ ਬਾਅਦ ਫਿਰ ਗੁੱਸੇ 'ਚ ਆਏ ਲੋਕਾਂ ਨੇ ਕੁੱਟ ਕਟਾਪਾ ਵੀ ਕੱਢਿਆ ਸੀ, ਇਹ 'ਚ ਕੁਝ ਲੋਕਾਂ ਦੀ ਮੌਤ ਵੀ ਹੋਈ ਸੀ। ਉਹ 1 ਨੇ 2 ਨੇ ਕਿੰਨੇ ਨੇ ਉਹ ਵੱਖਰੀ ਗੱਲ ਹੈ। ਹੁਣ ਇੱਕ ਤਾਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਅਸੀਂ ਪੱਕਾ ਮੋਰਚਾ ਲਾ ਦੇਣਾ ਕਿ ਭਾਈ ਮੰਤਰੀ ਦਾ ਅਸਤੀਫਾ। ਦੂਸਰਾ, ਜਿਹੜੇ ਸਾਡੇ ਬੰਦੇ ਫੜ ਕੇ ਅੰਦਰ ਦਿੱਤੇ ਹੋ ਆ, ਕਸੂਰ ਉਹਨਾਂ ਦਾ ਕੋਈ ਨਹੀਂ, ਉਹਨਾਂ ਨੂੰ ਛੱਡੋ। ਹੁਣ ਇੱਥੇ ਬਹੁਤ ਸਾਰੇ ਸਵਾਲ ਨੇ ਸੰਧਾਲੀਆ ਸਾਹਿਬ। ਉਹ ਕਿਸਾਨ ਪਹਿਲੀ ਗੱਲ ਕਿ ਉੱਥੇ ਕਰਦੇ ਕੀ ਸੀ ਉਦੋਂ? ਉਹ ਕਰਦੇ ਕੀ ਸੀ ਕਿ ਦਿੱਲੀ ਦੇ ਵਿੱਚ ਮੋਰਚਾ ਲੱਗਾ ਸੀ, ਪੰਜਾਬ ਵਾਲਿਆਂ ਨੇ ਸ਼ੁਰੂ ਕੀਤਾ, ਹਰਿਆਣੇ ਵਾਲੇ ਯੂਪੀ ਵਾਲੇ ਨਾਲ ਤੁਰੇ, ਉਹਦੇ ਸਮਰਥਨ ਦੇ ਵਿੱਚ ਸੀਗੇ ਉਹ। ਤੇ ਜਦੋਂ ਸਮਰਥਨ 'ਚ ਸੀਗੇ ਤਾਂ ਬਾਈ ਬੰਦੇ ਮਰ ਗਿਆ ਥੱਲੇ ਆ ਕੇ, ਉਧਰ ਮੋਰਚਾ ਖਤਮ ਹੋ ਗਿਆ, ਆਪਾਂ ਪੰਜਾਬ 'ਚ ਆ ਕੇ ਲੜ ਪਏ, ਅਸੀਂ ਇਲੈਕਸ਼ਨ ਲੜਨੀ ਹੈ ਕਿ ਨਹੀਂ ਲੜਨੀ। ਮੈਂ ਹੁਣ ਉਧਰ ਆਉਣ ਲੱਗਾ। ਕਿਸਾਨ ਜਥੇਬੰਦੀਆਂ ਅੱਜ ਚੱਲੀਆਂ ਆ, ਬਹੁਤ ਚੰਗੀ ਗੱਲ ਹੈ, ਚੱਲੀਆਂ ਆ। ਹੁਣ ਮੈਂ ਸੋਚਦਾ ਸੀ ਕਿ 4 ਬੰਦੇ ਅੰਦਰ ਨੇ, ਕੁਝ ਲੋਕ ਚੀਪ ਥੱਲੇ ਦਰੜ ਕੇ ਮਾਰ ਦਿੱਤੇ ਉਹਨਾਂ ਨੇ। ਤੇ ਜਦੋਂ ਅਖਬਾਰ ਪੜ੍ਹਦੇ ਹੋਣਗੇ, ਖਬਰਾਂ ਸੁਣਦੇ ਹੋਣਗੇ ਕਿ ਜਿਹੜੀਆਂ ਜਥੇਬੰਦੀਆਂ ਨੇ ਅੱਗੇ ਹੋ ਕੇ ਕਿਸਾਨ ਮੋਰਚਾ ਲਾਇਆ ਸੀ, ਉਹ ਜਥੇਬੰਦੀਆਂ ਹੁਣ ਆਪਸ 'ਚ ਲੜ ਪਈਆਂ, ਇੱਕ ਦੂਜੇ ਤੇ ਦੋਸ਼ 2 ਬੰਦੇ ਤਾਂ RSS ਦੇ ਸਮਰਥਕ ਹੋਣ ਦੇ ਦੋਸ਼ ਲਾਈ ਜਾਂਦੇ ਸੀ, ਉਹ ਆ ਜੀ, ਉਹ ਆ ਜੀ, ਇਹ ਵੀ ਨਾਲ ਸੀ, ਉਹ ਵੀ ਨਾਲ ਸੀ। ਉਹਨਾਂ ਦੇ ਮਨ ਦੇ ਉੱਤੇ ਕੀ ਗੁਜ਼ਰਦੀ ਹੋਊਗੀ? ਜਿਹੜੇ ਅੰਦਰ ਨੇ ਉਹ ਕਿੰਨੇ ਕੁ ਤੰਗ ਨੇ, ਪਰੇਸ਼ਾਨ ਨੇ, ਉਹਨਾਂ ਦੀ ਕਾਨੂੰਨੀ ਤੌਰ ਦੇ ਉੱਤੇ ਪੈਰਵਾਈ ਕੌਣ ਕਰ ਰਿਹਾ? ਹਿਸਾਬ ਕਿਤਾਬ ਤਾਂ ਪਤਾ ਲੱਗਣਾ ਚਾਹੀਦਾ ਨਾ। ਲੇਟ ਨੇ, ਇਹ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਸੀ। ਪਰ ਦੂਸਰੇ ਪਾਸੇ ਸਰਕਾਰ ਕਹਿੰਦੀ ਹੈ ਕਿ ਭਾਈ ਮੰਤਰੀ ਦਾ ਪੁੱਤ ਅਸੀਂ ਅੰਦਰ ਦਿੱਤਾ,
ਜਿਹੜਾ ਲੱਗਦਾ ਕਿ ਇਸ ਮਸਲੇ 'ਚ ਦੋਸ਼ੀ ਹੋ ਸਕਦਾ ਉਹ ਕਹਿੰਦੇ ਅੰਦਰ ਦਿੱਤਾ, ਹੋਰ ਬਹੁਤ ਸਾਰੇ ਬੰਦੇ ਅੰਦਰ ਦਿੱਤੇ ਆ, ਤੇ ਅਸੀਂ ਬਾਕੀ ਕੰਮ ਕਿਵੇਂ ਕਰ ਦਈਏ ਜਿਹਨਾਂ ਦਾ ਕਸੂਰ ਕੋਈ ਨਹੀਂ। ਪਰ ਹੁਣ ਕਿੰਨੇ ਕੁ ਕਿਸਾਨ ਉੱਥੇ ਅੱਪੜ ਦੇ ਰੇਲ ਗੱਡੀਆਂ ਭਰ ਕੇ ਗਈਆਂ, ਇੱਕ ਵਾਰੀ ਫਿਰ ਪੌਣਿਆਂ ਦੇ ਵਿੱਚ ਸੈਂਕੜੇ ਰੋਟੀਆਂ ਲਪੇਟੀਆਂ, ਕੋਈ ਬਾਲਟੀ 'ਚ 100 ਰੋਟੀ ਰੱਖੀ ਫਿਰਦਾ, ਕੋਈ ਪੀਪੇ 'ਚ ਰੱਖੀ ਫਿਰਦਾ, ਕੋਈ ਅਚਾਰ ਰੱਖੀ ਫਿਰਦਾ, ਕੋਈ ਸੁੱਕੀ ਸਬਜ਼ੀ ਘਰੋਂ ਬਣਵਾ ਕੇ ਲਿਆਇਆ ਕਿ ਭਾਈ 1.5 ਦਿਨ ਜਾਣ ਨੂੰ ਲੱਗਣਾ ਰੇਲ ਗੱਡੀਆਂ ਤੇ, ਉੱਥੇ ਜਾ ਕੇ ਵੀ ਕਿਹੜਾ ਜਾਂਦੇ ਭੱਠੀਆਂ ਪੱਟ ਲੈਣੀਆਂ। ਪ੍ਰਬੰਧ ਪੂਰਾ ਕਰਕੇ ਗਏ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਮਸਲਾ ਵਿਗੜਨ ਨਾ ਦੇਵੇ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਓ ਫਾਸਟ ਟਰੈਕ ਅਦਾਲਤ ਦੇ ਵਿੱਚ, ਜਿਹੜਾ ਬੰਦਾ ਮਾੜਾ ਚੱਕ ਕੇ ਅੰਦਰ ਦੇ ਦਿਓ, ਜਿਹੜਾ ਬੇਕਸੂਰ ਹੈ ਚੱਕ ਕੇ ਬਾਹਰ ਕੱਢ ਦਿਓ, ਕਿਉਂਕਿ ਕਿਸਾਨ ਹੈ ਤਾਂ ਦੇਸ਼ ਹੈ। ਕੋਵਿਡ 'ਚ ਪਤਾ ਲੱਗ ਗਿਆ। ਨਹੀਂ, ਇਹ ਤਾਂ ਗੱਲ ਹੈਗੀ ਆ। ਚਲੋ ਮੈਂ ਤਾਂ ਇਹ ਉਮੀਦ ਕਰਦਾ ਵੀ ਇਹ ਚੀਜ਼ ਜੇ ਲਗਾਤਾਰ ਰੱਖੀ ਹੋਵੇ ਤੇ ਇਹਦੇ ਨਾਲ ਦੋ ਫਾਇਦੇ ਤਾਂ ਹੈਗੇ। ਇੱਕ ਤੇ ਜਿਹੜੀਆਂ ਚੀਜ਼ਾਂ ਦੇ ਲਈ ਡਿਮਾਂਡ ਕਰਦੇ ਨੇ ਕਿਸਾਨ, ਉਹਨਾਂ ਦੀਆਂ ਮੰਗਾਂ ਦਾ ਕੋਈ ਨਾ ਕੋਈ ਅਸਰ ਹੋਊਗਾ, ਤੇ ਦੂਸਰਾ ਜਿਹੜਾ ਪਿਛਲੇ ਦਿਨ ਹੀ ਉਹ ਢਾਹ ਜੀ ਲੱਗ ਗਈ ਸੀ, ਲੈ ਪਾਟ ਗਏ, ਲੈ ਖਤਮ ਹੋ ਗਏ, ਲੈ ਫਲਾਣੇ ਦਾ ਮੂੰਹ ਉਧਰ ਨੂੰ, ਢਿੰਗੜੇ ਦਾ ਉਧਰ ਨੂੰ, ਉਹ ਲੋਕਾਂ ਦਾ ਥੋੜਾ ਜਿਹਾ ਵਿਸ਼ਵਾਸ ਜਿਹਾ ਦੁਬਾਰਾ ਬਹਾਲ ਹੋਊਗਾ ਵੀ ਨਹੀਂ ਯਾਰ ਬੰਦੇ ਖੜਦੇ ਨੇ, ਬੰਦੇ ਤੁਰਦੇ ਨੇ। ਦੇਖੋ ਹੁਣ ਏਕੇ ਦੀ ਗੱਲਬਾਤ ਦੀ ਚਰਚਾ ਹੀ ਆ ਨਾ, ਜਿਹੜੀ ਉਹ MSP ਕਮੇਟੀ ਜੀ ਬਣਾਈ ਸੀ, ਕਿਸਾਨਾਂ ਦੀ ਬੜੀ ਦੇਰ ਤੋਂ ਮੰਗ ਸੀ ਵੀ ਹਾਂ ਭਾਈ ਸਾਹਿਬ ਸਾਨੂੰ MSP ਚਾਹੀਦੀ, ਮਾਰੇ ਇੱਥੇ ਕੁਛ ਕਰੋ, ਤੇ ਇਹ ਡਿਮਾਂਡ ਹੁਣ ਦੀ ਨਹੀਂ, ਇਹ ਤਾਂ ਉਦੋਂ ਦੀ ਜਦੋਂ ਸਾਲ ਸਵਾ ਸਾਲ ਜੇ ਮੋਰਚਾ ਲੱਗਾ ਰਿਹਾ ਤੇ ਉਹਨਾਂ ਸਾਰੀਆਂ ਮੰਗਾਂ ਦੇ ਵਿੱਚ ਉਹ ਜਨਵਰੀ ਦੇ ਵਿੱਚ 15 ਜਨਵਰੀ ਨੂੰ ਕਹਿੰਦੇ ਸੀ ਵੀ ਓਕੇ ਕੰਮ ਆਪਾਂ ਸੈੱਟ ਕਰ ਦਾਂਗੇ, MSP ਦੀ ਗਾਰੰਟੀ ਦੇ ਲਈ ਤੁਹਾਨੂੰ ਕਮੇਟੀ ਬਣਾ ਦਾਂਗੇ ਵੀ ਤੁਸੀਂ ਆਪਣੇ ਬੰਦੇ ਪਾ ਲਿਓ, ਕੰਮ ਸੈੱਟ ਹੋ ਜਾਊ। ਉਹ ਬਣਦੀ ਆ ਮੇਰੇ ਖਿਆਲ ਨਾਲ 7-8 ਮਹੀਨੇ ਬਾਅਦ ਜਾ ਕੇ ਬਣੀ। ਉਹਦੇ ਵਿੱਚ ਵੀ ਇੱਕ ਰੌਲਾ ਇਹ ਸੀਗਾ ਵੀ ਮਹਾਰਾਜ ਤੁਸੀਂ ਜਿਨ੍ਹਾਂ ਦੇ ਲਈ MSP ਬਣਾਉਣੀ ਉਹਦਾ ਬੰਦੇ ਹੀ ਨਹੀਂ ਲਏ ਵਿੱਚ। ਤੇ ਫਿਰ ਉਦੋਂ ਪਿਛਲੇ ਹਿੱਸੇ ਆ ਜਿਹੜਾ ਮੌਨਸੂਨ ਸੈਸ਼ਨ ਚੱਲਦਾ ਸੀ, ਖੇਤੀ ਮੰਤਰੀ ਤੋਮਰ ਸਾਹਿਬ ਕਹਿੰਦੇ, ਉਹ ਕਹਿੰਦੇ ਨਾ ਅਸੀਂ ਕਦੋਂ ਕਿਹਾ MSP ਦੀ ਗਾਰੰਟੀ ਵਾਲੀ ਕੋਈ ਗੱਲਬਾਤ। ਉਹ ਤਾਂ ਬਾਕੀ ਕੁਝ ਖੇਤੀ ਦੀਆਂ ਤਕਨੀਕਾਂ ਨਵੀਆਂ ਲਿਆਉਣੀਆਂ ਨੇ, ਖੇਤੀ ਨੂੰ ਬਹੁਤ ਜ਼ਿਆਦਾ ਉੱਪਰ ਚੁੱਕਣ ਦੀ ਲੋੜ ਹੈ, ਉਹਦੇ ਤੇ ਕੰਮ ਕਰਨ ਦੀ ਲੋੜ ਹੈ, ਉਹਦੇ ਲਈ ਕਮੇਟੀ ਬਣਾਈ ਆ। ਕਿਸਾਨ ਜਥੇਬੰਦੀਆਂ ਨੂੰ ਕਿਹਾ ਸੀ ਆਪਣੇ ਬੰਦੇ ਦੇ ਦਿਓ, ਇਹਨਾਂ ਨੇ ਨਹੀਂ ਦਿੱਤੇ। ਉਹ ਗੱਲ ਵਿੱਚ ਹੀ ਹੈ, ਕਿਉਂਕਿ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਕਿਸਾਨ ਜਥੇਬੰਦੀਆਂ ਨੇ ਆਪਣੇ ਨੁਮਾਇੰਦੇ ਜੇ ਵਿੱਚ ਨਹੀਂ ਪਾਏ ਜੀ, ਨਹੀਂ ਪਾਏ। ਇਹਨਾਂ ਦੇ ਨੁਮਾਇੰਦਿਆਂ ਤੋਂ ਬਿਨਾਂ ਹੀ ਅਗਲਿਆਂ ਨੇ 22 ਤਰੀਕ ਨੂੰ ਮੀਟਿੰਗ ਰੱਖ ਲਈ ਵੀ ਅਸੀਂ ਬਹਿ ਕੇ ਮੀਟਿੰਗ ਕਰਨੀ। ਹੁਣ ਜਿਹੜੀ ਕਮੇਟੀ ਦੀ ਅਜੇ ਪਹਿਲਾਂ ਡਿਮਾਂਡ ਹੁੰਦੀ ਸੀ, ਫਿਰ ਉਹ ਬਣ ਗਈ, ਬਣ ਵੀ ਗਈ ਤੇ ਪਤਾ ਨਹੀਂ ਕਿਹੋ ਜਿਹੀ ਬਣੀ, ਉਹਦੇ 'ਚ ਕਿਸਾਨਾਂ ਦੇ ਨੁਮਾਇੰਦੇ ਵੀ ਹੈ ਨਹੀਂ, ਤੇ ਉਹਨਾਂ ਦੀ ਮੀਟਿੰਗ ਵੀ ਰੱਖ ਲਈ ਅਗਲਿਆਂ ਨੇ। ਕਿਸਾਨਾਂ ਨੂੰ ਇਤਰਾਜ਼ ਉਹਨਾਂ ਨੇ 2-3 ਕੀਤੇ। ਪਹਿਲੀ ਗੱਲ ਉਹ ਕਹਿੰਦੇ ਜੀ ਇਹ ਇਕੱਲੀ ਸੁਝਾਅ ਦੇਣ ਵਾਲੀ ਕਮੇਟੀ ਹੈ। ਦੂਸਰਾ ਕਹਿੰਦੇ ਟਾਈਮ ਬਾਉਂਡ ਕੋਈ ਨਹੀਂ ਕਿ ਪਤਾ ਨਹੀਂ ਸਾਲ ਚੱਲਣੀ, 5 ਸਾਲ ਚੱਲਣੀ, ਕੰਮ ਕਦੋਂ ਹੋਊਗਾ। ਤੀਸਰਾ ਉਹ ਕਹਿੰਦੇ ਜੀ 29 ਮੈਂਬਰ ਆ, 29 ਚੋਂ 26 ਨੇ ਸਰਕਾਰ ਦੇ, 26 ਦੇ ਵਿੱਚੋਂ ਵੀ ਕਈ ਉਹ ਨੇ ਜਿਹੜੇ ਖੇਤੀ ਕਾਨੂੰਨਾਂ ਦੇ ਪੱਖ 'ਚ ਸੀ। ਤਾਂ ਕਹਿੰਦੇ ਸਾਡੇ 3 ਬੰਦੇ ਉੱਥੇ ਕਰਨਗੇ ਕੀ? ਯਾਨੀ ਮੰਨ ਲਓ 5 ਮੈਂਬਰ ਇੱਕ ਕਮੇਟੀ ਹੁੰਦੀ, ਉਹ 'ਚੋਂ 2 ਇਹਨਾਂ ਦੇ ਹੁੰਦੇ, 1 ਹੁੰਦਾ, 3 ਹੁੰਦੇ, ਫਿਰ ਤਾਂ ਸਮਝ ਆਉਂਦੀ ਸੀ। ਉਹ ਕਹਿੰਦੇ 29 ਦੇ ਵਿੱਚੋਂ ਜੇ 3.5 ਰੌਲਾ ਵੀ ਪਾਉਣਗੇ 26 ਨੇ ਸੁਣਨੀ ਹੈ, ਜਾਂ 3 ਬੰਦੇ ਬਾਈਕਾਟ ਵੀ ਕਰ ਦੇਣਗੇ ਉਹਨੇ ਸੁਣਨੀ ਹੈ। ਬਾਕੀ ਕਹਿੰਦੇ ਜਦ ਉਹਦੇ ਕੋਲ ਅਧਿਕਾਰ ਹੀ ਕੋਈ ਨਹੀਂ ਤਾਂ ਫਿਰ ਕਮੇਟੀ ਬਣਾ ਕੇ ਗੁਗਲੋਂ ਤੋਂ ਮਿੱਟੀ ਨਾ ਹੀ ਝਾੜੋ ਤਾਂ ਤੁਸੀਂ ਚੰਗਾ। ਹਾਂ, ਰੌਲਾ ਪੈ ਜਾਣਾ, ਕਿਉਂਕਿ ਇੱਕ ਲਖੀਮਪੁਰ ਖੀਰੀ ਵਾਲੇ ਮਸਲੇ ਜਦੋਂ ਇਕੱਠ ਹੋ ਗਿਆ, ਉੱਪਰੋਂ ਮੀਟਿੰਗ ਆ ਗਈ, ਕਮੇਟੀ ਦਾ ਹਿਸਾਬ ਕਿਤਾਬ ਜਿਹੜਾ ਕਿਸਾਨ ਕਹਿੰਦੇ ਸਾਨੂੰ ਸਮਝ ਨਹੀਂ ਆਉਂਦਾ, ਇਹ ਖਲਾਰਾ ਵਧਣ ਨੂੰ ਵੱਧ ਵੀ ਸਕਦਾ, ਸਰਕਾਰ ਨੂੰ ਸਮੇਟਣਾ ਪਊਗਾ। ਚਲੋ ਆਸ ਕਰਦੇ ਵੀ ਇਹ ਕੰਮ ਨਿਬੜ ਜੇ। ਬਾਕੀ ਗੱਲ ਇਹ ਆ ਵਾਟ ਸਾਹਿਬ ਕਿ ਵੀ ਖੇਤੀ ਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਖੇਤੀ ਉਦਯੋਗ ਹੀ ਦੀਦਾ ਅਗਲਿਆਂ ਨੂੰ, ਕਿਉਂਕਿ ਜਦੋਂ ਆਪ ਪਿਛਲੇ ਦਿਨ ਆਪਾਂ ਕੋਵਿਡ 'ਚ ਵੀ ਗੱਲ ਕਰਦੇ ਹਾਂ ਵੀ ਹੋਰ ਕੋਈ ਇੰਡਸਟਰੀ ਨਹੀਂ ਸੀ ਚੱਲਦੀ, ਕਿਹੜੀ ਚੱਲੀ? ਖੇਤੀ ਇੰਡਸਟਰੀ ਜੀ। ਫਿਰ ਉਹ ਕਹਿੰਦਾ ਵੀ ਇਹਦੇ 'ਚ ਤਾਂ ਬੜਾ ਕੰਮ ਵਧੀਆ ਮਹਾਰਾਜ, ਨਾਲੇ ਖਾਦਾਂ 'ਚੋਂ ਸਬਸਿਡੀ, ਨਾਲੇ ਦਵਾਈਆਂ 'ਚੋਂ ਸਬਸਿਡੀ, ਨਾਲੇ ਕੋਈ ਗੱਲ ਨਹੀਂ ਬੀਜ ਦਾ ਮਾਰਕਾ ਲਾ ਕੇ ਵੇਚ ਦਿਓ। ਬਾਅਦ 'ਚ ਪਤਾ ਲੱਗੇ ਯਾਰ ਬੀਜ ਇਹਨੂੰ ਲੱਗਾ ਹੀ ਕੁਛ ਨਹੀਂ, ਉਹ ਕਹਿੰਦੇ ਬੀਜ ਥੋੜਾ ਸੀਗਾ ਇਹਦੇ, ਵੈਸੇ ਉੱਥੋਂ ਫੜ ਕੇ ਦਾਣੇ ਦੇ ਤੁਹਾਨੂੰ ਵੇਚ ਦਿੱਤੇ, ਉੱਤੇ ਠੱਪਾ ਲਾ ਕੇ, ਪੁੱਛਣ ਵਾਲਾ ਕੋਈ ਨਹੀਂ ਜੀ। ਇਹੋ ਜਿਹੀ ਗੱਲ ਜਿਹੜੀ ਆ ਪਿਛਲੇ ਦਿਨ ਹੀ, ਕਿਉਂਕਿ ਜਿਹੜੇ ਚੰਨੀ ਸਾਹਿਬ ਦੀ ਸਰਕਾਰ ਦੇ ਵਿੱਚ ਥੋੜ੍ਹੇ ਚਿਰ ਦੇ ਲਈ ਖੇਤੀ ਮੰਤਰੀ ਰਹੇ ਸੀ ਕਰਨਦੀਪ ਨਾਭਾ ਹੋਰੀ, ਉਹਨਾਂ ਦੀ ਚਿੱਠੀ ਦਾ ਅਸਰ ਕੰਮ ਕਰ ਰਿਹਾ, ਕਿਉਂਕਿ ਉਹਨਾਂ ਨੇ ਕਿਹਾ ਸੀ ਮਹਾਰਾਜ ਪਰਾਲੀ ਦਾ ਪ੍ਰਬੰਧਨ ਕਰਨ ਦੇ ਲਈ ਮਸ਼ੀਨਾਂ ਤੇ ਸਬਸਿਡੀ ਦੇਣ ਲਈ ਕੇਂਦਰ ਸਰਕਾਰ ਨੇ ਪੈਸੇ ਦਿੱਤੇ ਸੀ 1178 ਕਰੋੜ। ਉਹਦਾ ਹਿਸਾਬ ਨਹੀਂ ਇਹ ਦਿੰਦਾ ਕੋਈ, ਮਹਾਰਾਜ ਪਤਾ ਕਰ ਲਓ ਇੱਥੋਂ, ਜਦੋਂ ਕਿਸੇ ਨੇ ਹਿਸਾਬ ਦਿੱਤਾ ਉਹ ਮੋਦੀ ਸਾਹਿਬ ਨੂੰ ਚਿੱਠੀ ਲਿਖਤੀ ਉਹਨਾਂ ਨੇ। ਹੁਣ ਉਹ ਜਿਹੜਾ ਰੌਲਾ ਘੁੰਮਦਾ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੇ ਕਿਹਾ ਤਾਂ ਵੀ ਵਿਜੀਲੈਂਸ ਜਾਂਚ ਕਰੂਗੀ ਭਾਈ ਇਹਦੀ, ਜੇ ਨਹੀਂ ਅਫਸਰ ਹਿਸਾਬ ਦਿੰਦੇ ਫਿਰ ਪਤਾ ਕਰਨਾ ਪਊ। ਦੇਖੋ ਸੰਧਾਲੀਆ ਸਾਹਿਬ 2-3 ਚੀਜ਼ਾਂ ਤਾਂ ਪੱਕੀਆਂ ਨੇ, ਜੇ 12% ਦੀ ਮਸ਼ੀਨਾਂ ਆਈਆਂ ਹੀ ਨਹੀਂ ਪਰ ਪੈਸੇ ਆ ਗਏ, ਇਹਦਾ ਮਤਲਬ ਹੈ ਕਿ ਜਾਂ ਤਾਂ ਜਿਹੜੀਆਂ ਥਾਵਾਂ ਤੋਂ ਮਸ਼ੀਨਾਂ ਬਣ ਕੇ ਆਉਣੀਆਂ ਸੀ ਉਹਨਾਂ ਨੂੰ ਕਹਿ ਤਾ ਭਾਈ ਮਸ਼ੀਨ ਨਹੀਂ ਚਾਹੀਦੀ ਹੈ, ਇੰਨੇ ਕੁ ਦਾ ਚੈੱਕ ਤੁਹਾਨੂੰ ਦੇਵਾਂਗੇ, ਇੰਨੇ ਕੁ ਵਿੱਚੋਂ ਦੇ ਦਿਓ, ਜਾਂ ਫਿਰ ਮਸ਼ੀਨ ਆ ਗਈ ਅੱਗੇ ਪਿੱਛੇ ਕਰਤੀ, ਜਾਂ ਆਪਣੇ ਬੰਦਿਆਂ ਨੂੰ ਦਵਾਤੀਆਂ ਮਸ਼ੀਨਾਂ। ਜਾਣੀ ਫਿਜ਼ੀਕਲੀ ਉਹ 12-13% ਚੀਜ਼ਾਂ ਲੱਭਦੀਆਂ ਨਹੀਂ, ਤੇ 1178 ਕਰੋੜ ਦੇ ਵਿੱਚੋਂ ਕਹਿੰਦੇ ਜੀ 100 ਤੋਂ ਲੈ ਕੇ 150 ਕਰੋੜ ਦਾ ਘਪਲਾ ਹੋ ਸਕਦਾ। ਤੁਸੀਂ ਜਿਹੜੇ 10% ਦੀ ਗੱਲ ਕਰਦੇ ਹੋ ਨਾ ਮਿਸਟਰ 10%, 10% ਦੇ ਰੁਪਈਏ ਜਾਣੀ ਇੱਧਰ ਉੱਧਰ ਹੋਏ ਹੈ। ਹੁਣ ਇਹ ਵੀ ਨਹੀਂ ਹੈ ਕਿ ਕੰਪਨੀ ਵਾਲਾ ਇਕੱਲਾ ਖਾ ਗਿਆ, ਕਿਸਾਨ ਇਕੱਲਾ ਖਾ ਗਿਆ, ਜਾਂ ਅਫਸਰ ਇਕੱਲਾ ਖਾ ਗਿਆ। ਇਹਦਾ ਮਤਲਬ ਕਿ 100-150 ਕਰੋੜ ਦੇ ਵਿੱਚ ਫਿਰ ਹਿੱਸੇਦਾਰੀ ਤਾਂ ਬਹੁਤ ਵੱਡੇ ਪੱਧਰ ਤੇ ਹੋਊਗੀ ਨਾ। ਉਹਦਾ ਸਭ ਤੋਂ ਪਹਿਲਾਂ ਪਤਾ ਉਦੋਂ ਲੱਗਦਾ ਸੀ ਕਿ ਜਦੋਂ
ਕਾਕਾ ਰਣਦੀਪ ਨਾਭਾ ਹੋਰੀ ਚੰਨੀ ਸਰਕਾਰ ਦੇ ਵਿੱਚ ਖੇਤੀ ਮੰਤਰੀ ਸੀ, ਉਹਨਾਂ ਨੇ ਜ਼ਿਲ੍ਹੇ ਦੇ ਅਫਸਰਾਂ ਨੂੰ ਕਿਹਾ ਮਾੜਾ ਜਿਹਾ ਦੱਸੋ ਭਾਈ ਕਿੱਥੇ ਕਿੱਥੇ ਨੇ, ਉਹ ਹਿਸਾਬ ਸੂਬ ਨਹੀਂ ਦਿੱਤਾ। ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਣ ਗਏ, ਇਹਨਾਂ ਤੱਕ ਗੱਲ ਅੱਪੜੀ, ਉਦੋਂ ਤੱਕ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਚਲੇ ਗਈ ਸੀ, ਇਹਨਾਂ ਨੇ ਕਿਹਾ ਜ਼ਿਲ੍ਹਾ ਅਫਸਰਾਂ ਨੂੰ ਕਿ ਮਾੜਾ ਜਿਹਾ ਦੱਸਿਓ, ਸ਼ੁਰੂ 'ਚ ਉਹ ਵੀ ਨਹੀਂ। ਫਿਰ ਇਹਨਾਂ ਨੇ ਕਿਹਾ ਜੀ ਇੰਨੀ ਕੁ ਤਰੀਕ ਤੱਕ ਦੱਸ ਦਿਓ, ਨਹੀਂ ਤਾਂ ਸਾਨੂੰ ਪੁੱਛਣਾ ਆਉਂਦਾ ਹੈ। ਫਿਰ ਹਿਸਾਬ ਆ ਗਿਆ, ਜਦੋਂ ਹਿਸਾਬ ਆ ਗਿਆ ਤਾਂ ਇਹ ਕਹਿੰਦੇ ਜੀ 100 ਤੋਂ 150 ਕਰੋੜ ਦਾ ਘਪਲਾ, ਸਾਡੇ ਵੱਸ ਦੀ ਗੱਲ ਨਹੀਂ, ਜਾਂਚ ਵਿਜੀਲੈਂਸ ਤੋਂ ਹੋਵੇ ਤੇ ਸਾਰੀ ਮੁੱਢਲੀ ਰਿਪੋਰਟ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਧਾਲੀਵਾਲ ਸਾਹਿਬ ਨੂੰ ਦੇ ਦਿੱਤੀ। ਚਲੋ ਉਹਨਾਂ ਨੇ ਫਿਰ ਹਿਸਾਬ ਕਿਤਾਬ ਲਾਇਆ, ਪਹਿਲਾਂ ਪੂਰਾ ਦੇਖਿਆ ਘੋਖਿਆ, ਸਲਾਹ ਬਲਾ ਕੀਤੀ। ਹੁਣ ਉਹ ਕਹਿੰਦੇ ਜੀ ਕਰੂਗੀ ਵਿਜੀਲੈਂਸ ਜਾਂਚ, ਥੋੜੇ ਦਿਨਾਂ ਦੇ ਵਿੱਚ ਹੀ ਕਲੀਅਰ ਕਰ ਦੂਗੀ ਸਾਰਾ ਕੁਝ। ਸੰਧਾਲੀਆ ਸਾਹਿਬ ਪਤਾ ਲੱਗਣਾ ਚਾਹੀਦਾ, ਕਿਉਂਕਿ ਇਹ ਨਹੀਂ ਕਿ ਊੜਾ ਐੜਾ ਈੜੀ ਕੋਈ ਇੱਕ ਬੰਦਾ ਇਹ 100-150 ਕਰੋੜ ਦਾ ਘਪਲਾ ਕਰ ਗਿਆ, ਉਹਨੇ ਪਹਿਲਾਂ ਵੀ ਕੀਤੇ ਹੋਣੇ ਆ, ਉਹ ਇੱਕਦਮ ਨਹੀਂ ਕਰ ਗਿਆ, ਉਹਨੂੰ ਆਦਤ ਪੁਰਾਣੀ ਹੋਣੀ ਹੈ। ਉਹਦੇ ਨਾਲ ਸੰਬੰਧਿਤ ਜਿੰਨੇ ਵੀ ਅਗਲੇ ਪਿਛਲੇ ਪ੍ਰੋਜੈਕਟ ਆ ਸਾਰਿਆਂ ਦੀ ਜਾਂਚ ਪੜਤਾਲ ਹੋ ਜਾਣੀ ਚਾਹੀਦੀ ਹੈ। ਤੁਹਾਨੂੰ ਕਈ ਲੱਭਣੇ ਆ, ਘਰ 'ਚ ਚੀਜ਼ ਗੁਆਚੀ ਹੋਵੇ ਨਾ, ਮੰਨ ਲਓ ਸੰਧਾਲੀਆ ਸਾਹਿਬ ਮੈਂ 5 ਰੁਪਏ ਜਾਂ ਤੁਸੀਂ 500 ਰੱਖ ਕੇ ਗਵਾ ਲੈ, ਅੱਛਾ $5 ਤੇ ਮੈਂ 500 ਰੁਪਈਆ, ਮਰੇ ਫੇਰ ਵੀ 250 ਬਣਦਾ ਹੀ, ਫੇਰ ਜਾਣੀ ਬੰਦਾ ਫੇਰ ਵੀ ਅੱਧ ਤੇ ਵੀ ਨਹੀਂ ਜਾਣਦਾ ਮੈਨੂੰ। ਨਹੀਂ 300 ਬਣਦਾ ਸਰ। ਨਹੀਂ ਹਿਸਾਬ ਦੇਖੋ ਵੀ ਨਿਸ਼ਚਿਤ ਕੀਤਾ ਅੱਜ ਕੱਲ੍ਹ ਤੇ ਵੱਧ। ਅੱਛਾ ਚਲੋ, ਜਾਣੀ ਬੰਦਾ ਕਈ ਵਾਰੀ ਨਾ ਰੱਖ ਕੇ ਗਵਾ ਲੈ, ਸਾਰਾ ਘਰ ਫੂਲ ਮਾਰੀਦਾ। ਹੋ ਸਕਦਾ ਹੈ ਕਿ ਹੋਰ ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਲਾਪਣ। ਇਸ ਕਰਕੇ ਜੇ ਭਾਈ ਕਿਸੇ ਤੇ ਸ਼ੱਕ ਹੋਇਆ, ਜਦੋਂ ਦਾ ਡੀਟੀ ਦੇ ਅਗਲਾ ਆਇਆ, ਜਦੋਂ ਦਾ ਕੋਈ ਚੰਗਾ ਸਟੇਸ਼ਨ ਸਾਂਭਿਆ, ਕਿਉਂਕਿ ਸਬਸਿਡੀ ਇਕੱਲੀ ਆਹੀ ਨਹੀਂ ਆਈ, ਇੱਥੇ ਬਹੁਤ ਕੁਛ ਆਉਂਦਾ ਜਾਂਦਾ ਰਹਿੰਦਾ ਖੇਤੀਬਾੜੀ ਦੇ ਨਾਂ ਤੇ। ਕਿਸਾਨ ਦੇ ਘਰੇ ਭੰਗ ਭੁੱਜਦੀ ਹੁੰਦੀ ਆ, ਇਹਨਾਂ ਦੇ ਘਰੇ ਕਈ ਵਾਰੀ ਮੁਰਗੇ ਰਿੱਝਦੇ ਹੁੰਦੇ ਆ, ਕਿ ਉਹ ਕਿੱਥੋਂ ਰਿੱਝਦੇ ਰਹੇ, ਭਾਫਾਂ ਕਿੱਥੋਂ ਨਿਕਲਦੀਆਂ ਰਹੀਆਂ, ਉਹ ਪਤਾ ਲੱਗ ਜੂਗਾ। ਆਹ ਨਹੀਂ ਦੇਖੋ, ਕਾਰਨ ਹੈ ਸਬਸਿਡੀ ਬਾਰੇ ਤੇ ਆਪਾਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ ਵੀ ਇਹ ਸਬਸਿਡੀ ਉਹਨੂੰ ਮਿਲਣੀ ਚਾਹੀਦੀ ਹੈ ਜਿਹਦਾ ਹੱਕ ਬਣਦਾ ਜੀ। ਪਰ ਸਬਸਿਡੀ ਮੇਰੇ ਖਿਆਲ ਨਾਲ ਜਦੋਂ ਤੋਂ ਚੱਲਦੀ ਆਉਂਦੀ ਹੈ ਇੰਨੇ ਚਿਰ 'ਚ ਤੇ ਇੱਕ ਹੁੰਦੀ ਚੋਰ ਮੋਰੀ, ਇੱਕ ਹੁੰਦੀ ਮੋਰੀਆਂ ਵੀ ਸੁਧੀ ਛਾਣਨੀ। ਕਿਉਂਕਿ ਕਿਸੇ ਵੀ ਆਪਾਂ ਇਕੱਲੀ ਇੱਕ ਮਹਿਕਮੇ ਦੀ ਜਾਂ ਇੱਕ ਤਰ੍ਹਾਂ ਦੀ ਸਬਸਿਡੀ ਦੀ ਗੱਲ ਨਹੀਂ ਕਰਦੇ, ਜਿੱਥੇ ਕਿਤੇ ਵੀ ਸਬਸਿਡੀ ਦਾ ਰੌਲਾ ਪੈਂਦਾ ਉੱਥੇ ਅਗਲੇ ਨੇ ਹੱਲ ਲੱਭ ਲਿਆਉਂਦਾ। ਕਿਉਂਕਿ ਸਬਸਿਡੀ ਦਾ ਪੈਸਾ ਤੁਰਨਾ ਉੱਪਰੋਂ ਆ, ਫਾਈਲਾਂ ਤੇ ਬੰਦਿਆਂ ਦੇ ਹੱਥਾਂ ਵੇਚ ਦੀ ਲੰਘਣੀਆਂ ਨਾ ਜੀ। ਤੇ ਹੁਣ ਜੇ ਮੰਨ ਲਓ ਵੀ ਰੋਜ਼ ਪਤਾ ਹੋਵੇ ਵੀ ਇੱਧਰੋਂ ਆਏ ਐਨੂੰ ਚੱਲ ਗਏ, ਇੱਧਰੋਂ ਆਏ ਐਨੂੰ ਚੱਲ ਗਏ, ਆਹ ਆਇਆ ਹੀ, ਇਹ ਮੰਗਦਾ ਹੀ, ਕੁਛ ਨਾ ਕੁਛ ਕਰ ਲਈਏ ਵਿੱਚੋਂ, ਉਹ ਕਰਦਿਆਂ ਕਤਰਦਿਆਂ ਸਾਲਾਂ ਤੱਕ। ਤੇ ਉਹ ਹੁੰਦਾ ਨਾ ਵੀ ਪਹਿਲਾਂ ਹੁੰਦਾ ਕਿ ਸਹਿਆ ਲੰਘਿਆ, ਉਹ ਇੱਕ ਅੱਧੀ ਰ ਲੰਘਦਾ, ਜਦੋਂ ਸਹੇ ਤੋਂ ਬਾਅਦ ਫਿਰ ਪਿਆ ਪੈ ਜਾਂਦਾ ਨਾ, ਉਹਦਾ ਜ਼ਰੂਰ ਪਤਾ ਕਰਨਾ ਚਾਹੀਦਾ ਵੀ ਜਿਹੜੀਆਂ ਸਬਸਿਡੀਆਂ ਦੇ ਪਏ ਨੇ ਵੀ ਉਹਨਾਂ ਦਾ ਹੱਲ ਕੀ ਹੈ। ਕਿਉਂਕਿ ਜੇ ਆਪਾਂ ਖੇਤੀ ਨਾਲ ਰਿਲੇਟਡ ਹੀ ਗੱਲ ਕਰ ਲਈ, ਇਹ ਵੀ ਖੇਤੀ ਨਾਲ ਰਿਲੇਟਡ ਹੀ ਸੀਗਾ ਵੀ ਉਹਨਾਂ ਨੇ ਕੋਈ ਮਸ਼ੀਨਰੀ ਲੈਣੀ ਸੀ, ਮਸ਼ੀਨਰੀ ਜਿਹੜੇ ਕਿਸਾਨ ਨੇ ਖਰੀਦੀ ਹੋਊਗੀ ਉਹਨੂੰ ਸਬਸਿਡਾਈਜ਼ ਮਿਲ ਜਾਵੇ, ਜੇ ਅਗਲਾ ਬੰਦਾ ਖਰੀਦ ਲਵੇ, ਉਹਦੇ 'ਚ ਪਹੁੰਚ ਹੈ ਨਹੀਂ ਸੀ, ਚੱਲ ਸਰਕਾਰ ਮਦਦ ਕਰ ਦੂਗੀ। ਹੁਣ ਅੱਜ ਤੋਂ ਪਹਿਲਾਂ ਆਪਾਂ ਖਾਦਾਂ ਦੀ ਗੱਲ ਕਰਦੇ ਹਾਂ, ਆਪਾਂ ਦਵਾਈਆਂ ਦੀ ਗੱਲ ਕਰਦੇ ਹਾਂ, ਬੀਜਾਂ ਦੀ ਗੱਲ ਕਰਦੇ ਹਾਂ, ਸਰਕਾਰ ਕਈਆਂ ਥਾਵਾਂ 'ਤੇ ਕਹਿੰਦੇ ਫਲਾਣੇ ਥਾਂ 'ਤੇ ਸਬਸਿਡੀ ਦੇ ਰਹੇ ਹਾਂ, ਇਹ ਅਸੀਂ ਸਿੱਧਾ ਕੰਪਨੀ ਨੂੰ ਦੇ ਰਹੇ ਹਾਂ, ਕਿਉਂਕਿ ਕੰਪਨੀ ਭਾਈ ਸਾਹਿਬ ਇਹ ਚੀਜ਼ ਬਣਾਉਂਦੀ ਹੈ ਅਤੇ ਸਰਕਾਰ ਚਾਹੁੰਦੀ ਵੀ ਲੋਕਾਂ ਤੱਕ ਇਹ ਸਸਤੀ ਪਹੁੰਚੇ। ਇਹ ਕਿਉਂ ਨਹੀਂ ਕੀਤਾ ਜਾਂਦਾ ਵੀ ਯਾਰ ਜਿਹੜੇ ਬੰਦੇ ਨੇ ਉਹ ਚੀਜ਼ ਲੈਣੀ ਆ ਤੁਸੀਂ ਉਹਨੂੰ ਦੇਖੋ। ਇੱਕ ਤਾਂ ਵਰਤੋਂ ਘੱਟ ਜੂ, ਵੀ ਮੰਨ ਲਓ ਜੇ ਸਰਕਾਰ ਕਹਿੰਦੀ ਵੀ 2 ਬੋਰੀਆਂ ਯੂਰੀਆ ਪਾਉਣੀ ਅੱਗੇ ਵੀ ਆਪਾਂ ਕਹਿੰਦੇ DAP 1 ਪਾਉਣੀ, ਹੁਣ ਜੇ ਅਗਲੇ ਨੂੰ ਲੱਗਦਾ ਵੀ ਯਾਰ DAP 1 ਬੋਰੀ ਪਾਈ, ਇਸ ਬੰਦੇ ਨੇ ਪਾਈ, ਇਹਨੇ ਇੰਨੇ ਦਾ ਖਰਚਾ ਕੀਤਾ ਸੀ, ਆਹ ਲੈ ਭਾਈ ਤੇਰੇ ਪੈਸੇ। ਤੇ ਜਦੋਂ ਅਗਲਿਆਂ ਨੂੰ ਪਤਾ ਲੱਗਦਾ, ਅਗਲਾ ਕੀ ਪਤਾ ਉੱਥੇ ਕਾਗਜ਼ਾਂ 'ਚ ਕਿੰਨੀਆਂ ਬੋਰੀਆਂ DAP ਬਣਾ ਕੇ ਤੇ ਕਦੋਂ ਕਿਹਨੂੰ ਕਿੱਧਰ ਨੂੰ ਵੇਚ ਕੇ ਕਿੱਧਰ ਨੂੰ ਚਾੜ ਦਿੰਦਾ, ਤੇ ਤੁਸੀਂ ਅਚਾਨਕ ਇਹਨੇ ਸਬਸਿਡੀ, ਉਹ ਕਹਿੰਦੇ ਜੀ ਇੰਨੇ ਕਰੋੜ ਬਣ ਗਈ। ਇਹ ਗੱਲ ਹੈ ਬਾਰ ਸਾਹਿਬ, ਜੇ ਤੁਹਾਡੇ ਕੋਲ ਕਰੋੜ ਰੁਪਈਆ ਹੋਵੇ ਫੇਰ ਕੀ ਕਰੋ ਤੁਸੀਂ? ਹੋ ਸਕਦਾ ਮੈਂ ਕੋਈ ਕਰਨ ਜੋਗਾ ਨਾ ਰਹਾ, ਕਿਉਂ ਫੇਰ ਮੈਂ ਮੌਨ ਹੀ ਧਾਰ ਲਾਂ, ਲੈ ਦੱਸ ਰੁਪਈਆ ਦੇ ਕੇ ਦਿਮਾਗ ਹੀ ਕੰਮ ਕਰਨੋਂ ਹਟ ਜੇ। ਸੱਚੀ ਗੱਲ ਆ, ਨਹੀਂ ਕਰੋੜ ਰੁਪਈਆ ਦੇ ਨਾ, ਡਾਲਰ ਦੀ ਨਹੀਂ ਗੱਲ। ਨਹੀਂ ਮੈਂ ਕਰੋੜ ਰੁਪਈਏ ਦੀ ਗੱਲ ਕਰਦਾ, ਮੈਂ ਜਾਣੀ ਕਰੋੜ ਰੁਪਈਆ ਦੇਖ, ਹੋ ਸਕਦਾ ਮੈਂ ਪਿੰਡ ਮੂਹਰੇ ਲਾ ਲਾਂ। ਨਹੀਂ ਤੁਸੀਂ ਪਰ ਜਿੱਦਾਂ ਮੌਨ ਜਿਹਾ ਧਾਰਿਆ, ਮੈਨੂੰ ਇਹ ਕਦੇ ਸਰੀਰ ਨਾ ਛੱਡ ਪਤਾ ਲੱਗੇ ਬਾਅਦ ਚ ਆਈਆਂ ਕਿ ਕੁਛ ਨਹੀਂ ਇੱਥੇ ਨੋਟ ਪਏ ਆ, ਹੁਣ ਇੱਥੇ ਹੀ ਲਾ ਦਿਓ। 2 ਵਾਰਾਂ ਐ ਚੋਕੇ ਵੇਖੀ ਗੱਡੀ ਜੀ, ਇੱਥੇ ਹੀ ਬਸ ਮੁੜ ਕੇ ਸਾਹ ਹੀ ਨਹੀਂ ਲਿਆ, ਇੱਥੇ ਮੁੜ ਕੇ ਹੌਕਾ ਹੀ ਲੈ ਗਿਆ, ਨੋਟਾਂ ਦੀ ਢੇਰੀ ਕੋਈ ਢੇਰੀ ਹੋ ਗਿਆ। ਬੰਦੇ 'ਚ ਹੈ ਕੀ ਆ ਜੀ? ਆ ਤੁਸੀਂ ਵੇਖੋ ਵੀ 1 ਕਰੋੜ ਦੇ ਨਾਂ ਦੇ ਤੁਸੀਂ ਇੱਥੋਂ ਤੱਕ ਦੀਆਂ ਗੱਲਾਂ ਕਰਨ ਲੱਗ ਪਏ, ਤੇ ਆ ਜਿਹੜੇ 100 ਕਰੋੜ 50 ਕਰੋੜ ਪਤਾ ਨਹੀਂ ਕਿੱਥੋਂ ਕਿੱਧਰ ਨੂੰ ਹੋ ਜਾਂਦੇ ਆ, ਉਦੋਂ ਬਾਅਦ ਅਗਲਾ ਕਹਿੰਦਾ ਵੀ ਹੈਂ ਕਿੰਨੇ ਕਰੋੜ ਆਖਿਆ? ਇੱਥੇ ਹੋਣਾ ਯਾਰ, ਕਿਤੇ ਪਤਾ ਨਹੀਂ, ਕਿਤੇ ਫਾਈਲਾਂ 'ਚ ਵੇਖ ਲਓ, ਸਾਨੂੰ ਤਾਂ ਪਤਾ ਨਹੀਂ। ਕਈ ਬੰਦੇ ਮੈਂ ਤੁਸੀਂ ਵੀ ਕਈ ਗੱਲਾਂ ਕਰਦੇ ਹੁੰਦੇ ਆ, ਤਾਂ ਉਹ ਦੇਖਿਆ ਵੀ ਮੈਂ ਹੈਰਾਨ ਹੀ ਹੁੰਦਾ, ਤੁਸੀਂ ਤਾਂ ਫੋਨ 'ਤੇ ਲੱਗੇ ਹੁੰਦੇ ਆ, ਫਿਰ ਆਓ ਛੋਟਾ ਜਿਹਾ ਸੌਦਾ ਮਾਰਿਆ ਹੀ ਸੀਗਾ, ਉੱਥੇ 40 ਲੱਖ ਬਿਆਨਾ ਦਿੱਤਾ ਹੀ। ਨਹੀਂ ਵੈਸੇ ਮੈਂ ਕਹਿੰਦਾ ਯਾਰ ਜੇ 40 ਲੱਖ ਬਿਆਨਾ, ਇਹ ਜੇ ਛੋਟਾ ਹੀ ਹੈ, ਪਰ ਵੀ ਤੂੰ ਹੈ ਨਹੀਂ ਇਹਨਾਂ ਦੇ, ਤੂੰ ਤਾਂ ਉਹਦੇ ਅੱਖ ਦੇ ਵਿੱਚ ਵੀ ਕਿਤੇ ਮਾੜਾ ਹੋਣਾ ਕੱਢ ਕੇ
ਸਿੱਟਣ ਵਾਲੀ ਚੀਜ਼ ਹੀ ਆ ਇਹਨਾਂ ਦੇ ਲਈ। 40 ਲੱਖ ਬਿਆਨਾ ਕਿੰਨੇ ਦਿੱਤਾ ਤੇ ਕਿਹਨੂੰ ਦਿੱਤਾ ਇਹ ਵੀ ਤਾਂ ਦੱਸੋ। ਨਹੀਂ ਦਿੱਤਾ ਚਾਹੇ ਨਹੀਂ ਦਿੱਤਾ, ਗੱਲ ਤਾਂ ਬਣ ਗਈ ਨਾ। ਤੁਸੀਂ ਦੇਖਿਆ ਵੀ ਇਹ ਕਰੋੜ ਮੇਰੇ ਨਾਲ ਲਾਇਆ 40 ਦੇ ਨਾਲ ਲਾਓ ਤੇ ਨਾਲ ਬਿਆਨੇ ਤੇ ਲਾਉਣਾ ਹੀ। ਪਰ ਇੱਕ ਗੱਲ ਹੈਗੀ ਬਚਾਅ ਤੋਂ ਫੇਰ 60 ਰਹਿ ਗਿਆ। ਉਹ ਕਿਦਾਂ ਬੰਦੇ ਹਿਸਾਬ ਕੀਤਾ ਕਰੋੜ ਚ 40 ਲਾਇਆ। ਅੱਛਾ ਸੰਧਾਲੀਆ ਸਾਹਿਬ ਦੇਖੋ ਗੱਲ ਇਹ ਹੈ, ਪੰਜਾਬ 'ਚ ਲਿਆਉਣਾ ਪਰਿਵਰਤਨ, ਕਿੱਦਾਂ ਦਾ ਤਬਦੀਲੀ। ਅੱਛਾ ਅਜੇ ਤੱਕ ਆਈ ਨਹੀਂ? ਨਹੀਂ ਆ ਗਈ ਹੋਣੀ ਹੈ, ਪਤਾ ਨਹੀਂ। 4-5 ਮਹੀਨੇ ਹੋ ਗਏ। ਉਹ ਮਹਾਰਾਜ ਭਗਵੰਤ ਮਾਨ ਹੋਰਾਂ ਨੇ ਹਿਮਾਚਲ ਜਾ ਕੇ ਕਿਹਾ, ਉਧਰਲੀ ਗੱਲ ਆਪਾਂ ਬਾਅਦ ਚ ਕਰ ਲਈਆਂ। ਪਹਿਲਾਂ ਸਨੌਰ ਦੇ ਇੱਕ MLA ਨੇ ਪਠਾਨ ਮਾਜਰਾ ਸਾਹਿਬ, ਹਰਮੀਤ ਸਿੰਘ ਹੋਰੀ। ਐਤਕੀ ਜਿਹੜੇ 92 MLA ਜਿੱਤੇ ਉਹਨਾਂ ਦੇ ਵਿੱਚੋਂ ਬਹੁਤੇ MLA ਉਹ ਨੇ ਜਿਨ੍ਹਾਂ ਦੇ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਉਹਨਾਂ ਦੇ ਚਿਹਰੇ, ਉਹਨਾਂ ਦੇ ਨਾਮ, ਕਿਉਂਕਿ ਨਵੇਂ ਨੇ ਬੰਦੇ। ਹੁਣ ਦੇਖੋ ਜੇ ਕਿਸੇ ਦਾ ਕੋਈ ਨਿੱਜੀ ਝਗੜਾ ਹੋਵੇ, ਆਪਾਂ ਕਦੇ ਬਹੁਤਾ ਉਹਨੂੰ ਫਰੋਲਣ ਦੀ ਕੋਸ਼ਿਸ਼ ਨਹੀਂ ਕਰਦੇ ਹੁੰਦੇ ਕਿ ਠੀਕ ਹੈ ਬਈ ਤੁਸੀਂ ਆਪਦੀਆਂ ਡਿਊਟੀਆਂ ਪੂਰੀਆਂ ਕਰੋ। ਪਰ ਜਦੋਂ ਆਪਾਂ ਤਬਦੀਲੀ ਦੀ ਬਹੁਤ ਸਾਰੀਆਂ ਉਹਨਾਂ ਚੀਜ਼ਾਂ ਦੀ ਗੱਲ ਕਰਦੇ, ਹੁਣ ਇੱਕ ਬੀਬੀ ਜੀ ਸਾਹਮਣੇ ਆਏ। ਉਹ ਬੀਬੀ ਜੀ ਕਹਿੰਦੇ ਜੀ ਕਿ MLA ਸਾਹਿਬ ਨੇ ਮੇਰੇ ਨਾਲ ਵਿਆਹ ਕਰਾਇਆ ਸੀ ਇਲੈਕਸ਼ਨ ਤੋਂ ਪਹਿਲਾਂ, ਹੁਣ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿਵਾਉਂਦੇ ਆ। ਤੇ ਜਿਹੜੀ ਗੱਲ ਕਰਕੇ ਜ਼ਿਆਦਾ ਸੀਰੀਅਸ ਹੈ ਕੰਮ, ਉਹ ਕਹਿੰਦੇ ਜੀ ਭ੍ਰਿਸ਼ਟ ਵੀ ਨੇ ਕਿ ਕੰਮ ਚੱਲੀ ਜਾਂਦਾ ਪੈਸਿਆਂ ਦੇ ਲੈਣ ਦੇਣ ਦਾ। ਹਾਲਾਂਕਿ ਉਹ ਬੀਬੀ ਜੀ ਨੇ ਵਿੱਚ ਇਹ ਵੀ ਕਿਹਾ ਕਿ ਮੇਰੀ ਵੀ ਪੋਲੀਟੀਕਲ ਬੈਕਗਰਾਊਂਡ ਆ, ਪਤਾ ਨਹੀਂ ਉਹ ਕਿੱਦਾਂ ਨੇ ਕੀ ਨੇ, ਆਪਾਂ ਨਹੀਂ ਉਧਰਲੇ ਪਾਸੇ ਜਾਂਦੇ। ਇਹ ਦੋਸ਼ ਲੱਗਣਾ, ਤੇ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਜੀ ਪਹਿਲਾਂ ਵੀ ਇਹਨਾਂ ਦਾ ਵਿਆਹ ਹੋਇਆ, 2 ਵਿਆਹ ਵਾਲਾ ਮਸਲਾ, ਦੂਸਰੀ ਗੱਲ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣਾ, ਤੀਸਰੀ ਗੱਲ ਜਾਨੋਂ ਮਾਰਨ ਦੀਆਂ ਜੇ ਧਮਕੀਆਂ, ਕਿਉਂਕਿ ਤਿੰਨੋਂ ਚੀਜ਼ਾਂ ਕਾਨੂੰਨ ਤੋਂ ਬਾਹਰ ਨੇ, ਯਾਨੀ ਕਾਨੂੰਨ ਇਹਨਾਂ ਦੀ ਆਗਿਆ ਨਹੀਂ ਦਿੰਦਾ। ਇਸ ਕਰਕੇ ਉਹ ਬੀਬੀ ਜੀ ਦੀ ਗੱਲ ਸੁਣਨੀ ਵਾਜਬ ਸੀ। ਨਾਲ ਇੱਕ ਐਸੀ ਵੀਡੀਓ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਚਰਚਿਤ ਹੋ ਗਈ, ਜਿਹੜੀ ਵੀਡੀਓ ਨੈਤਿਕ ਤੌਰ ਦੇ ਉੱਤੇ ਵੇਖੀ ਵਿਖਾਈ ਨਹੀਂ ਜਾ ਸਕਦੀ। ਹੁਣ ਸੰਧਾਲੀਆ ਸਾਹਿਬ ਜਦੋਂ ਉਹਨਾਂ ਨੇ ਦੋਸ਼ ਲਾਤੇ, ਦੋਸ਼ ਵੱਡੇ ਪੱਤਰਕਾਰ MLA ਸਾਹਿਬ ਵੱਲ ਭੱਜੇ, ਉਹਨਾਂ ਨੇ ਬਹੁਤੀਆਂ ਗੱਲਾਂ ਕਬੂਲ ਕੀਤੀਆਂ ਪਰ ਹੋਰ ਤਰੀਕੇ। ਉਹ ਕਹਿੰਦੇ ਜੀ ਪਹਿਲੀ ਗੱਲ, ਮੈਂ ਉਹਦੇ ਨਾਲ ਵਿਆਹ ਕਰਾਇਆ ਕਿਉਂਕਿ ਬੀਬੀ ਜੀ ਨੇ ਫੋਟੋ ਪਾਤੀਆਂ ਸੀ ਸੋਸ਼ਲ ਮੀਡੀਆ ਤੇ ਐਨੀਵਰਸਰੀ ਨਾਲ ਸੰਬੰਧਿਤ। ਉਹ ਕਹਿੰਦੇ ਜੀ ਮੈਂ ਵਿਆਹ ਕਰਾਇਆ, ਮੈਂ ਇਹਨੂੰ ਖਰਚ ਦਿੰਨਾ, ਮੈਂ ਇਹਨੂੰ ਕਿਰਾਏ ਤੇ ਘਰ ਲੈ ਕੇ ਦਿੱਤਾ, ਮੈਂ ਨਹੀਂ ਕਹਿੰਦੇ ਭੱਜਿਆ, ਮੇਰੇ ਸਾਹਮਣੇ ਕਰਾ ਦਿਓ। ਕਹਿੰਦੇ ਜੀ ਮੈਂ ਕਦੇ ਭੱਜਿਆ ਹੋਵਾਂ। ਦੂਸਰੀ ਗੱਲ, ਉਹ ਫਿਰ ਪੁੱਛਿਆ, ਕਹਿੰਦੇ ਜੀ ਉਹ ਕਹਿੰਦੇ ਤੁਹਾਡਾ ਪਹਿਲਾਂ ਵੀ ਵਿਆਹ ਹੋਇਆ, ਤੁਸੀਂ ਓਲਾ ਰੱਖਿਆ? ਕਹਿੰਦੇ ਕੋਈ ਓਲਾ ਰੱਖਿਆ, ਮੇਰੀ ਘਰ ਵਾਲੀ ਦੀ ਸਹਿਮਤੀ ਨਾਲ ਕਹਿੰਦੇ ਮੈਂ ਦੂਜਾ ਵਿਆਹ ਕਰਾਇਆ, ਤੇ ਉਹ ਬਿਮਾਰ ਠਮਾਰ ਹੈ। ਤੇ ਨਾਲ ਉਹਨਾਂ ਨੇ ਇਹ ਵੀ ਕਹਿਤਾ, ਕਹਿੰਦੇ ਜੀ ਮੇਰੇ ਕੋਲੇ ਲਿਖਤੀ ਵੀ ਪਿਆ ਆਪਣੀ ਪਹਿਲੀ ਘਰ ਵਾਲੇ। ਉਹ ਕਹਿੰਦੇ ਜੀ ਕਾਨੂੰਨੀ ਤੌਰ ਤੇ, ਕਹਿੰਦੇ ਕਾਨੂੰਨੀ ਤਾਂ ਨਹੀਂ, ਪੰਚਾਇਤੀ ਲਿਖਿਆ ਪਿਆ। ਉਹ ਵੀ ਨਾਲ ਹੀ ਰਹਿੰਦੇ ਆ ਬੀਬੀ ਜੀ, ਤੇ ਇਹ ਕਿਤੇ ਹੋਰ ਰਹਿੰਦੇ ਆ। ਅਗਲੀ ਗੱਲ ਜਿਹੜੀ ਭ੍ਰਿਸ਼ਟਾਚਾਰ ਦੀ ਸੀ, ਜਿੱਥੇ ਜਾ ਕੇ ਬਹੁਤਾ ਪੇਚ ਫਸਦਾ, ਉਹ ਕਹਿੰਦੇ ਮੈਂ ਅੱਜ ਜਨਤਕ ਤੌਰ ਤੇ ਕਹਿ ਦੇਣਾ ਵੀ ਮੈਂ ਬਦਲੀ ਵੀ ਕਰਾਈ ਹੋਊਗੀ, ਮੈਂ ਲੋਕਾਂ ਦੇ ਕੰਮ ਵੀ ਕਰਾਏ ਹੋਣਗੇ, ਮੈਂ MLA ਹਾਂ, ਸਰਕਾਰ ਹੈ ਸਾਡੀ, ਕੋਈ 1 ਰੁਪਈਏ ਦੀ ਮੇਰੇ ਵੱਲ ਉਂਗਲੀ ਕਰ ਜਾਏ ਕਿ ਮੈਂ ਕਿਸੇ ਤੋਂ 1 ਰੁਪਈਆ ਵੀ ਲਿਆ, ਕਦੇ ਕਿਸੇ ਨੂੰ ਦਵਾਇਆ, ਕਹਿੰਦੇ ਗੱਲੇ ਹੀ ਕੋਈ ਨਹੀਂ। ਸਗੋਂ ਕਹਿੰਦੇ ਉਹ ਮੈਨੂੰ ਕਹਿੰਦੀ ਸੀ ਕਿ ਤੂੰ ਪੈਸੇ ਪੂਏ ਖਾਇਆ ਕਰ, ਤੂੰ ਭ੍ਰਿਸ਼ਟਾਚਾਰ ਕਰਿਆ ਕਰ। ਇੱਕ ਕਹਿੰਦੇ ਜੀ ਡਾਕਟਰ ਦੀ ਬਦਲੀ ਕਰਾਉਣੀ ਸੀ, ਤਾਂ ਮੈਂ ਕਿਹਾ ਮੈਂ ਬਦਲੀ ਤੇਰੇ ਕਹੇ ਤੇ ਕਰਾ ਦੇਣਾ, ਪਰ ਮੈਂ ਪੈਸਾ ਕੋਈ ਨਹੀਂ ਲੈਣਾ। ਹੁਣ ਤੇ ਜਦੋਂ ਵੀਡੀਓ ਦੀ ਗੱਲ ਆਈ, ਉਹ ਕਹਿੰਦੇ ਜੀ ਦੇਖੋ ਪਰਿਵਾਰ ਦਾ ਮਸਲਾ, ਤੇ ਵੈਸੇ MLA ਸਾਹਿਬ ਕਹਿੰਦੇ ਜੀ ਦੱਸੋ ਸਾਰਿਆਂ ਦੀਆਂ ਤੁਹਾਡਿਆਂ ਦੀਆਂ ਵੀਡੀਓ ਹੋਣੀਆਂ। ਵੈਸੇ ਉਹ ਗੱਲ ਬੜੀ ਅਜੀਬ ਸੀ ਕਿ ਤੁਸੀਂ ਸਾਰਿਆਂ ਨੂੰ ਇੱਕ ਰਸੇ ਕਿਵੇਂ ਬੰਨ੍ਹ ਸਕਦੇ ਹੋ ਕਿ ਸਾਰਿਆਂ ਦੀਆਂ ਵੀਡੀਓ ਹੋਣੀਆਂ। ਸਹੁੰ ਖਾਓ, ਕਹਿੰਦੇ ਜੀ ਕਿਹੜਾ ਕਿਹੜਾ ਬੰਦਾ, ਮੇਰੀ ਗੱਲ ਅੱਜ ਸਾਹਮਣੇ ਆ ਗਈ ਤਾਂ ਮੈਨੂੰ ਸਾਰੇ ਕਮੈਂਟ ਕਰੀ ਜਾਂਦੇ, ਆਹ ਕਰੀ ਜਾਂਦੇ, ਕਿਹੜਾ ਦੁੱਧ ਧੋਤਾ ਬੰਦਾ, ਇੱਦਾਂ ਦੀਆਂ ਕਈ ਗੱਲਾਂ ਕਹੀਆਂ। ਪਰ ਜੇ ਪਹਿਲੀ ਬੀਬੀ ਜਿਹੜੀ ਹੈ, ਪਹਿਲੀ ਉਹਨਾਂ ਦੀ ਧਰਮ ਪਤਨੀ ਜਿਹੜੀ ਹੈ, ਜੇ ਉਹਨਾਂ ਦੇ ਨਾਲ ਲੀਗਲ ਤਲਾਕ ਕੀਤੇ ਤੋਂ ਬਿਨਾਂ ਦੂਜਾ ਵਿਆਹ ਹੋ ਤਾਂ ਕਾਨੂੰਨ ਉਹਦੇ ਅੱਗੇ ਹੀ ਨਹੀਂ ਦਿੰਦਾ। ਦੂਸਰੀ ਗੱਲ ਹੈ ਧਮਕੀ ਦੇਣ ਦੀ ਗੱਲ, ਉਹ ਕਹਿੰਦੇ ਜੀ ਨਹੀਂ ਦਿੱਤੀ, ਬੀਬੀ ਜੀ ਕਹਿੰਦੇ ਧਮਕੀ ਦਿੱਤੀ, ਮੇਰੇ ਕੋਲ ਸਬੂਤ ਹੈ। ਜੇ ਬੀਬੀ ਜੀ ਕੋਈ ਸਬੂਤ ਹੋਇਆ ਤਾਂ ਬਹੁਤ ਗਲਤ ਗੱਲ ਹੈ। ਤੀਸਰੀ ਗੱਲ, ਚੰਗਾ ਹੋਵੇ MLA ਸਾਹਿਬ ਕਿ ਤੁਸੀਂ ਕਿਸੇ ਤੋਂ ਰੁਪਈਆ ਟਕਾ ਨਾ ਲਿਆ ਹੋਵੇ। ਉਹ ਕਿਉਂਕਿ ਬੀਬੀ ਕਹਿੰਦੀ 83,000 ਤਨਖਾਹ ਆ, ਨਾ ਜ਼ਮੀਨ ਦਾ ਠੇਕਾ ਆਉਂਦਾ, ਨਾ ਕੋਈ ਫੈਕਟਰੀ ਚੱਲਦੀ, ਨਾ ਕੋਈ ਹੋਰ ਗੱਲ, 5-5 ਲੱਖ ਮਹੀਨੇ ਦਾ ਖਰਚ ਕਿੱਥੋਂ ਕਰੀ ਜਾਂਦੇ ਆ, ਇੱਕ ਸਪੈਸ਼ਲ ਸ਼ਰਾਬ ਦੀ ਕਿਸਮ ਦੱਸੀ, ਉਹਦੀਆਂ ਪੇਟੀਆਂ ਕਿੱਥੋਂ ਆਉਂਦੀਆਂ। ਤੇ ਉਹ ਕਹਿੰਦੇ ਜੀ ਅਸੀਂ ਖਾਨਦਾਨੀ ਬੰਦੇ ਆ, ਸਾਡੇ ਕੋਲ ਤਾਂ ਪੁਰਾਣੀ ਪ੍ਰਾਪਰਟੀ ਹੈ। ਜਾਣੀ ਪੇਚ ਫਸ ਗਿਆ। MLA ਸਾਹਿਬ ਨੂੰ ਵੀ ਜਵਾਬ ਦੇਣੇ ਔਖੇ ਹੋਏ ਪਏ, ਤੇ ਪਾਰਟੀ ਵੀ ਕੱਲ੍ਹ ਕਸੂਤੀ ਫਸੂਗੀ। ਜੇ ਪਾਰਟੀ ਤੇ ਕਸੂਤੀ ਫਸੂਗੀ, ਮੈਂ ਤਾਂ ਇਹ ਸੋਚਦਾ ਵੀ ਇਹ ਜਿੱਧਰ ਨੂੰ ਤੁਰ ਪਿਆ ਕੰਮ, ਵੀ ਤੜਾਕੀ ਕੱਲ ਨਿਕਲਦੀ ਆ, ਤੇ ਉਦੋਂ ਬਾਅਦ ਜਿੱਦਾਂ ਦੀਆਂ ਵੀਡੀਓਜ਼ ਤੇ ਜੋ ਕੁਝ ਸਾਹਮਣੇ ਆ ਜਾਂਦਾ, ਉਸ ਤੋਂ ਬਾਅਦ ਬੰਦੇ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਬਹੁਤ ਆ। ਹੁਣ ਇੱਕ ਗੱਲ ਹੈ ਵੀ ਸਾਰੇ ਕੁਝ ਦੇ ਵਿੱਚ ਹੋ ਸਕਦਾ ਵੀ ਉਹਨਾਂ ਦਾ ਨਿੱਜੀ ਮਾਮਲਾ ਹੋਵੇ। ਦੂਜੀ ਗੱਲ ਇਹ ਵੀ ਉਹ ਜਿਹੜੇ ਹਲਕੇ ਦੇ MLA ਨੇ, ਉੱਥੋਂ ਦੇ ਹਲਕੇ ਵਾਲੇ ਵਿਚਾਰੇ ਸੋਚਦੇ ਨੇ ਵੀ ਯਾਰ ਆ ਸਾਡੇ ਗੱਲ ਕੀ ਪੈ ਗਈ, ਪਤਾ ਨਹੀਂ ਇਹ ਚੋਂ ਕੀ ਨਿਕਲਣਾ। ਪਰ ਸਭ ਤੋਂ ਵੱਧ ਜੇ ਔਖ ਹੈ ਨਾ, ਤੇ ਉਹ ਆਮ ਆਦਮੀ ਪਾਰਟੀ ਨੂੰ ਔਖ ਹੈ, ਕਿਉਂਕਿ ਕਾਰਨ ਹੈ ਵੀ ਉਹਨਾਂ ਨੂੰ ਮਿਲੀ ਆ ਪਹਿਲੀ ਵਾਰਾਂ ਫੁੱਲ ਫਲੈਜ ਸਰਕਾਰ। ਦਿੱਲੀ ਵਾਲੀ ਠੀਕ ਆ 2-3 ਦਿਨਾਂ ਬਣੀ, ਪਰ ਉਹ ਅੱਧਾ ਬਚਦਾ ਆ ਦਿੱਲੀ, ਉੱਥੇ ਕੀ ਕਰਨਾ ਉਹਨਾਂ ਨੇ। ਇੱਥੇ ਉਹ ਕਹਿੰਦੇ ਸੀ ਤਬਦੀਲੀ ਲਿਆਉਣੀ, ਬਦਲਾਅ ਲਿਆਉਣਾ। ਹੁਣ ਇੱਦਾਂ ਦੀਆਂ ਚੀਜ਼ਾਂ ਜਦੋਂ ਇਹ ਉੱਦਾਂ ਹੀ ਆ ਜਿੱਦਾਂ ਵੀ ਛੱਜ ਤੇ ਆਲਰੇਡੀ ਵਿਰੋਧੀ ਪਾਰਟੀ ਵਾਲਿਆਂ ਨੇ ਬੰਨਿਆ
ਇਹ ਉਦਾਂ ਹੀ ਆ ਵੀ 2 ਮੁੱਠ ਦਾਣਿਆਂ ਦੀ ਹੋਰ ਮਿਲ ਗਈ ਲੈ ਬਾਈ। ਪਹਿਲਾਂ ਵਿਜੇ ਸਿੰਘਲਾ ਸਾਹਿਬ ਲੱਭ ਗਏ ਸੀ, ਇਹ ਤੋਂ ਪਹਿਲਾਂ ਹੋਰ ਕੋਈ ਮੁੱਦਾ ਲੱਭ ਗਿਆ ਸੀ। ਹੁਣ ਜਦੋਂ ਇਹੋ ਜਿਹਾ ਕੁਛ ਹਰੇਕ 1.5-2 ਮਹੀਨੇ ਬਾਅਦ ਕੋਈ ਨਾ ਕੋਈ ਨਿਕਲਦਾ ਆਵੇ, ਕਿਉਂਕਿ 5 ਮਹੀਨਿਆਂ ਦੇ ਵਿੱਚ ਮੇਰੇ ਖਿਆਲ ਦੂਜਾ ਤੀਜਾ ਮਾਮਲਾ ਤੇ ਆ ਗਿਆ ਰੌਲੇ ਰੱਪੇ ਵਾਲਾ। ਹਰੇਕ 1.5-2 ਮਹੀਨੇ ਬਾਅਦ ਜਦੋਂ ਕੁਛ ਨਾ ਕੁਛ ਇਹੋ ਜਿਹਾ ਨਿਕਲ ਆਉਂਦਾ ਤੇ ਉਹਨੂੰ ਨਾਲ ਦੀ ਨਾਲ ਛੱਡਣਾ ਸ਼ੁਰੂ ਕਰ ਦਿੱਤਾ ਜਾਂਦਾ। ਇਹ ਨਾ ਹੋਵੇ ਵੀ ਸਾਲ, 1.5 ਸਾਲ, 2 ਸਾਲ ਤੱਕ ਕੰਮ, ਜਿੱਦਾਂ ਜੇ ਕੱਲ੍ਹ ਪਰਸੋਂ ਆਪਾਂ ਗੱਲ ਕਰਦੇ ਸੀ ਵੀ 5 ਮੰਤਰੀ ਸਾਹਿਬਾਨਾਂ ਨੇ ਬਹਿ ਕੇ ਕਿਹਾ ਵੀ ਆਹ ਦੇਖੋ ਜੀ ਆਹ ਕੰਮ ਕੀਤੇ, ਕੰਮ ਆਪਣੀ ਥਾਂ ਤੇ ਰਹਿ ਜਾਣ, ਰੌਲਾ ਰੱਪਾ ਹੋਰ ਤਰ੍ਹਾਂ ਦਾ ਜ਼ਿਆਦਾ ਪੈ ਜੇ। ਮੈਨੂੰ ਲੱਗਦਾ ਹੁੰਦਾ ਵੀ ਜੇ ਇਹੋ ਜਿਹੀ ਕੋਈ ਗੱਲ ਨਿਕਲੇ, ਪਾਰਟੀ ਨੂੰ ਸਗੋਂ ਓਵਰ ਰਿਐਕਟ ਕਰਨਾ ਚਾਹੀਦਾ। ਇੱਕ ਹੁੰਦਾ ਰਿਐਕਟ ਕਰਨਾ, ਇੱਕ ਹੁੰਦਾ ਓਵਰ ਰਿਐਕਟ ਕਰਨਾ ਚਾਹੀਦਾ, ਤਾਂ ਜੋ ਉਹ ਜਿਹੜਾ ਡੈਮੇਜ ਆ ਉਹ ਕੰਟਰੋਲ ਹੋਵੇ। ਜੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਉਹਨੂੰ ਬੰਦੇ ਨੂੰ ਅੰਦਰ ਬਹਾ ਕੇ ਪੁੱਛ ਲਓ, ਕਿਉਂਕਿ ਟਿਕਟ ਉਹਨਾਂ ਨੇ ਦਿੱਤੀ ਜੀ, ਨੁਮਾਇੰਦਾ ਉਹਨਾਂ ਦਾ, ਨਾਂ ਉਹਨਾਂ ਦਾ ਵੱਜਦਾ, ਸਰਕਾਰ ਉਹਨਾਂ ਦੀ, ਉਹ ਅੰਦਰ ਬਿਠਾ। ਜੇ ਪਹਿਲਾਂ ਗੱਲਾਂ ਬਾਤਾਂ ਅੰਦਰ ਬਿਠਾ ਕੀਤੀਆਂ ਜਾ ਸਕਦੀਆਂ ਤੇ ਹੁਣ ਵੀ ਕਰ ਲੈਣੀ ਚਾਹੀਦੀ। ਵੀਰ ਮੇਰਾ ਤੂੰ ਹੁਣ ਦੱਸ ਦੇ, ਇਹ ਨਾ ਹੋਵੇ ਵੀ ਕੱਲ ਨੂੰ 1.5-2 ਮਹੀਨਿਆਂ ਨੂੰ ਕੋਈ ਗੱਲ ਹੋਰ ਨਿਕਲੇ ਤੇ ਪਾਰਟੀ ਦੀ ਬਦਨਾਮੀ ਤੇਰੇ ਨਾਲੋਂ ਜ਼ਿਆਦਾ ਹੋ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਮੰਨਣੀ ਪਊ, MLA ਸਾਹਿਬ ਲੱਖਾਂ ਲੋਕਾਂ ਦੇ ਨੁਮਾਇੰਦੇ ਹੁੰਦੇ ਆ, ਉਹਨਾਂ ਕੋਲ ਕੰਮਕਾਰ ਕਰਾਉਣ ਦੇ ਲਈ ਬਹੁਤ ਸਾਰੇ ਲੋਕਾਂ ਨੇ ਆਉਣਾ ਜਾਣਾ। ਇੱਕ ਯਕੀਨ ਤੇ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਹੈ। ਆਪਾਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲੇ ਕਹੀ ਜਾਂਦੇ ਆ ਕਿ ਲੋਕਾਂ ਦਾ ਯਕੀਨ ਤੇ ਵਿਸ਼ਵਾਸ ਬਹਾਲ ਕਰ ਲਓ, ਪੰਜਾਬ ਦੀਆਂ ਸਮੱਸਿਆਵਾਂ ਹੱਲ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਤਰਾਜ਼ਯੋਗ ਨੇ ਇਸ ਮੁੱਦੇ ਤੇ, ਪਾਰਟੀ ਨੂੰ ਰਿਐਕਟ ਕਰਨਾ ਚਾਹੀਦਾ, ਬਹੁਤ ਚੰਗੇ ਤਰੀਕੇ ਕਰਨਾ ਚਾਹੀਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜੇ ਕੋਈ ਵੀ ਕੰਮ ਇਲੀਗਲ ਹੋਇਆ, ਚਾਹੇ ਉਹ ਪਹਿਲਾਂ ਸਹਿਮਤੀ ਨਾਲ ਹੋਇਆ ਜਾਂ ਕਿਵੇਂ ਵੀ ਹੋਇਆ, ਉਹ 'ਤੇ ਠੋਕ ਕੇ ਕਾਰਵਾਈ ਹੋਵੇ। ਹਾਂ, ਇੱਕ ਗੱਲ ਇੱਥੇ ਬਹੁਤ ਇੰਪੋਰਟੈਂਟ ਹੈ ਸੰਧਾਲੀਆ ਸਾਹਿਬ, MLA ਸਾਹਿਬ ਨੇ ਵੀ ਕਿਹਾ, ਕਹਿੰਦੇ ਜੀ ਫੇਸਬੁੱਕ ਤੋਂ ਹੀ ਫਸ ਗਿਆ ਮੈਂ ਤਾਂ। ਪੱਤਰਕਾਰਾਂ ਨੇ ਪੁੱਛਿਆ, ਕਹਿੰਦੇ ਕਿ ਇਹ ਜਾਣੀ ਵੀ ਤੁਸੀਂ ਕਿਵੇਂ ਕਰ ਸਕਦੇ ਹੋ ਵੀ ਪਹਿਲੀ ਤੁਹਾਡੀ ਧਰਮ ਪਤਨੀ ਇਹ ਬਿਮਾਰ ਵੀ ਸੀ, ਕਿਵੇਂ ਤੁਸੀਂ ਦੂਜਾ ਵਿਆਹ ਕਰ? ਕਹਿੰਦੇ ਮੱਤ ਤੇ ਪਰਦਾ ਪੈ ਗਿਆ, ਬੁੱਧੀ ਤੇ ਪਰਦਾ ਪੈ ਗਿਆ। ਮੈਂ ਤਾਂ ਸਾਰਿਆਂ ਨੂੰ ਕਹਿੰਦਾ ਬਚੋ ਭਾਈ, ਜਿਵੇਂ ਵੀ ਆ ਆਪਦੇ ਘਰਾਂ ਦੇ ਵਿੱਚ ਹੀ ਰਹੋ। ਮੈਂ ਕਹਿੰਦੇ ਸਾਰੀ ਉਮਰ ਕਿਸੇ ਤੋਂ ਵੱਡੇ ਵੱਡੇ ਲੀਡਰਾਂ ਤੋਂ ਨਹੀਂ ਦਬਿਆ ਸੀ, ਇਸ ਕਾਂਡ ਨੇ ਮੇਰੇ ਪੱਲੇ ਕੱਖ ਨਹੀਂ ਛੱਡਿਆ। ਗੱਲ ਤਾਂ ਸਹੀ ਹੈ ਉਹਨਾਂ ਦੀ, ਪਰ ਹੁਣ ਇਸ ਮੁਸੀਬਤ ਦੇ ਵਿੱਚੋਂ ਨਿਕਲਣਾ ਉਹਨਾਂ ਦੇ ਲਈ ਸੌਖਾ ਨਹੀਂ। ਦੂਸਰੀ ਗੱਲ ਹੈ, ਕੋਈ ਕਹਿੰਦਾ ਜੀ ਬੀਬੀ ਜੀ ਮੋਟੀਵੇਟਰ ਲੱਗਦੇ ਆ ਕਿਸੇ ਤਰੀਕੇ। ਮੈਂ ਕਹਿੰਦਾ ਕਿ ਜੇ ਬੀਬੀ ਨਾਲ ਕਿਸੇ ਵੀ ਕਿਸਮ ਦਾ ਧੱਕਾ ਹੋਇਆ ਜਾਂ ਜਿਹੜੇ ਵੀ ਬੰਦੇ ਨੇ ਕਾਨੂੰਨ ਤੋਂ ਬਾਹਰ ਜਾ ਕੰਮ ਕੀਤਾ, ਉਹਨੂੰ ਇਨਸਾਫ ਮਿਲੇ ਬਸ। ਇਹ ਗੱਲ ਹੈਗੀ, ਦੁੱਧ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ। ਕਿਉਂਕਿ ਆਪਾਂ ਤਾਂ ਅੱਗੇ ਗੱਲ ਕੀਤੀ ਵੀ ਮਸਲਾ ਜੋ ਵੀ ਹੈਗਾ, ਜੇ ਤੇ ਉਹ ਵੱਧਦਾ ਵੱਧ ਗਿਆ ਤੇ ਉਹਨਾਂ ਨੇ ਨੁਕਸਾਨ ਕਰਨਾ। ਜਿੱਦਾਂ ਹੁਣ ਆਪਾਂ ਇੱਕ ਹੋਰ ਪਾਰਟੀ ਆ ਪੰਜਾਬ ਦੇ ਵਿੱਚ, ਉਸ ਪਾਰਟੀ ਦੇ ਲੀਡਰਾਂ ਦਾ ਕਿੱਥੋਂ ਤੱਕ ਗੱਲਬਾਤ ਸੀਗੀ ਜੀ। ਪਿਛਲੇ ਦਿਨ ਇੱਕ ਇਹੋ ਜਿਹਾ ਮਸਲਾ ਨਿਕਲਿਆ, ਉਸ ਮਸਲੇ ਦਾ ਕਰਕੇ ਉਹ ਭਗੌੜੇ ਵੀ ਹੋਏ, ਉਸ ਤੋਂ ਬਾਅਦ ਕਿੱਥੇ ਕਿੱਥੇ ਚਾਰਾਜੋਈ ਵੀ ਕੀਤੀ, ਅਖੀਰ ਸਰੈਂਡਰ ਕਰਨਾ ਪਿਆ। ਹਾਲਾਂਕਿ ਉਹ ਹੁਣ ਵੀ ਕਹਿੰਦੇ ਨੇ, ਬੈਂਸ ਭਰਾਵਾਂ ਦੀ ਗੱਲ ਕਰਦਾ, ਹੁਣ ਬੈਂਸ ਸਾਹਿਬ ਹੁਣ ਵੀ ਕਹਿੰਦੇ ਨੇ ਵੀ ਭਾਈ ਸਾਹਿਬ ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ, ਪਰ ਜਿਹੜਾ ਵਕਤ ਲੱਗ ਗਿਆ ਉਹਦੇ 'ਚ, ਕਿਉਂਕਿ ਕਾਰਨ ਹੈ ਨਾ ਵੀ ਰਾਜਨੀਤੀ ਜਿਹੜੀ ਉਹ ਹੈ ਤੇ ਸਮੇਂ ਦੀ, ਵੀ ਜੇ ਸਮਾਂ ਉਹ ਜਿਹੜਾ ਚੰਗਾ ਲੰਘ ਗਿਆ, ਉਸ ਮੌਕੇ ਦੇ ਉੱਪਰ ਤੁਹਾਡਾ ਪਤਾ ਸਿੱਧਾ ਪੈ ਗਿਆ ਤਾਂ ਤੁਸੀਂ ਹੋਰ ਪਾਸੇ ਹੁੰਦੇ ਹੋ। ਕਿਉਂਕਿ ਜਿਹੜੇ ਟਾਈਮ ਦੇ ਉੱਪਰ ਇਹ ਸਾਰਾ ਕੁਝ ਹੋਇਆ, ਉਹਦੇ ਵਿੱਚ ਇੱਕ ਇਲੈਕਸ਼ਨ ਆਈ। ਉਸ ਇਲੈਕਸ਼ਨ ਦੇ ਦੌਰਾਨ ਹੋ ਸਕਦਾ ਵੀ ਕੱਲ੍ਹ ਨੂੰ 6 ਮਹੀਨਿਆਂ ਨੂੰ, ਸਾਲ ਨੂੰ ਉਹ ਗੱਲ ਕਲੀਅਰ ਹੋ ਜਾਵੇ ਵੀ ਉਹ ਬਿਲਕੁਲ ਉਹਨਾਂ ਦਾ ਕੋਈ ਰੋਲ ਹੀ ਹੈ ਨਹੀਂ। ਪਰ ਇੱਕ ਜਿਹੜਾ ਮੌਕਾ ਸੀ, ਕਿਉਂਕਿ ਜਿਹੜਾ ਪੋਲੀਟੀਕਲ ਲੀਡਰ ਹੁੰਦਾ ਉਹਨੂੰ ਤਾਂ ਇੱਕ ਮੌਕਾ ਹੀ ਹੁੰਦਾ ਨਾ, ਉਹ ਮੌਕਾ ਹੁਣ ਜਿਹੜਾ ਉਹਨਾਂ ਦੇ ਕੋਲ 22 'ਚ ਸੀਗਾ, ਉਹ ਹੁਣ 27 'ਚ ਪਹੁੰਚ ਗਿਆ। ਤੇ ਜਿਹੜਾ ਨੁਕਸਾਨ ਵੈਸੇ ਵੱਖਰਾ ਹੋ ਗਿਆ, ਬੰਦੇ ਟੁੱਟ ਗਏ ਜਾਂ ਬਾਕੀ ਹੋ ਗਿਆ, ਉਹ ਵੱਖਰਾ। ਸੋ ਇਹੋ ਜਿਹਾ ਨੁਕਸਾਨ ਜੇ ਇਹਨਾਂ ਨੂੰ ਜਾਂ ਇਸ ਪਾਰਟੀ ਨੂੰ ਹੋ ਜਾਵੇ ਤੇ ਉਹਦਾ ਕੰਮ ਔਖਾ। ਇੱਕ ਹੋਰ ਵੀ ਤਾਂ ਅਕਾਲੀ ਦਲ ਦੇ ਵੀ ਤਾਂ ਲੀਡਰ ਸੀਗੇ, ਉਹ ਮੇਰਾ ਖਿਆਲ ਅਜੇ ਤੱਕ ਬੇਨਤੀਆਂ ਕਰਦੇ ਫਿਰਦੇ ਵੀ ਮਹਾਰਾਜ ਮਸਲਾ ਮੇਰਾ ਸੁਲਝ ਗਿਆ, ਮੈਨੂੰ ਹੁਣ ਤੁਸੀਂ ਸਹੀ ਰਸਤੇ ਤੇ ਲਿਆਓ ਮਹਾਰਾਜ, ਮੈਨੂੰ ਮੇਰੀ ਵਾਪਸੀ ਕਰਾ ਲਓ। ਪਰ ਉਹ ਗੱਲ ਹੈ ਵੀ ਉਹ ਭਾਵੇਂ ਮਸਲਾ ਸੁਲਝ ਗਿਆ, ਉਹ ਵਾਪਸੀ ਨਹੀਂ ਹੋ ਰਹੀ। ਉਹ ਜਿਹੜਾ ਪੋਲੀਟੀਕਲ ਕਰੀਅਰ ਸੀਗਾ ਇੱਕ ਵਾਰ ਡਾਵਾਂਡੋਲ ਹੋਇਆ, ਉਹ ਮੁੜ ਕੇ ਲਈ ਤੇ ਨਹੀਂ ਆਇਆ। ਨਹੀਂ ਜੀ, ਉਹ ਖਤਮ ਹੀ ਹੋ ਗਈ ਕਹਾਣੀ। ਉਹ ਤਾਂ ਤੁਸੀਂ ਦੇਖੋ ਕਿ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਕੋਈ ਚੰਗੀ ਉਦਾਹਰਨ ਨਹੀਂ ਸਿਰਜੀ ਜਾ ਰਹੀ। ਤੁਸੀਂ ਦੂਜਿਆਂ ਨੂੰ ਸਵਾਲ ਪੁੱਛ ਲਓ ਕਿ ਤੁਸੀਂ ਨਹੀਂ ਇੱਦਾਂ ਕਰਦੇ, ਤੁਸੀਂ ਨਹੀਂ ਇੱਦਾਂ ਕਰਦੇ, ਤੂੰ ਫੜਿਆ ਨਹੀਂ ਗਿਆ। ਹੁਣ ਇਹ ਕਈਆਂ ਉਹ ਇੱਕ ਮੈਂ ਸ਼ਬਦ ਬੜਾ ਮੈਨੂੰ ਅਜੀਬ ਲੱਗਾ, MLA ਸਾਹਿਬ ਨੇ ਗੱਲਬਾਤ ਕਰਦਿਆਂ ਕਿਹਾ ਇਹਨਾਂ ਨੂੰ ਆਪਦੀਆਂ ਭੈਣਾਂ ਦਾ ਪਤਾ ਨਹੀਂ ਕਿੱਥੇ ਤੁਰੀਆਂ ਫਿਰਦੀਆਂ। ਆਹ ਕੋਈ ਗੱਲ ਹੈ? ਇਹ ਕੋਈ ਲੌਜਿਕ ਨਹੀਂ ਹੈ। ਤੁਸੀਂ ਕਿਸੇ ਦੇ ਉੱਤੇ ਉਂਗਲਾਂ ਕਰੀਆਂ, ਤੁਸੀਂ ਆਪ ਦਾ ਜਵਾਬ ਦਿਓ। ਤੁਸੀਂ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਹੋ। ਤੁਸੀਂ ਜੇ ਕੋਈ ਤੁਹਾਡੇ ਉੱਤੇ ਟਿੱਪਣੀ ਕਰਦਾ, ਤੁਸੀਂ ਮੂਹਰੇ ਕਹੋਗੇ ਕਿ ਆਪਦਾ ਘਰ ਦੇਖ, ਆਪਦਾ ਦੱਸੋ ਕਿ ਆਪਦੀ ਪੀੜ੍ਹੀ ਛੋਟਾ ਫਿਰ ਕੇ ਉੱਥੇ ਦੱਸੋ, ਬਾਕੀ ਕੋਈ ਕਹਾਣੀ ਨਹੀਂ ਹੈ। ਨਾਲੇ ਦੇਖੋ ਕਾਰਨ ਹੈ ਨਾ, ਆਮ ਸਧਾਰਨ ਬੰਦਾ ਜਿਹੜਾ ਉਹ ਕਿਸੇ ਦੇ ਦੰਦੀ ਨਹੀਂ ਵੜਦਾ ਜੀ। ਜਦੋਂ ਆਪਾਂ ਨੁਮਾਇੰਦੇ ਹੁੰਦੇ ਆ ਨਾ, ਨੁਮਾਇੰਦੇ ਦਾ ਮਤਲਬ ਵੀ ਤੁਸੀਂ ਲੀਡ ਕਰਦੇ ਹੋ ਜੀ, ਤੇ ਨੁਮਾਇੰਦੇ ਦੇ ਉੱਪਰ ਜਦੋਂ ਇਹੋ ਜਿਹੀ ਕੋਈ ਨਾ ਕੋਈ ਉਂਗਲ ਉੱਠਦੀ ਆ ਤੇ ਫਿਰ ਸਵਾਲ ਤੇ ਹੋਣੇ। ਹਾਂ, ਉਹ ਗੱਲ ਠੀਕ ਆ, ਉਹ ਆਪਣੇ ਤੌਰ ਤੇ ਆਪਣੇ ਉਸ ਚੀਜ਼ ਨੂੰ ਹੱਲ ਕਰ ਲੈਣ, ਜਾਂ ਜਿਹੜੀ ਵੀ ਗੱਲ ਸਹੀ ਆ ਉਹ ਸਾਹਮਣੇ ਲੈਣ, ਤੇ ਕਿਸੇ ਨੂੰ ਕੀ ਇਤਰਾਜ਼ ਹੈ? ਬਿਲਕੁਲ ਇਤਰਾਜ਼ ਨਹੀਂ। ਹਾਂ, ਸਿਸੋਦੀਆ ਸਾਹਿਬ ਤੇ ਭਗਵੰਤ ਮਾਨ ਸਾਹਿਬ ਹਿਮਾਚਲ ਪ੍ਰਦੇਸ਼ ਗਏ। ਸਿਸੋਦੀਆ ਸਾਹਿਬ ਨੇ ਉੱਥੇ ਫਿਰ ਦਿੱਤੀਆਂ ਗਰੰਟੀਆਂ, ਭਗਵੰਤ ਮਾਨ ਸਾਹਿਬ ਨੇ ਦਿੱਤੀਆਂ ਫਿਰ ਉਦਾਹਰਨਾਂ। ਸਿਸੋਦੀਆ ਸਾਹਿਬ ਕਹਿੰਦੇ ਜੀ ਦੇਖੋ, ਮੇਰਾ ਖਿਆਲ ਆ ਜੇ ਮੈਂ ਭੁੱਲਦਾ ਨਹੀਂ, ਉਹਨਾਂ ਨੇ ਕਿਹਾ 1200 ਸਕੂਲ ਹਿਮਾਚਲ ਪ੍ਰਦੇਸ਼ ਦਾ ਇੱਦਾਂ ਦਾ ਜਿੱਥੇ ਇੱਕੋ ਹੀ ਅਧਿਆਪਕ ਹੈ ਤੇ ਕਈ ਸਕੂਲ 8ਵੀਂ ਤੱਕ ਨੇ, ਯਾਨੀ 5 ਤੋਂ ਲੈ ਕੇ 8 ਜਮਾਤਾਂ ਨੂੰ ਇੱਕ ਅਧਿਆਪਕ ਪੜ੍ਹਾ ਰਿਹਾ। ਫਿਰ ਉਹ ਕਹਿੰਦੇ ਤਕਰੀਬਨ 6-6.5 ਹਜ਼ਾਰ ਸਕੂਲ ਹਿਮਾਚਲ ਪ੍ਰਦੇਸ਼ ਦਾ ਇੱਦਾਂ ਦਾ ਜਿੱਥੇ 2 ਟੀਚਰ ਨੇ।
ਜਮਾਤਾਂ 5 ਤੋਂ ਲੈ ਕੇ 8 ਨੇ। ਫਿਰ ਉਹ ਕਹਿੰਦੇ ਜੀ ਅਸੀਂ ਹੁਣ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਵਧੀਆ ਸਕੂਲ ਤੇ ਪੂਰੇ ਅਧਿਆਪਕ ਸਰਕਾਰ ਬਣਾ ਦਿਓ। ਦੂਸਰਾ, ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮ ਕਹਿੰਦੇ ਕੋਈ ਨਹੀਂ ਹੋਊਗਾ, ਵਾਅਦਾ। ਤੀਸਰਾ, ਜਿੰਨੇ ਕੱਚੇ ਨੇ ਕਰ ਦੇਣੇ ਅਸੀਂ ਪੱਕੇ ਕਹਿੰਦੇ। ਚੌਥਾ, ਉਹ ਕਹਿੰਦੇ ਜੀ ਪ੍ਰਾਈਵੇਟ ਸਕੂਲ ਵਾਲੇ ਫੀਸਾਂ ਨਹੀਂ ਵਧਾ ਸਕਦੇ। ਉਹ ਕਹਿ ਕੇ ਬਹਿ ਗਏ। ਭਗਵੰਤ ਮਾਨ ਸਾਹਿਬ ਸ਼ੁਰੂ ਹੋਏ। ਉਹ ਕਹਿੰਦੇ ਜੀ ਦੇਖੋ ਅਸੀਂ 2-3 ਤਾਂ ਮੰਤਰੀ ਵੀ ਲਾਂਭੇ ਕੀਤੇ ਆ, ਪੁਰਾਣੇ ਵੀ ਚੱਕ ਕੇ ਅੰਦਰ ਕੀਤੇ, ਆਪਣੇ ਵੀ ਕੀਤੇ। ਫਿਰ ਕਹਿੰਦੇ ਜੀ ਆ ਦੇਖੋ ਮੁਹੱਲਾ ਕਲੀਨਿਕ ਅਸੀਂ ਸ਼ੁਰੂ ਕਰਤੇ ਆ। ਫਿਰ ਉਹਨੇ ਸਕੂਲਾਂ ਦਾ ਵੀ ਦੱਸਣਾ ਸ਼ੁਰੂ ਕਰਤਾ। ਫੀਸਾਂ ਨਹੀਂ ਕਹਿੰਦੇ ਜੀ ਅਸੀਂ ਇਸ ਮਾਤਰਾ ਤੋਂ ਵਧਣ ਦਿੰਦੇ, ਉਹ ਵੀ ਗੱਲਾਂ ਕਰਤੀਆਂ। ਹਿਮਾਚਲ ਪ੍ਰਦੇਸ਼ ਦੇ ਵਿੱਚ ਪੇਚ ਫਸ ਗਿਆ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ, ਇਹ ਖਬਰ ਆਪਾਂ ਤਾਂ ਨਾਲ ਲੱਗਦੀ ਕੀਤੀ ਹੈ ਕਿ ਜੋ ਪੰਜਾਬ 'ਚ ਹੋਊਗਾ ਚੰਗਾ ਕਰੋਗੇ, ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਚੰਗਾ ਪ੍ਰਭਾਵ ਪਊਗਾ ਕਿ ਭਾਈ ਇਹ ਠੀਕ ਕੰਮ ਕਰਦੇ, ਜੋ ਕਹਿੰਦੇ ਉਹ ਕਰਦੇ ਆ। ਤਾਂ ਜੇ ਬੰਦੇ ਇੱਕ ਇੱਕ ਕਰਕੇ ਭੁਰਨ ਬਾਹਰ ਨਿਕਲਦੇ ਰਹਿਣਗੇ, ਕੁਛ ਹੋਰ ਮਾੜਾ ਮਸਲਾ ਸਾਹਮਣੇ ਆਉਂਦਾ ਰਹੂਗਾ, ਫਿਰ ਲੋਕਾਂ ਯਕੀਨ ਜੂ ਨਹੀਂ ਕਰਨਾ। ਗੱਲ ਉਹੀ ਆ ਗਈ ਵੀ ਕਿਉਂਕਿ ਟਾਈਮ ਆ, ਇਸ ਟਾਈਮ ਦੇ ਉੱਪਰ ਜੇ ਮੰਨ ਲਓ ਵੀ ਆਮ ਆਦਮੀ ਪਾਰਟੀ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਹੁੰਦਾ ਤੇ ਫਿਰ ਇੱਕ ਤੇ 24 ਵਾਲਾ ਮੌਕਾ ਜੀ, ਤੇ ਉਦੋਂ ਬਾਅਦ ਗਾਂ ਜਾ ਕੇ 27 ਚ ਮਿਲਣਾ। ਪਰ ਜੇ ਗੱਲ ਇਹ ਆ ਵੀ ਇਹ ਸਾਰੇ ਕੁਛ ਨੂੰ ਹੁਣ ਨਜਿੱਠਦੇ ਰਹਿੰਦੇ ਨੇ ਨਾਲੋਂ ਨਾਲ, ਤੇ ਕਿਤੇ ਨਾ ਕਿਤੇ ਗੱਲ ਬਣ ਸਕਦੀ। ਕਿਉਂਕਿ ਦੇਖੋ ਕੇਜਰੀਵਾਲ ਸਾਹਿਬ ਤੇ ਲਗਭਗ ਗੁਜਰਾਤ ਦੇ ਵਿੱਚ ਡਿਊਟੀ ਲੱਗ ਗਈ ਉਹਨਾਂ ਦੀ, ਉਹ ਰੋਜ਼ ਉੱਥੇ ਕੋਈ ਨਾ ਕੋਈ ਨਵੀਂ ਗਰੰਟੀ, ਨਵੀਂ ਕੋਈ ਗੱਲ ਕਰਨ ਲੱਗ ਪੈਂਦੇ ਆ। ਹੁਣ ਮੇਰੇ ਖਿਆਲ ਨਾਲ ਇੰਡੀਆ ਨੂੰ ਨੰਬਰ 1 ਬਣਾਉਣ ਦੀ ਜਿਹੜੀ ਉਹਨਾਂ ਨੇ ਯੋਜਨਾ ਸ਼ੁਰੂ ਕਰ ਲਈ ਹੈ ਵੀ ਉਹਦੇ ਵਿੱਚ ਆਪਾਂ ਤੁਰਨਾ। ਹੁਣ ਜਦੋਂ ਇੰਡੀਆ ਲੈਵਲ ਦੀ ਗੱਲ ਕੇਜਰੀਵਾਲ ਸਾਹਿਬ ਕਰਨ ਲੱਗ ਪੈਂਦੇ ਆ, ਤੇ ਪਿਛਲੇ ਦਿਨੀ ਆਪਾਂ ਇੱਕ ਇਹ ਵੀ ਸੋਸ਼ਲ ਮੀਡੀਆ ਦੇ ਉੱਪਰ ਕੈਂਪੇਨ ਜੀ ਸੁਣੀ ਸੀ ਵੀ ਹਾਂਜੀ PM ਦੀ ਦੌੜ ਦੇ ਵਿੱਚ ਕੇਜਰੀਵਾਲ ਸਾਹਿਬ ਹੈ ਨੈਕਸਟ PM, ਹੈ ਨਾ। ਜਾਂ ਉਹ ਜਿਹੜੇ ਜੇ ਤਾਂ ਮੰਨ ਲਓ ਆਮ ਆਦਮੀ ਪਾਰਟੀ ਦੀਆਂ ਖਾਹਿਸ਼ਾਂ ਸੁਪਨੇ ਠੀਕ ਹੈ, ਹਰੇਕ ਪੋਲੀਟੀਕਲ ਪਾਰਟੀ ਨੂੰ ਦੇਖਣੇ ਚਾਹੀਦੇ ਆ ਵੀ ਆਪਣਾ ਜਿਹੜਾ ਉਹਨਾਂ ਦੇ ਮੁੱਖ ਕਨਵੀਨਰ ਨੇ ਕੇਜਰੀਵਾਲ ਸਾਹਿਬ, ਉਹਨੂੰ ਹੁਣ ਉਹ ਪ੍ਰਧਾਨ ਮੰਤਰੀ ਤੱਕ ਦੀ ਰੇਸ ਦੇ ਵਿੱਚ ਰੱਖਦੇ ਨੇ। ਹਾਲਾਂਕਿ ਪਿਛਲੀਆਂ ਇਲੈਕਸ਼ਨਾਂ ਆਲਰੇਡੀ ਕੇਜਰੀਵਾਲ ਸਾਹਿਬ ਨੇ ਲੜ ਕੇ ਦੇਖ ਲਈਆਂ ਮੋਦੀ ਸਾਹਿਬ ਦੇ ਖਿਲਾਫ, ਤੇ ਉੱਥੇ 400 ਸੀਟਾਂ ਕੀ ਬਣਿਆ ਉਹ ਸਾਰਿਆਂ ਨੂੰ ਪਤਾ ਲੱਗ ਗਿਆ। ਪਰ ਹੁਣ ਉਹ ਦੁਬਾਰਾ ਉਸੇ ਲੜਾਈ 'ਚ ਜਾਣਾ ਚਾਹੁੰਦੇ ਆ। ਪਲੱਸ ਜਿਹੜੀਆਂ ਬਾਕੀ ਦੀਆਂ ਉਹਨਾਂ ਦੀਆਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਕਹਿ ਲਓ ਕਿ ਜਥੇਬੰਦੀਆਂ ਨੇ ਜਾਂ ਛੋਟੇ-ਛੋਟੇ ਨੁਮਾਇੰਦੇ ਨੇ, ਉਹਨਾਂ ਦੇ ਨਾਲ ਉਹ ਕਹਿੰਦੇ ਨੇ ਵੀ ਅਸੀਂ ਹੁਣ ਇਹਨਾਂ ਸਟੇਟਾਂ ਦੇ ਵਿੱਚ ਵੀ ਆਪਣੀ ਸਰਕਾਰ ਬਣਾਉਣੀ। ਖਾਹਿਸ਼ਾਂ ਵੱਡੀਆਂ ਨੇ, ਪਰ ਹੁਣ ਇਹ ਨਾ ਹੋਵੇ ਵੀ ਮੰਨ ਲਓ ਬੰਦਾ ਸੋਚਦਾ ਵੀ ਆਪਾਂ ਹੁਣ ਵੀਰ ਮੇਰਾ ਵੀ ਇੱਧਰ ਨੂੰ ਚੱਲਣਾ ਹੀ, ਤੇ ਉਹ ਆਪਾਂ ਲੋਡ ਕਰ ਲਿਆ ਟਰੱਕ ਪੂਰਾ, ਤੇ ਕਿਸੇ ਨੇ RC ਚੈੱਕ ਨਹੀਂ ਕੀਤੀ ਵੀ ਭਾਜੀ ਇਹ ਟਰੱਕ ਤੇ ਤੁਹਾਡਾ ਠੀਕ ਆ, ਜਿਹੜੇ ਟਾਇਰ ਤੁਸੀਂ ਪਵਾਈ ਫਿਰਦੇ ਇਹਦੇ ਕੋਈ ਕਿਤੇੋਂ ਪੱਚ ਲੱਗਾ, ਕੋਈ ਕਿਤੇੋਂ ਨਿਕਲ ਜਾਣਾ। ਸੋ ਇੱਕ ਤਰ੍ਹਾਂ ਮੈਨੂੰ ਲੱਗਦਾ ਹੁੰਦਾ ਵੀ ਜਿਹਨੇ ਸਫ਼ਰਾਂ 'ਤੇ ਤੁਰਨਾ, ਆਪਣੇ ਡਰਾਈਵਰ ਵੀ ਇੱਧਰ ਵੀ ਕੰਮ ਕਰਦੇ, ਇੱਕ ਤਰ੍ਹਾਂ ਉਹ ਟਰੱਕ ਦੇ ਘੇਰੇ ਆ ਕੇ ਕੱਲੇ ਟਾਇਰ ਤੇ ਪੇਚਕਸ ਮਾਰ ਕੇ ਵੇਖਦੇ ਵੀ ਵੀਰ ਕਿਤੇ ਕੋਈ ਕਮੀ ਪੇਸ਼ੀ ਤੇ ਨਹੀਂ। ਜ਼ਰੂਰੀ ਵੀ ਹੈ ਨਾ। ਹੁਣ ਗੱਲ ਇਹ ਆ ਵੀ ਜੇ ਇਸ ਵਕਤ ਆਮ ਆਦਮੀ ਪਾਰਟੀ ਨੂੰ ਲੱਗਦਾ ਵੀ ਸਰਕਾਰ ਇੱਥੇ ਸਾਡੀ, ਅਸੀਂ ਕੰਮ ਕਰਕੇ ਦਿਖਾਉਣੇ ਆ, ਤੇ ਇਹੋ ਜਿਹੀਆਂ ਜਿਹੜੀਆਂ ਵੀ ਕੋਈ ਨਿੱਕੀਆਂ ਮੋਟੀਆਂ ਖਬਰਾਂ ਆਉਂਦੀਆਂ ਨੇ ਉਹਨਾਂ ਜ਼ਰੂਰ ਦੋਹਰਾ ਪੇਚਕਸ ਮਾਰ ਕੇ ਚੈੱਕ ਕਰਨ ਵੀ ਵੀਰੇ ਟਾਇਰ 'ਚ ਕੋਈ ਕਮੀ ਪੇਸ਼ੀ ਤੇ ਨਹੀਂ। ਜੇ ਇੱਦਾਂ ਨਾ ਕੀਤਾ ਫਿਰ ਔਖਾ ਹੋ ਜਾਣਾ। ਮਨਪ੍ਰੀਤ ਬਾਦਲ ਨੇ ਪਾਰਟੀ ਬਣਾਈ ਸੀ PPP, ਸਮਾਂ 8-10 ਮਹੀਨੇ ਦਾ ਹੀ ਸੀ ਉਹਨਾਂ ਕੋਲ। ਉਹ ਫਿਰ ਜੋ ਇੱਕ ਵੱਡੇ ਉਹ ਪੰਜਾਬ 'ਚ ਸ਼ੁਰੂ ਹੋਏ, ਇੱਧਰ ਚੱਕਰ, ਜਿੱਥੇ ਜਾਂਦੇ ਬੰਦੇ ਨੂੰ ਟਿਕਟ ਦੇਂਦੇ ਸੀ। ਇਲੈਕਸ਼ਨ ਤੋਂ ਬਾਅਦ ਜਿੰਨੀ ਤੇਜ਼ ਗਤੀ ਨਾਲ ਲੋਕ ਉਹਨਾਂ ਨਾਲ ਜੁੜੇ ਸੀ ਇਹ ਲੀਡਰ ਟਿਕਟਾਂ ਵਾਲੇ, ਉਦੋਂ ਦੁੱਗਣੀ ਗਤੀ ਦੇ ਨਾਲ ਵਾਪਸ ਚਲੇ ਗਏ। ਇੱਦਾਂ ਹੀ ਜਿਹੜੇ 400 ਤੋਂ ਵੱਧ ਬੰਦਿਆਂ ਨੂੰ ਟਿਕਟਾਂ ਕੇਜਰੀਵਾਲ ਸਾਹਿਬ ਨੇ ਦਿੱਤੀਆਂ ਸੀ, ਉਦੋਂ 4 ਹੀ ਜਿੱਤੇ ਸੀ ਪੰਜਾਬ ਵਾਲੇ, 1% ਰਿਜ਼ਲਟ ਆਇਆ ਸੀ। ਉਹਨਾਂ 400 ਦੇ ਵਿੱਚੋਂ ਮੈਨੂੰ ਲੱਗਦਾ 100 ਬੰਦਾ ਵੀ ਨਾਲ ਨਹੀਂ ਹੋਣਾ। ਠੀਕ ਹੈ, ਸਾਡੇ ਵੱਲੋਂ ਤੁਸੀਂ ਜਿਹੜੀ ਮਰਜ਼ੀ ਇਲੈਕਸ਼ਨ ਲੜੋ, ਜਿੱਥੇ ਤੱਕ ਮਰਜ਼ੀ ਪਹੁੰਚੋ, ਪਰ ਬੰਦੇ ਚੰਗੇ, ਇਹ ਨਹੀਂ ਕਿ ਤੁਹਾਡੀ ਪਾਰਟੀ ਲਈ ਚੰਗੇ, ਦੇਸ਼ ਲਈ ਚੰਗੇ ਬੰਦੇ ਅੱਗੇ ਲੈ ਕੇ ਆਓ। ਪੰਜਾਬ ਦੇ ਲੋਕਾਂ ਦਾ, ਦੇਸ਼ ਦੇ ਲੋਕਾਂ ਦਾ ਮਾੜਾ ਮੋਟਾ ਭਲਾ ਹੋਵੇ। ਚੰਗੇ ਹੋਣਗੇ ਤੇ ਸੋਭਾ ਹੋਊਗੀ ਜੀ, ਮਾੜੇ ਹੋਣਗੇ ਤੇ ਬਦਨਾਮੀ ਹੋਊਗੀ। ਗੱਲ ਤੇ ਇੰਨੀ ਪਿੰਡਾਂ ਜਾਂ ਬੀਬੀਆਂ ਕਰਦੀਆਂ ਹੁੰਦੀਆਂ ਗੱਲਾਂ, ਤੇ ਆਪਣੇ ਹੁਣ ਜਾਣਦਾ ਹੋ ਗਿਆ ਸਮਾਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਅਸੀਂ ਸਮਾਪਤ ਕਰਦੇ ਹਾਂ ਇੱਥੇ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਇੱਕ ਤਰ੍ਹਾਂ ਨਾਲ ਪ੍ਰਾਈਮ ਏਸ਼ੀਆ TV ਤੁਹਾਡਾ ਆਪਣਾ, ਤੁਹਾਡੇ ਲਈ।